डांगा कल्ले कल्ले सिंह दी लत्तां तोड़ियां श्रोमणी कमेटी ने। सारा पंथ दे बच्चे गया इन्हां दा जो कुछ कीता सारा पंथ चलूगा सारा पंथ करोगा की करना है। देख लो जो ਸਕੱਤਰ ਸਾਹਿਬ ਸਾਹਮਣੇ ਆਏ ਨੇ ਆ ਵੇਖੋ ਇਹਨਾਂ ਦੇ ਸੱਟਾਂ ਲੱਗੀਆਂ ਨੇ ਜੋ ਸਤਿਕਾਰ ਕਮੇਟੀ ਵਾਲੇ ਚੁੱਕ ਕੇ ਖੜੇ। ਇਹ ਹੋ ਹੱਲਾ ਇਸ ਕਰਕੇ ਵਾਪਰ ਰਿਹਾ ਕਿ ਜੀ ਹਿੰਮਤ ਕਿਵੇਂ ਹੋ ਗਈ ਉਹਨਾਂ ਪ੍ਰਦਰਸ਼ਨਕਾਰੀਆਂ ਦੀ, ਉਹਨਾਂ ਧਰਨਾਕਾਰੀਆਂ ਦੀ ਜਿਨ੍ਹਾਂ ਨੇ ਰੋਜ਼ ਦੇ ਵਿੱਚ ਆ ਕੇ SGPC ਦੇ ਦਫ਼ਤਰ ਦੇ ਬਾਹਰ ਤਾਲਾ ਲਾ ਦਿੱਤਾ। ਦਰਸ਼ਕਾਂ ਨੂੰ ਅਸੀਂ ਜਾਣਕਾਰੀ ਸਵੇਰ ਤੋਂ ਹੀ ਦੇਖ ਰਹੇ ਹਾਂ। ਕਾਲ ਚੈਨਲ ਦੇ ਫੇਸਬੁੱਕ ਪੇਜ ਦੇ ਉੱਤੇ ਲਗਾਤਾਰ ਭਾਈ ਤੇਜਿੰਦਰ ਸਿੰਘ ਹੋਣਾ ਵੱਲੋਂ ਉੱਥੋਂ ਦੀ ਰਿਪੋਰਟਿੰਗ ਕੀਤੀ ਗਈ, ਹਾਲਾਤਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਕਿ ਕਿਸ ਕਦਰ ਤੂਫਾਨੀ ਹੋ ਚੁੱਕੇ ਹਾਲਾਤਾਂ ਨੂੰ ਸੰਭਾਲਣ ਦੇ ਵਿੱਚ ਵੀ SGPC ਦੇ ਜੋ ਮੁਲਾਜ਼ਮ ਜਾਂ SGPC ਦੇ ਅਧਿਕਾਰੀ ਕਾਫੀ ਚੰਗੇ ਸਾਬਤ ਨਹੀਂ ਹੋਏ। ਤਸਵੀਰਾਂ ਲਗਾਤਾਰ ਕਾਲ ਚੈਨਲ ਦੇ ਉੱਤੇ ਤੁਸੀਂ ਵੇਖੀਆਂ, ਮੁੜ ਤੋਂ ਤੁਹਾਨੂੰ ਵਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਟਾਸਕ ਫੋਰਸ ਅਤੇ ਧਰਨੇ ਦੇ ਉੱਤੇ ਬੈਠੀਆਂ ਸੰਗਤਾਂ ਦੇ ਵਿਚਾਲੇ ਆਪਸ ਦੇ ਵਿੱਚ ਖੇਬਾਜ਼ੀ ਹੋ ਗਈ। ਇਹ ਖੇਬਾਜ਼ੀ ਇਸ ਕਰਕੇ ਹੋਈ ਕਿ ਰੋਜ਼ ਦੇ ਵਿੱਚ ਆ ਕੇ ਇੱਕ ਪ੍ਰਦਰਸ਼ਨਕਾਰੀ ਨੇ, ਇੱਕ ਧਰਨੇ ਦੇ ਵਿੱਚ ਬੈਠੀ ਸੰਗਤ ਨੇ ਉੱਠ ਕੇ SGPC ਦੇ ਬੂਹੇ ਨੂੰ ਜਿੰਦਰਾ ਲਾਉਣ ਦੀ ਕੋਸ਼ਿਸ਼ ਕੀਤੀ। ਦਰਸ਼ਕਾਂ ਚੰਗੇ ਤਰੀਕੇ ਦੇ ਨਾਲ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਤਕਰੀਬਨ 40 ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਹਰ ਧਰਨਾ ਲਾ ਕੇ ਬੈਠੀਆਂ ਸਿੱਖ ਸੰਗਤਾਂ ਸਤਿਕਾਰ ਕਮੇਟੀ ਦੀ ਅਗਵਾਈ ਦੇ ਵਿੱਚ ਜੇ ਇਹ ਧਰਨਾ ਚੱਲ ਰਿਹਾ। ਧਰਨੇ ਦੇ ਵਿੱਚ ਇੱਕੋ ਮੰਗ ਕਿ 328 ਸਰੂਪ ਜੋ ਰਿਕਾਰਡਸ ਦੇ ਵਿੱਚੋਂ ਮਿਸਿੰਗ ਨੇ ਉਸ ਬਾਬਤ ਕਾਰਵਾਈ ਸਖਤ ਹੋਵੇ। ਸਖਤ ਅਜਿਹੀ ਸਿਰਫ ਲਫ਼ਜ਼ਾਂ ਦੇ ਵਿੱਚ ਨਾ ਰਹਿ ਜੇ, ਸਖਤ ਕਾਰਵਾਈ ਯਕੀਨੀ ਬਣਾਈ ਜਾਵੇ ਕਿ ਹੋਣੀ ਚਾਹੀਦੀ ਹੈ। ਇਹਨਾਂ ਮੰਗਾਂ ਨੂੰ ਲੈ ਕੇ ਹੁਣ ਤੋਂ ਤਕਰੀਬਨ 38 ਦਿਨ ਪਹਿਲਾਂ ਵੀ ਅਜਿਹੀ ਇੱਕ ਘਟਨਾ ਵਾਪਰੀ ਸੀ ਜਿਸ ਵੇਲੇ ਤਲਵਾਰਾਂ ਦੇ ਨਾਲ ਸਿੰਘਾਂ ਦੇ ਉੱਤੇ ਹਮਲਾ ਕੀਤਾ ਗਿਆ। ਧਰਨੇ ਦੇ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਉੱਥੋਂ ਦੀ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਬੈਰੀਗੇਟਿੰਗ ਕਰ ਦਿੱਤੀ ਗਈ ਪੂਰੇ ਇਲਾਕੇ ਦੀ, ਜਿਸ ਵੇਲੇ SGPC ਦੇ ਟਾਸਕ ਫੋਰਸ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਸੀ। ਉਸ ਵੇਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਵੇਲੇ ਵੀ ਹੱਥ ਜੋੜੇ ਅਤੇ ਕਿਹਾ ਕਿ ਅਜਿਹੀ ਘਟਨਾ ਮੁੜ ਤੋਂ ਨਹੀਂ ਵਾਪਰੇਗੀ। ਲੇਕਿਨ ਕੀ ਇੰਨਾ ਕੁ ਵੀ ਸਬਰ ਸੰਤੋਖ ਨਹੀਂ। ਇੱਥੇ ਅਸੀਂ ਇੱਕ ਧਿਰ ਦੀ ਗੱਲ ਨਹੀਂ ਕਰਾਂਗੇ, ਗੱਲਾਂ ਕਰਨੀਆਂ ਬਣਦੀਆਂ ਨੇ ਦੋਹਾਂ ਧਿਰਾਂ ਦੀਆਂ। ਜ਼ਿੰਮੇਵਾਰੀ SGPC ਦੀ ਵੀ ਬਣਦੀ ਹੈ ਕਿ ਉਹਨਾਂ ਦੇ ਬੂਹੇ ਦੇ ਉੱਤੇ ਧਰਨਾ ਲਾ ਕੇ ਸਿੱਖ ਸੰਗਤਾਂ ਬੈਠੀਆਂ ਨੇ ਅਤੇ ਜ਼ਿੰਮੇਵਾਰੀ ਸਿੱਖ ਸੰਗਤਾਂ ਦੀਆਂ ਵੀ ਬਣਦੀਆਂ ਨੇ ਕਿ ਅਸੀਂ ਵੀ ਆਪਣੇ ਇਸ ਧਰਨੇ ਨੂੰ ਸਹੀ ਤਰੀਕੇ ਦੇ ਨਾਲ ਚਲਾਉਣਾ ਹੈ। ਅਸੀਂ ਵੀ ਰੋਸ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਕੁਝ ਅਜਿਹਾ ਨਹੀਂ ਕਰਨਾ ਜਿਸ ਦੇ ਨਾਲ ਉੱਥੇ ਮਾਹੌਲ ਖਰਾਬ ਹੋਵੇ। ਵੈਸੇ ਹੀ ਕਈ ਤਾਕਤਾਂ ਚਾਹੁੰਦੀਆਂ ਨੇ ਅਜਿਹੇ ਧਰਨੇ ਖਰਾਬ ਹੋਣ, ਉੱਥੇ ਮਾਹੌਲ ਖਰਾਬ ਹੋਵੇ ਤਾਂ ਜੋ ਕਿ ਸਰਕਾਰੀ ਤੰਤਰ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਕਾਬਜ਼ ਹੋ ਸਕੇ। ਇਹ ਹੁਣ ਤੱਕ ਸ਼ਾਬਾਸ਼ੀ ਦੇਣੀ ਪਏਗੀ ਸਾਰੀਆਂ ਸਿੱਖ ਸੰਗਤਾਂ ਦੀਆਂ ਜੋ ਹੁਣ ਤੱਕ ਉੱਥੇ ਬੈਠੀਆਂ ਹੋਈਆਂ ਨੇ, ਜਿਨ੍ਹਾਂ ਨੇ ਆਪਣੇ ਇਸ ਧਰਨੇ ਨੂੰ ਜਾਰੀ ਰੱਖਣ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ। ਕਿਹੋ ਜਿਹੇ ਹਾਲਾਤ ਸੀਗੇ ਅਤੇ ਕੀ ਕੁਝ ਤਸਵੀਰਾਂ ਉੱਥੋਂ ਸਾਹਮਣੇ ਆਈਆਂ ਨੇ, ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖੋ। ਇੱਕ ਕਲਿੱਪ ਸਾਡੇ ਕੋਲ ਰੈਡੀ ਹੈ, ਮੁੜ ਤੋਂ ਹਾਜ਼ਰ ਹੁੰਦੇ ਹਾਂ। ਸਾਰਾ ਮੋਰਚਾ ਖਰਾਬ ਕਰਤਾ, ਮਾਰ ਡਾਂਗਾ ਕੱਲੇ ਕੱਲੇ ਸਿੰਘ ਦੀਆਂ ਲੱਤਾਂ ਤੋੜੀਆਂ ਸ਼੍ਰੋਮਣੀ ਕਮੇਟੀ ਨੇ। ਅੱਜ ਕਿੱਦਾਂ ਮਰ ਗਿਆ ਪੰਥ? ਬਾਬਾ ਜੀ ਹੋਇਆ ਕੀ ਸੀ? ਹੋਈ ਸੀ ਕੋਈ ਗੱਲ ਨਹੀਂ ਹੋਈ ਹੈਗੀ, ਕੋਈ ਗੱਲ ਨਹੀਂ ਹੋਈ। ਇੱਕ ਮਿੰਟ ਸਾਈਡ ਤੇ ਹੋ ਜਾ ਭਾਈ, ਇੱਕ ਮਿੰਟ ਵੀਰ ਤੂੰ ਹੁਣ ਸਾਈਡ ਤੇ ਹੋ ਜਾ। ਬਸ ਹੋ ਗਿਆ। ਕੀ ਸੀਗਾ ਭਾਈ ਸਾਹਿਬ? ਹਾਂਜੀ ਬਾਬਾ ਜੀ ਮੋਰਚੇ ਦੇ ਵਿੱਚ ਇਧਰਾਂ ਤੋਂ ਬੈਠੇ ਆ। ਇੱਧਰ ਨੂੰ ਘੁੰਮ ਜਾਈਏ, ਇੱਧਰ ਨੂੰ ਘੁੰਮ ਜਾਈਏ, ਲਾਈਟ ਆਉਂਦੀ। ਹਾਂਜੀ ਬਾਬਾ ਜੀ ਕੀ ਗੱਲ ਕਿਉਂ ਤਕਰਾਰ ਹੋਈ? ਕੀ ਗੱਲ ਹੋਈ ਸੀ? ਭਾਈ ਸੁਖਦਾ ਖੋਸੇ ਸਾਹਿਬ ਨੇ ਇੱਥੇ ਬਹਿ ਗਿਆ, ਉਹਨੂੰ ਚੱਕ ਕੇ ਅੰਦਰ ਲੈ ਗਏ। ਚਲੋ ਜੇ ਉਹਦਾ ਖੋਸਾ ਸਾਹਿਬ ਦਾ ਕੋਈ ਕਸੂਰ ਸੀ ਉਹਨੇ ਬਹਿ ਕੇ ਨਾਲ ਗੱਲ ਕਰਦੇ। ਆ ਜਿਹੜੇ ਇੱਥੇ 328 ਸਰੂਪਾਂ ਦਾ ਇੱਥੇ ਤੁਸੀਂ ਦੇਖੋ ਕੀ ਹਾਲ ਕਰਤਾ। ਕੋਈ ਦਰੀ ਨਹੀਂ ਛੱਡੀ ਇਹਨਾਂ ਨੇ, ਕੁਛ ਨਹੀਂ ਛੱਡਿਆ ਹੈਗਾ। ਸਾਰਿਆਂ ਨੇ ਇਹਨਾਂ ਨੇ ਬਹੁਤ ਗਲਤ ਕਰਿਆ। ਕੱਲੇ ਕੱਲੇ ਨੇ ਡਾਂਗਾ ਫੇਰੀਆਂ, ਲੱਤਾਂ ਭੰਨੀਆਂ ਨੇ। ਸਾਰਿਆਂ ਨੂੰ ਅੰਦਰ ਜਾਣ ਦਾ ਕੀ ਮਕਸਦ? ਅੰਦਰ ਕੀ ਇਹ ਸ਼੍ਰੋਮਣੀ ਕਮੇਟੀ ਜਵਾਬ ਦੇਵੇ, ਇਹ ਟਾਸਕ ਫੋਰਸ ਜਵਾਬ ਦੇਵੇ। ਅੱਜ ਇਹ ਕੱਲੇ ਕੱਲੇ ਨੂੰ ਕੁੱਟ ਕੇ ਭਾਈ ਮੁਸਲ ਦੀਆਂ ਲੱਤਾਂ ਤੋੜੀਆਂ ਨੇ, ਕੁੱਟਿਆ ਡਾਂਗਾ ਨਾਲ। ਭਾਈ ਖੋਸੇ ਨੂੰ ਕੁੱਟਿਆ, ਭਾਈ ਦਿਲਬਾਗ ਸਿੰਘ ਨੂੰ ਕੁੱਟਿਆ, ਭਾਈ ਪਰਮਜੀਤ ਸਿੰਘ ਨੂੰ ਕੁੱਟਿਆ। ਜਿੰਨੇ ਬੀਬੀ ਮਨਜਿੰਦਰ ਕੌਰ, ਉਹ ਬੀਬੀ ਦਾ ਕੀ ਕਸੂਰ ਸੀਗਾ, ਉਹਨੂੰ ਵੀ ਕੁੱਟ ਕੇ ਅੰਦਰ ਲੈ ਗਏ। ਹੁਣ ਦੱਸਣ ਵੀ ਉਹਨਾਂ ਨੂੰ ਕਿੱਥੇ ਰੱਖਿਆ, ਮਾਰ ਖਪਾ ਕੇ ਕੀ ਕਰਦੇ ਨੇ। ਸਾਡੇ ਵੀ ਗੱਲ ਪੈਣ ਨੂੰ ਤਿਆਰ ਸੀ ਪਰ ਕਿ ਨਹੀਂ, ਪਹਿਲਾਂ ਵੀ ਇਹਨਾਂ ਨੇ ਫਰਲੇ ਲਾਹੇ ਨੇ। ਹੁਣ ਨਿਹੰਗ ਸਿੰਘ ਜਾਗ ਚੁੱਕੇ ਨੇ। ਕੋਈ ਗੱਲ
ਇਹ ਚਾਹੀਦਾ ਇਹਨਾਂ ਨੂੰ ਕੋਈ ਇਹਨਾਂ ਵੱਲੋਂ ਗੱਲਬਾਤ ਕੀਤੀ ਗਈ ਕਿ ਬਹਿ ਕੇ ਸ਼ਾਂਤੀ ਜੋ ਕੋਈ ਮਸਲਾ ਸੀ ਸ਼ਾਂਤੀ ਨਾਲ ਬਹਿ ਕੇ ਹੱਲ ਹੋਣੇ ਚਾਹੀਦਾ ਸੀਗਾ ਸੱਤ ਤਾਂ ਇਹ ਜਿਹੜੇ ਜਥੇਬੰਦੀਆਂ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦਾ ਕਹਿਣਾ ਕਿ ਐਸਜੀਪੀਸੀ ਹੁਣ ਵੀ ਸਾਰਾ ਕੁਝ ਚੱਕ ਕੇ ਲੈ ਗਏ ਕੀ ਗੱਲ ਅਸੀਂ 328 ਸਰੂਪ ਨਹੀਂ ਮੰਗ ਸਕਦੇ ਅਸੀਂ 328 ਸਰੂਪ ਨਹੀਂ ਪਾ ਸਕਦੇ 40 ਦਿਨਾਂ ਤੋਂ ਬਿਜਲੀ ਦਾ ਕਨੈਕਸ਼ਨ ਵੀ ਮਿਲਿਆ ਸੀ ਹੋਰ ਵੀ ਸੁਵਿਧਾਵਾਂ ਸੀ ਅੱਜ ਸਭ ਕੁਝ ਕੱਟ ਦਿੱਤਾ ਗਿਆ ਕਾਰਨ ਕੀ ਕਿਉਂ ਇਹ ਅੱਜ ਇਹਨਾਂ ਨੂੰ ਪੁੱਛੋ ਕਿਉਂ ਜਾਣ ਕੇ ਇਹਨਾਂ ਨੇ ਕੁੱਟ-ਕੁੱਟ ਕੇ ਬਸ ਮੋਰਚਾ ਬੰਦ ਕਰਦਾ ਵੀ ਐਸੇ ਸਾਰਾ ਕੁਝ ਅਸੀਂ ਕਰਤਾ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਹੁਣ ਇਹ ਸ਼੍ਰੋਮਣੀ ਕਮੇਟੀ ਦੱਸੇ ਜਾਂ ਜਥੇਦਾਰ ਜਬ ਸੁਣ ਜਾਂ ਪੰਥ ਦੱਸੇ ਇਹ ਹੁਣ ਪੰਥ ਦੇ ਲੜਾਈ ਆ ਇਹ ਪੰਥ ਦੇ ਪੱਲਾ ਪੈ ਗਿਆ ਮੋਰਚਾ ਹੁਣ ਪੰਥ ਇਹਦੇ ਨਾਲ ਕੀ ਸਮਝਿਆ ਜਾਵੇ ਕਿ ਮੋਰਚਾ ਹੁਣ ਖਤਮ ਹੋ ਗਿਆ ਜਾਂ ਅੱਗੇ ਚੱਲਦਾ ਰਹੂਗਾ ਨਹੀਂ ਮੋਰਚਾ ਨਹੀਂ ਖਤਮ ਮੋਰਚਾ ਕਿਹੜੇ ਹਿਸਾਬ ਨਾਲ ਖਤਮ ਖਾਲਸਾ ਪੰਥ ਜਿਉਂਦਾ ਬੈਠਾ ਹਜੇ ਖਾਲਸਾ ਜਿਹੜਾ ਬੈਠਾ ਗਏ ਹੋਏ ਨੇ ਦੁਸਹਿਰੇ ਦੇ ਫੌਜਾਂ ਉਹ ਸਾਰੀਆਂ ਜਿਉਂਦੀਆਂ ਬੈਠੀਆਂ ਨੇ ਮੋਰਚਾ ਕਿਵੇਂ ਖਤਮ ਹੋਊਗਾ ਇੱਥੇ ਨਹੀਂ ਲੱਗੂਗਾ ਹੋਰ ਕਿਤੇ ਲੱਗ ਜੂਗਾ 328 ਸਰੂਪ ਤਾਂ ਇਹਨਾਂ ਤੋਂ ਪੁੱਛ ਕੇ ਰਹਾਂਗੇ ਨਾ ਅਸੀਂ ਕਿੱਥੇ ਨੇ ਜੇ ਇੱਥੋਂ ਸਾਨੂੰ ਕੁੱਟ ਕੇ ਇਹਨਾਂ ਨੇ ਟੱਕਰਤਾ ਪਰ ਉਹਦਾ ਪੁੱਛ ਕੇ ਰਹਾਂਗੇ ਨਾ ਕਿੱਥੇ ਨੇ ਉਹ ਮੈਂ ਬੰਗਾਰ ਕਰਦਾ ਖਾਲਸਾ ਪੰਥ ਨੂੰ ਕਿੱਥੇ ਮਰ ਗਏ ਕਿੱਥੇ ਚਲੇ ਗਏ 328 ਸਰੂਪ ਕੀ ਉਹਨਾਂ ਦਾ ਗੁਰੂ ਨਹੀਂ ਹੈਗਾ ਪੰਥ ਦਾ ਜਥੇਬੰਦੀਆਂ ਦਾ ਗੁਰੂ ਨਹੀਂ ਹੈਗਾ ਪਰ ਉਹ ਕਹਿੰਦੇ ਧਾਰਮਿਕ ਸਜ਼ਾ ਦੇ ਦਿੱਤੀ ਗਈ ਕੀ ਦਿੱਤੀ ਸਜ਼ਾ ਭਾਂਡੇ ਮਾਂਜਣ ਦੀ ਸਜ਼ਾ ਝਾੜੂ ਮਾਰਨ ਦੀ ਸਜ਼ਾ ਗੁਰੂ ਗ੍ਰੰਥ ਸਾਹਿਬ ਉੱਥੇ ਤਰਖਾਣ ਮਾਜਰੇ ਉਹਨੇ ਸਰੂਪ ਦੀ ਬੇਅਦਬੀ ਕੀਤੀ ਆ ਫਿਰ ਉਹਨੂੰ ਵੀ ਸਜ਼ਾ ਲਾ ਲੈਂਦੇ ਪਾਪੀ ਨੂੰ ਭਾਂਡੇ ਮਾਂਜਣ ਦੀ ਸਜ਼ਾ ਲਾਉਂਦੇ ਖੰਡਪਾਲ ਸਾਹਿਬ ਦੀ ਸਜ਼ਾ ਲਾਉਂਦੇ ਉਹਨੂੰ ਕਿਉਂ ਯੂਪੀਆ ਟਾਂਡਾ ਧਾਰਾ ਲਾਇਆ ਗਿਆ ਤਾਂ ਇਹ ਜਿਹੜੇ ਜਥੇਬੰਦੀਆਂ ਦੇ ਨਾਲ ਸੰਬੰਧਿਤ ਲੋਕ ਜਿਵੇਂ ਰਾਜਾ ਲਾਲ ਸਿੰਘ ਹਲਪਾ ਖਰਬਤ ਉਹਨਾਂ ਦਾ ਉਹਨਾਂ ਦੇ ਨਾਲ ਜ਼ਬਰਦਸਤੀ ਕੀਤੀ ਹੈ ਤੁਸੀਂ ਦੇਖ ਰਹੇ ਹੋ ਕਿ ਜੋ ਇੱਥੇ ਸਤਿਕਾਰ ਕਮੇਟੀ ਉੱਪਰ ਸ਼੍ਰੋਮਣੀ ਕਮੇਟੀ ਵੱਲੋਂ ਹਮਲਾ ਕੀਤਾ ਗਿਆ ਉਸ ਤੇ ਜੋ ਨਿਹੰਗ ਸਿੰਘ ਨੇ ਡਿਟੇਲ ਦੱਸੀ ਕਿ ਜਿੱਦੇ ਵਿੱਚ ਖੋਸਾ ਤੇ ਬਲਬੀਰ ਸਿੰਘ ਮੁੱਛਲ ਤੇ ਹੋਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਤਿਕਾਰ ਕਮੇਟੀ ਦੇ ਜੋ ਪ੍ਰਬੰਧਕ ਸੀ ਉਹਨਾਂ ਦੀਆਂ ਲੱਤਾਂ ਤੋੜੀਆਂ ਗਈਆਂ ਉਹਨਾਂ ਦੇ ਕੁੱਟਮਾਰ ਕੀਤੀ ਗਈ ਬਾਹਾਂ ਤੋੜੀਆਂ ਗਈਆਂ ਹੁਣ ਜਿਹੜੀ ਐਂਬੂਲੈਂਸ ਹੈ ਐਂਬੂਲੈਂਸ ਅੰਦਰ ਗਈ ਹੈ ਆ ਗੱਡੀਆਂ ਵੀ ਅੰਦਰ ਜਾ ਰਹੀਆਂ ਨੇ ਕਿ ਹੁਣ ਵੇਖਣਾ ਐਂਬੂਲੈਂਸ ਬੁਲਾਈ ਗਈ ਹੁਣ ਹੋ ਸਕਦਾ ਵੇਖਣਾ ਉਹ ਹੋਏਗਾ ਕਿ ਆ ਹਸਪਤਾਲ ਜਾਂ ਫਿਰ ਜਿੱਥੇ ਹੋ ਅੱਜ ਜੋ ਸ਼ਰੇਆਮ ਸ਼੍ਰੋਮਣੀ ਕਮੇਟੀ ਵੱਲੋਂ ਗੁੰਡਾਗਰਦੀ ਵੇਖਣ ਨੂੰ ਮਿਲੀ ਕਿ ਇਸ ਨੂੰ ਧਾਰਮਿਕ ਜਥੇਬੰਦੀ ਨਹੀਂ ਕਿਹਾ ਜਾ ਸਕਦਾ ਗੁੰਡਿਆਂ ਦੀ ਜਥੇਬੰਦੀ ਕਹਿ ਕੇ ਸੰਬੋਧਿਤ ਕੀਤਾ ਜਾ ਸਕਦਾ ਹੈ ਕਿ ਜੋ ਪਿੰਡਾਂ ਦੇ ਬਦਮਾਸ਼ ਨੇ ਉਹਨੂੰ ਪੈਸੇ ਪੇ ਕਰਕੇ ਉਹਨਾਂ ਕੋਲ ਕਤਲ ਵੀ ਕਰਵਾ ਸਕਦੇ ਨੇ ਕੁੱਟ ਮਰਵਾ ਵੀ ਸਕਦੇ ਨੇ ਕੁਝ ਵੀ ਕਰਵਾ ਸਕਦੇ ਨੇ ਕਿ ਉਹ ਸਤਿਕਾਰ ਕਮੇਟੀ ਕੋਲ 328 ਸਰੂਪਾਂ ਦਾ ਜੋ ਸਾਫ਼ ਮੰਗ ਰਹੇ ਸੀ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਔਰ ਕਈ ਪੱਤਰਕਾਰਾਂ ਉੱਪਰ ਵੀ ਹਮਲਾ ਕੀਤਾ ਗਿਆ ਕਈਆਂ ਦੇ ਮੋਬਾਈਲ ਖੋਏ ਗਏ ਕੈਮਰੇ ਖੋਏ ਗਏ ਜੋ ਸ਼ਰੇਆਮ ਗੁੰਡਾਗਰਦੀ ਅੱਜ ਸਮੁੰਦਰੀ ਹਾਲ ਦੇ ਬਾਹਰ ਵੇਖਣ ਨੂੰ ਮਿਲੀ ਬੜੀ ਨਿੰਦਕਯੋਗ ਘਟਨਾ ਹੈ ਕਿ ਸਿੱਖ ਹੀ ਸਿੱਖ ਨੂੰ ਮਾਰੇ ਤੇ ਬਾਕੀਆਂ ਨੇ ਕੀ ਕਰਨਾ ਹੈ ਆ ਇੱਕ ਸਿੱਖ ਹੋਣ ਦੇ ਵੇਸ਼ਭੂਸ਼ਾ ਵਿੱਚ ਜੋ ਹੈ ਉਹ ਕਲੰਕ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਗੁੰਡੇ ਨੇ ਜੋ ਪੈਸੇ ਲੈ ਕੇ ਗੁੰਡਾਗਰਦੀ ਕਰਦੇ ਨੇ ਗੁਰਦੁਆਰਿਆਂ ਤੇ ਪ੍ਰਬੰਧ ਚਲਾਉਣ ਵਾਸਤੇ ਮਾਮਲਾ ਸੀਗਾ ਹੁਣ ਵੀ ਸੰਗਤ ਦੇ ਨਾਲ ਜਿਹੜੀ ਆ ਧੱਕਾ ਮੁੱਕੀ ਕੀਤੀ ਜਾ ਰਹੀ ਹੈ ਤੁਸੀਂ ਲਾਈਵ ਤਸਵੀਰਾਂ ਵੇਖ ਰਹੇ ਜੇ ਕਾਰਾਂ ਖੜਾ ਦੀਆਂ ਸਾਰਾ ਮੋਰਚਾ ਖਰਾਬ ਕਰਤਾ ਮਾਰ ਡਾਂਗਾ ਕੱਲੇ ਸਿੰਘ ਦੀਆਂ ਲੱਤਾਂ ਤੋੜੀਆਂ ਸ਼੍ਰੋਮਣੀ ਕਮੇਟੀ ਨੇ ਅੱਜ ਕਿੱਦਾਂ ਮਰ ਗਿਆ ਪੰਥ ਬਾਬਾ ਜੀ ਹੋਇਆ ਕੀ ਸੀ ਹੋਈ ਸੀ ਕੋਈ ਗੱਲ ਨਹੀਂ ਹੋਈ ਹੈਗੀ ਕੋਈ ਗੱਲ ਨਹੀਂ ਹੋਈ 1 ਮਿੰਟ ਸਾਈਡ ਤੇ ਹੋ ਜਾ ਭਾਈ 1 ਮਿੰਟ ਵੀਰ ਤੂੰ ਹੁਣ ਸਾਈਡ ਤੇ ਹੋ ਜਾ ਬਸ ਹੋਣਾ ਕੀ ਸੀਗਾ ਭਾਈ ਸਾਹਿਬ ਹਾਂਜੀ ਬਾਬਾ ਜੀ ਅਸੀਂ ਮੋਰਚੇ ਦੇ ਵਿੱਚ ਇਧਰਾਂ ਤੋਂ ਬੈਠੇ ਆ ਇੱਧਰ ਨੂੰ ਘੁੰਮ ਜਾਈਏ ਇੱਧਰ ਨੂੰ ਘੁੰਮ ਜਾਈਏ ਲਾਈਟ ਆਉਂਦੀ ਹਾਂਜੀ ਬਾਬਾ ਜੀ ਕੀ ਗੱਲ ਕਿਉਂ ਤਕਰਾਰ ਹੋਈ ਕੀ ਗੱਲ ਹੋਈ ਸੀ ਭਾਈ ਸੁਖਦੇਵ ਖੋਸੇ ਸਾਹਿਬ ਨੇ ਇੱਥੇ ਬਹਿ ਗਿਆ ਉਹਨੂੰ ਚੱਕ ਕੇ ਇਹ ਅੰਦਰ ਲੈ ਗਏ ਚਲੋ ਜੇ ਉਹਦਾ ਖੋਸਾ ਸਾਹਿਬ ਦਾ ਕੋਈ ਕਸੂਰ ਸੀ ਉਹਨਾਂ ਬਹਿ ਕੇ ਨਾਲ ਗੱਲ ਕਰਦੇ ਆ ਜਿਹੜੇ ਇੱਥੇ 328 ਸਰੂਪਾਂ ਦਾ ਇੱਥੇ ਤੁਸੀਂ ਦੇਖੋ ਕੀ ਹਾਲ ਕਰਤਾ ਕੋਈ ਦਰੀ ਨਹੀਂ ਛੱਡੀ ਇਹਨਾਂ ਨੇ ਕੁਛ ਨਹੀਂ ਛੱਡਿਆ ਹੈਗਾ ਸਾਰਿਆਂ ਨੇ ਇਹਨਾਂ ਨੇ ਬਹੁਤ ਗਲਤ ਕਰਿਆ ਕੱਲੇ ਨੇ ਟਾਂਗਾ ਫੇਰੀਆਂ ਲੱਤਾਂ ਭੰਨੀਆਂ ਨੇ ਸਾਰਿਆਂ ਨੂੰ ਅੰਦਰ ਜਾਣ ਦਾ ਕੀ ਮਕਸਦ ਅੰਦਰ ਕੀ ਇਹ ਸ਼੍ਰੋਮਣੀ ਕਮੇਟੀ ਜਵਾਬ ਦੇਵੇ ਇਹ ਟਾਸਕ ਫੋਰਸ ਜਵਾਬ ਦੇਵੇ ਅੱਜ ਇਹ ਕੱਲੇ ਨੂੰ ਕੁੱਟ ਕੇ
ਭਾਈ ਮੁੱਛਲ ਦੀਆਂ ਲੱਤਾਂ ਤੋੜੀਆਂ ਨੇ, ਕੁੱਟਿਆ ਡਾਂਗਾਂ ਨਾਲ, ਭਾਈ ਖੋਸੇ ਨੂੰ ਕੁੱਟਿਆ, ਭਾਈ ਦਿਲਬਾਗ ਸਿੰਘ ਨੂੰ ਕੁੱਟਿਆ, ਭਾਈ ਪਰਮਜੀਤ ਸਿੰਘ ਨੂੰ ਕੁੱਟਿਆ, ਜਿੰਨੇ ਬੀਬੀ ਮਨਜਿੰਦਰ ਕੌਰ, ਉਹ ਬੀਬੀ ਦਾ ਕੀ ਕਸੂਰ ਸੀਗਾ, ਉਹਨੂੰ ਵੀ ਕੁੱਟ ਕੇ ਅੰਦਰ ਲੈ ਗਏ। ਹੁਣ ਦੱਸਣ ਵੀ ਉਹਨਾਂ ਨੂੰ ਕਿੱਥੇ ਰੱਖਿਆ, ਮਾਰ ਖਪਾ ਕੇ ਕੀ ਕਰਦੇ ਨੇ। ਸਾਡੇ ਵੀ ਗੱਲ ਪੈਣ ਨੂੰ ਤਿਆਰ ਸੀ, ਪਰ ਕਿ ਨਹੀਂ, ਪਹਿਲਾਂ ਵੀ ਇਹਨਾਂ ਨੇ ਫਰਲੇ ਲਾਹੇ ਨੇ, ਹੁਣ ਨਿਹੰਗ ਸਿੰਘ ਜਾਗ ਚੁੱਕੇ ਨੇ। ਕੋਈ ਗੱਲ ਇਹ ਚਾਹੀਦਾ ਇਹਨਾਂ ਨੂੰ। ਕੋਈ ਇਹਨਾਂ ਵੱਲੋਂ ਗੱਲਬਾਤ ਕੀਤੀ ਗਈ ਕਿ ਬਹਿ ਕੇ ਸ਼ਾਂਤੀ, ਜੋ ਕੋਈ ਮਸਲਾ ਸੀ ਸ਼ਾਂਤੀ ਨਾਲ ਬਹਿ ਕੇ ਹੱਲ ਹੋਣੇ ਚਾਹੀਦਾ ਸੀਗਾ। ਜਿਹੜੇ ਜਥੇਬੰਦੀਆਂ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦਾ ਕਹਿਣਾ ਕਿ ਐਸਜੀਪੀਸੀ ਹੁਣ ਵੀ ਸਾਰਾ ਕੁਝ ਚੱਕ ਕੇ ਲੈ ਗਏ। ਕੀ ਗੱਲ, ਅਸੀਂ 328 ਸਰੂਪ ਨਹੀਂ ਮੰਗ ਸਕਦੇ? ਅਸੀਂ 328 ਸਰੂਪ ਨਹੀਂ। ਇਹ ਕੁਝ ਹੋ ਹੱਲਾ ਅੱਜ ਉੱਥੇ ਵਾਪਰਿਆ। ਅਸੀਂ ਕੋਸ਼ਿਸ਼ ਕੀਤੀ ਕਿ ਜੀ ਲੌਂਗੋਵਾਲ ਸਾਹਿਬ ਨੂੰ ਫੋਨ ਲਾਇਆ ਜਾਏ ਤੇ ਗੱਲਬਾਤ ਕੀਤੀ ਜਾਏ। ਬੜੇ ਹੀ ਹੋਸ਼ੋਵਾਜ਼ ਦੇ ਵਿੱਚ ਪੀਏ ਸਾਹਿਬ ਨੇ ਫੋਨ ਚੱਕ ਕੇ ਕਿਹਾ ਕਿ ਜੀ ਅਸੀਂ ਇੱਕ ਪਾਸੜ ਗੱਲ ਨਾ ਦਸੀਏ, ਦੋਹਾਂ ਧਿਰਾਂ ਦੀ ਗੱਲ ਦਸੀਏ ਜਾਂ ਐਸਜੀਪੀਸੀ ਦਾ ਪੱਖ ਵੀ ਸਾਹਮਣੇ ਰੱਖੀਏ। ਤਾਂ ਉਹਨਾਂ ਨੇ ਸਾਨੂੰ ਕਿਹਾ ਜੀ ਇਹ ਕੁਝ ਕਲਿੱਪਸ ਨੇ, ਤੁਸੀਂ ਉਹ ਚਲਾਓ। ਲੇਕਿਨ ਕਲਿੱਪ ਦੇ ਵਿੱਚ ਨਾ ਕਿਸੇ ਦਾ ਕੋਈ ਸਪਸ਼ਟੀਕਰਨ, ਨਾ ਕਿਸੇ ਦਾ ਕੋਈ ਆਪਣਾ ਪੱਖ, ਸਿਰਫ ਇੱਕ ਅਜਿਹੀ ਤਸਵੀਰ ਜਿਸ ਦੇ ਵਿੱਚ ਇੱਕ ਬੰਦਾ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਇਆ ਪਿਆ ਸੀ, ਲਹੂ ਲੁਹਾਨ। ਉਹ ਜਾਣਦੇ ਨਹੀਂ ਕਿ ਚੈਨਲ ਦੀਆਂ ਕਈ ਕੁਝ ਪਾਲਿਸੀਆਂ ਨੇ, ਅਜਿਹੀਆਂ ਤਸਵੀਰਾਂ ਅਸੀਂ ਵਿਖਾ ਨਹੀਂ ਸਕਦੇ। ਨਾ ਸਿਰਫ ਸਿੰਪੈਥੀ ਲੈਣ ਦੀ ਕੋਸ਼ਿਸ਼ ਕੀਤੀ ਜਾਏ ਇਹਨਾਂ ਤਸਵੀਰਾਂ ਦੇ ਨਾਲ, ਲੇਕਿਨ ਹਾਂ, ਜੇਕਰ ਕੋਈ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਦ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਆਪਣਾ ਇਸ ਵੇਲੇ ਕਹਿ ਲਈਏ ਸਹਾਨੁਭੂਤੀ ਰੱਖਦੇ ਹਾਂ ਕਿ ਹਾਂਜੀ ਇਹ ਜੋ ਹੋਣਾ ਨਹੀਂ ਸੀ ਚਾਹੀਦਾ। ਲੇਕਿਨ ਅਜਿਹੀ ਗੱਲ ਕਹਿ ਦੇਣੀ ਕਿ ਅਸੀਂ ਇੱਕ ਪਾਸੜ ਗੱਲ ਕਰ ਰਹੇ ਹਾਂ ਜਾਂ ਕੋਈ ਵੀ ਮੀਡੀਆ ਹਾਊਸ ਇੱਕ ਪਾਸੜ ਗੱਲ ਕਰ ਰਿਹਾ, ਗੱਲ ਤੁਸੀਂ ਵੀ ਆਪਣੇ ਸਾਹਮਣੇ ਸੰਗਤਾਂ ਦੇ ਸਾਹਮਣੇ ਰੱਖ ਸਕਦੇ ਹੋ ਕਿ ਅੱਜ ਉੱਥੇ ਜੇਕਰ ਇਹ ਸਭ ਕੁਝ ਵਾਪਰਿਆ ਤਾਂ ਇਹ ਸਭ ਕੁਝ ਕਿਵੇਂ ਟਾਲਿਆ ਜਾ ਸਕਦਾ ਸੀ। ਸ਼ਾਂਤ ਧਰਨਾ ਦੇ ਉੱਤੇ ਬੈਠੀਆਂ ਸਿੱਖ ਜਥੇਬੰਦੀਆਂ ਨੂੰ ਵੀ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। ਸ਼ਾਂਤ ਉਹਨਾਂ ਸਾਰੇ ਟਾਸਕ ਫੋਰਸ ਦੇ ਮੁਲਾਜ਼ਮਾਂ ਨੂੰ ਵੀ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। ਲੇਕਿਨ ਅਜਿਹੇ ਹਾਲਾਤਾਂ ਦੇ ਵਿੱਚ ਸੂਝ-ਬੂਝ ਦੇ ਨਾਲ ਜੇਕਰ ਕੋਈ ਕੰਮ ਨਹੀਂ ਲੈਂਦਾ, ਉਸ ਵੇਲੇ ਕੀ ਕੁਝ ਕੀਤਾ ਜਾਏ, ਇਸ ਦੀ ਵੀ ਸਿੱਖਿਆ ਦੇਣੀ ਚਾਹੀਦੀ ਹੈ ਟਾਸਕ ਫੋਰਸ ਨੂੰ। ਲੇਕਿਨ ਧਰਨੇ ਦੇ ਉੱਤੇ ਬੈਠੇ ਜੇਕਰ ਪ੍ਰਦਰਸ਼ਨਕਾਰੀ, ਜੇਕਰ ਉੱਥੇ ਧਰਨੇ ਦੇ ਵਿੱਚ ਬੈਠੀਆਂ ਸੰਗਤਾਂ ਜਾਂ ਕਹਿ ਲਈਏ ਸਤਿਕਾਰ ਕਮੇਟੀ ਦਾ ਵੀ ਕੋਈ ਮੈਂਬਰ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਨੂੰ ਵੀ ਸ਼ਾਂਤੀ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਹ ਹੁਣ ਰੱਬ ਜਾਣੇ ਉੱਥੇ ਕਿਹੋ ਜਿਹੇ ਹਾਲਾਤ ਪੈਦਾ ਹੋਏ ਕਿ ਸਿੰਘਾਂ ਨੂੰ ਆਪਣੇ ਗੱਤਕੇ ਦੇ ਜੋਹਰ ਉੱਥੇ ਵਿਖਾਉਣ ਦਾ ਮੌਕਾ ਮਿਲ ਗਿਆ। ਇਹ ਮੌਕਾ ਪਹਿਲੀ ਵਾਰ ਨਹੀਂ ਮਿਲਿਆ। ਇਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਕਈ ਵਾਰ ਤਸਵੀਰਾਂ ਅਜਿਹੀਆਂ ਸਾਹਮਣੇ ਆ ਚੁੱਕੀਆਂ ਨੇ ਜੋ ਸ਼ਰਮ ਦੇ ਨਾਲ ਸਾਡੀ ਧੌਣ ਝੁਕਾ ਦਿੰਦੀਆਂ ਨੇ, ਸਾਡਾ ਸਿਰ ਝੁਕ ਜਾਂਦਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਜਿਸ ਵੇਲੇ ਖਬਰਾਂ ਸੁਣਨ ਨੂੰ ਇਹ ਮਿਲਣ ਕਿ ਜੀ ਦਰਬਾਰ ਸਾਹਿਬ ਸਿੱਖਾਂ ਦਾ ਧਾਰਮਿਕ ਅਜਿਹਾ ਕੇਂਦਰ। ਸਾਡੇ ਨਾਲ ਇਸ ਵੇਲੇ ਗੋਬਿੰਦ ਸਿੰਘ ਲੌਂਗੋਵਾਲ ਫੋਨ ਲਾਈਨ ਦੇ ਉੱਤੇ ਨੇ। ਲੌਂਗੋਵਾਲ ਸਾਹਿਬ, ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਸਮਾਂ ਦਿੱਤਾ ਦਰਸ਼ਕਾਂ ਦੇ ਨਾਲ। ਤੁਸੀਂ ਅੱਜ ਦੀ ਘਟਨਾ ਬਾਬਤ ਕੀ ਕੁਝ ਕਹਿਣਾ ਚਾਹੋਗੇ? ਜੋ ਤੁਹਾਡੇ ਪੀਏ ਸਾਹਿਬ ਨੇ ਤਸਵੀਰਾਂ ਭੇਜੀਆਂ ਨੇ, ਅਸੀਂ ਉਹ ਵੀ ਦਿਖਾ ਰਹੇ ਹਾਂ ਤਾਂ ਜੋ ਕਿ ਇੱਕ ਪਾਸੇ ਗੱਲ ਨਾ ਰਹਿ ਜੇ। ਜੀ ਲੌਂਗੋਵਾਲ ਸਾਹਿਬ। ਦੇਖੋ ਜੀ, ਗੱਲ ਇਹ ਹੈ ਕਿ ਇਹ ਦੇਖੋ ਜਿਹੜੀ ਘਟਨਾ ਹੈਗੀ ਆ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਲੇਕਿਨ ਅਸੀਂ ਬਹੁਤ ਦਿਨਾਂ ਤੋਂ ਉਹਨਾਂ ਨੂੰ ਬੇਨਤੀਆਂ ਕਰਦੇ ਰਹੇ ਹਾਂ ਕਿ ਬੈਠ ਕੇ ਗੱਲ ਕਰੋ ਸਾਡੇ ਨਾਲ, ਇਹ ਮਸਲਾ ਹੱਲ ਕਰੋ, ਗੁਰੂ ਮਹਾਰਾਜ ਦੇ ਪਾਵਨ ਸਰੂਪਾਂ ਦਾ ਮਸਲਾ ਹੈ। ਲੇਕਿਨ ਉਹਨਾਂ ਨੇ ਕਿਤੇ ਸਾਡੇ ਨਾਲ ਹਰ ਗੱਲ ਤੋਂ ਜਾ ਕੇ ਫੇਰ ਮੁੱਕਰ ਜਾਂਦੇ ਸੀ ਹਰ ਗੱਲ ਤੋਂ। ਲੇਕਿਨ ਅੱਜ ਤਾਂ ਇੰਤਹਾ ਹੀ ਹੋ ਗਈ ਜਦੋਂ ਸਾਡੇ ਦਫ਼ਤਰ ਦੇ ਉੱਤੇ ਜਿੰਦਾ ਲਾਤਾ ਆ ਕੇ, ਖੋਸਾ ਸਾਹਿਬ ਮੂਹਰੇ ਖੜ ਕੇ ਆ ਕੇ ਬਿਲਕੁਲ ਹੀ ਉੱਥੇ, ਫਿਰ ਸਾਡੇ ਬੰਦੇ ਤਲਵਾਰਾਂ ਲੈ ਕੇ ਉਹਨਾਂ ਨੇ ਉਹਨੂੰ ਹਮਲਾ ਕਰਤਾ। ਤੁਸੀਂ ਆਪ ਦੇਖਿਆ ਕਿਹੜੇ ਕਿਹੜੇ ਫੱਟ ਹੋਏ ਪਏ ਨੇ ਔਰ ਮਰਨ ਦੇ ਕਿਨਾਰੇ ਨੇ ਸਾਡੇ ਬੰਦੇ। ਤੇ ਐਡਾ ਵੱਡਾ ਹੋਇਆ ਹੈ ਤੇ ਪੁਲਿਸ ਪੂਰੀ ਪ੍ਰੋਟੈਕਸ਼ਨ ਦੇ ਰਹੀ ਹੈ। ਜਿਹੜੀ ਕਾਂਗਰਸ ਸਰਕਾਰ ਹੈ ਪੰਜਾਬ ਦਾ, ਕੈਪਟਨ ਅਮਰਿੰਦਰ ਸਿੰਘ ਦਾ ਇਹਦੇ ਵਿੱਚ ਪੂਰਾ ਹੱਥ ਹੈਗਾ ਕਿ ਉਹਦੀ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਹੁਣ ਅੰਦਰ ਬਾੜ ਰਹੀ ਹੈ ਸਾਰੇ, ਉਹਦੇ ਆਪਣੀ ਪੁਲਿਸ ਰਾਹੀਂ ਉਹ ਜਾ ਰਹੇ ਨੇ। ਕਿਉਂਕਿ ਇਹ ਸਾਰੇ ਸਰਕਾਰ ਜਿਹੜੀ ਹੈ ਇਹ ਖੂਨ ਖਰਾਬਾ ਕਰਾਉਣਾ ਚਾਹੁੰਦੀ ਹੈ। ਔਰ ਇਹਦੇ ਨਾਲ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਾਂਗਾ ਕਿ ਇਹ ਹਾਲਾਤ ਪੰਜਾਬ ਦੇ ਖਰਾਬ ਹੋ ਜਾਣਗੇ ਜੇ ਤੁਸੀਂ ਇਸ ਤਰ੍ਹਾਂ ਘਟੀਆ ਹਰਕਤਾਂ ਕੀਤੀਆਂ ਨੇ, ਜੇ ਤੁਸੀਂ ਇਹ ਔਰ ਆਪਣੀ ਪ੍ਰੋਟੈਕਸ਼ਨ ਦੇ ਨਾਲ ਅੰਦਰ ਬਾੜ ਰਹੇ ਹੋ ਬੰਦਿਆਂ ਨੂੰ। ਜੀ ਲੌਂਗੋਵਾਲ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ 40 ਦਿਨ ਸ਼ਾਂਤੀ ਦੇ ਨਾਲ ਧਰਨਾ ਚੱਲਿਆ, 40 ਦਿਨ ਜੇ ਸ਼ਾਂਤੀ ਦੇ ਨਾਲ ਧਰਨਾ ਚੱਲਿਆ ਤਾਂ ਹੋਰ ਚੱਲ ਸਕਦਾ ਸੀ? ਸੰਗਤਾਂ ਤੁਹਾਡੇ ਬੂਹੇ ਦੇ ਉੱਤੇ, ਐਸਜੀਪੀਸੀ ਦੇ ਬੂਹੇ ਬਿਲਕੁਲ ਚੱਲ ਸਕਦਾ ਸੀ। ਅਸੀਂ ਤਾਂ ਬਿਲਕੁਲ ਉਹਨਾਂ ਨੂੰ ਕਿਹਾ ਵੀ ਸ਼ਾਂਤੀ ਨਾਲ ਕਰੋ, ਗੁਰਬਾਣੀ ਪੜੋ, ਸਾਨੂੰ ਕੋਈ ਉਹ ਨਹੀਂ, ਹਰ ਤਰ੍ਹਾਂ ਦਾ ਉਹਨਾਂ ਦੇ ਸਹਿਯੋਗ ਦਿੱਤਾ ਵੀ ਬੈਠ ਕੇ ਆਪਾਂ ਗੱਲ ਕਰੀਏ। ਲੇਕਿਨ ਇਹ ਐਸੀ ਹਰਕਤਾਂ ਤੇ ਆ ਗਏ ਕਿ ਕਿਵੇਂ ਨਾ ਕਿਵੇਂ ਲੜਾਈ ਹੋਵੇ। ਜੀ ਅੱਜ ਤਾਂ ਸਿੱਧੇ ਹੀ ਸਾਡੇ ਦਫ਼ਤਰ ਦੇ ਉੱਤੇ ਹਮਲਾ ਬੋਲਤਾ, ਸਾਡੇ ਜਿਹੜੇ ਸੇਵਾਦਾਰਾਂ ਤੇ ਹਮਲਾ ਬੋਲਤਾ ਕਿਰਪਾਨਾਂ ਲੈ ਕੇ। ਤੁਸੀਂ ਆਪ ਦੇਖ ਰਹੇ ਹੋ ਕਿੰਨੀਆਂ ਕਿਰਪਾਨਾਂ ਵੱਜੀਆਂ ਨੇ। ਇਹ ਅਚਾਨਕ ਮੈਂ ਸਮਝਦਾ ਕਿ ਇਹ ਸਾਰਾ ਪਤਾ ਲੱਗਾ, ਇਹ ਅਚਾਨਕ ਕਿਵੇਂ ਹੋਇਆ ਜੀ? ਇਹ ਅਚਾਨਕ ਕਿਵੇਂ ਹੋ ਗਿਆ? ਇਹ ਇਸ ਤਰ੍ਹਾਂ ਹੋਇਆ ਕਿ ਸਾਡੇ ਦਫ਼ਤਰ ਦੇ ਜਿੰਦਾ ਲਾਤਾ, ਫਿਰ ਉਹਦਾ ਖੋਸਾ ਸਾਹਿਬ ਸੀ
ਜਿਹੜੇ ਇਹਨਾਂ ਦੇ ਸਤਿਕਾਰ ਕਮੇਟੀ ਵਾਲੇ ਨੇ ਉਹ ਅੱਗੇ ਖੜ ਗਏ। ਸਾਡੇ ਬੰਦੇ ਕਹਿੰਦੇ ਵੀ ਤੁਸੀਂ ਇਹ ਨਾ ਚੋਰੋ, ਸਾਡਾ ਦਫ਼ਤਰ ਕਿਉਂ ਬੰਦ ਕਰਦੇ ਹੋ ਅੰਦਰ? ਇਹ ਉੱਥੇ ਸਰਕਾਰ ਹੋਇਆ ਤਾਂ ਇਹਨਾਂ ਦੇ ਲੋਕ ਜਿਹੜੇ ਕਿਰਪਾਨਾਂ ਲੈ ਕੇ ਪੈ ਗਏ ਉੱਥੇ, ਸਗੋਂ ਉਹਨਾਂ ਦੇ ਹਮਲਾ ਕਰਤਾ ਸਾਡੇ ਬੰਦਿਆਂ ਦੇ ਉੱਤੇ, ਦਫ਼ਤਰ ਦੇ ਵਿੱਚ ਜਾ ਬੜੇ ਇਹਨਾਂ ਦੇ ਬੰਦੇ। ਦੇਖੋ ਇਸ ਤਰ੍ਹਾਂ ਦਾ ਹਾਲਾਤ ਜਿਹੜੇ ਨੇ ਪੈਦਾ ਕਰਦੇ ਆ, ਸਰਕਾਰ ਨੇ ਕੀਤਾ। ਅੱਜ ਵੀ ਸਰਕਾਰ ਜਿਹੜੀ ਹੁਣ ਵੀ ਇਹ ਚਾਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਅਸੀਂ ਇਹਨਾਂ ਨੂੰ ਅੰਦਰ ਬਾੜੀਏ ਔਰ ਉੱਥੇ ਧਰਨਾ ਦਵਾਈਏ। ਕਾਂਗਰਸ ਪੂਰੀ ਇਹਦੇ ਨਾਲ ਮਿਲੀ ਹੋਈ ਹੈ ਔਰ ਜਿਹੜੀ ਪੁਲਿਸ ਹੈ ਇਹਨਾਂ ਨੂੰ ਪੂਰੀ ਪ੍ਰੋਟੈਕਸ਼ਨ ਦੇ ਰਹੀ ਹੈ, ਪੁਲਿਸ ਦਾ ਅੰਦਰ ਬਾੜ ਰਹੀ ਹੈ ਇਹਨਾਂ ਨੂੰ। ਜੀ ਲੌਂਗੋਵਾਲ ਸਾਹਿਬ, ਆਖਰੀ ਵਾਰ ਤੁਹਾਡੇ ਵੱਲੋਂ ਕਿਸ ਵੇਲੇ ਸੱਦਾ ਦਿੱਤਾ ਗਿਆ ਕਿ ਜੀ ਆਓ ਅੰਦਰ ਬਹਿ ਕੇ ਗੱਲ ਕਰ ਲਈਏ? ਬਹੁਤ ਵਾਰਾ ਕਿ ਸ਼ੁਰੂ ਤੋਂ ਹੀ ਰੋਜ਼ਾਨਾ ਅਸੀਂ ਕੀਤਾ। ਸਾਡੇ ਸੈਕਟਰੀ ਸਾਹਿਬ, ਸਾਡੇ ਜਨਰਲ ਸੈਕਟਰੀ, ਸਾਡੇ ਮੈਂਬਰ ਸਾਹਿਬਾਨ, ਇਹਨਾਂ ਗੱਲਾਂ ਹੁੰਦੀਆਂ ਰਹੀਆਂ ਨੇ, ਬਾਰ-ਬਾਰ ਗੱਲਾਂ ਹੁੰਦੀਆਂ ਰਹੀਆਂ ਨੇ ਇਹਨਾਂ ਨਾਲ ਜੀ। ਕਮਰੇ ਇਹਨਾਂ ਨੂੰ ਦਿੱਤੇ, ਹਰ ਤਰ੍ਹਾਂ ਦਾ ਅਸੀਂ ਕਿਹਾ, ਅਸੀਂ ਟਕਰਾਅ ਨਹੀਂ ਕਰਾਉਣਾ ਚਾਹੁੰਦੇ, ਅਸੀਂ ਭਰਾ ਮਾਰੂ ਜੰਗ ਨਹੀਂ ਕਰਾਉਣਾ ਚਾਹੁੰਦੇ, ਅਸੀਂ ਬੈਠ ਕੇ ਇਹ ਮਸਲੇ ਹੱਲ ਕਰਨਾ ਚਾਹੁੰਦੇ ਹਾਂ। ਲੇਕਿਨ ਇਹਨਾਂ ਦੀ ਜਿਹੜੀ ਸੋਚ ਸੀ ਇਹ ਸੀ ਕਿ ਕਿੰਨਾ ਕੁ ਟਕਰਾਅ ਹੋਵੇ ਤੇ ਬਦਨਾਮ ਹੋਵੇ, ਦਰਬਾਰ ਸਾਹਿਬ ਬਦਨਾਮੀ ਕੀਤੀ ਜਾਵੇ, ਸਿੱਖਾਂ 'ਚ ਭਰਾ ਮਾਰੂ ਜੰਗ ਕਰਾਈ ਜਾਵੇ, ਇਹਨਾਂ ਦੀ ਇਹ ਇੱਕ ਮਨਸ਼ਾ ਸੀ ਜੀ ਸਰਕਾਰ ਦੀ। ਲੌਂਗੋਵਾਲ ਸਾਹਿਬ, ਜੋ ਮੰਗਾਂ ਉਹਨਾਂ ਨੇ ਤੁਹਾਡੇ ਸਾਹਮਣੇ ਰੱਖੀਆਂ, ਉਹਨਾਂ ਦੇ ਵਿੱਚੋਂ ਕੋਈ ਅਜਿਹੀ ਮੰਗ ਜੋ ਤੁਹਾਨੂੰ ਲੱਗਾ ਹੋਏ ਕਿ ਵਾਜਬ ਨਹੀਂ ਹੈ, ਜਾਂ ਕਿਸੇ ਉੱਤੇ ਐਸਜੀਪੀਸੀ ਨੇ ਆਪਣਾ ਨਕਾਰਾਤਮਕ ਰੁਖ ਰੱਖਿਆ ਹੋਏ, ਤੁਹਾਨੂੰ ਕੁਝ ਅਜਿਹਾ ਲੱਗਦਾ ਹੈ ਜੇ ਤੁਹਾਡੇ ਸਾਹਮਣੇ ਕੋਈ ਅਜਿਹੀ ਗੱਲ ਆਈ ਹੋਏ? ਬਿਲਕੁਲ, ਜਿਹੜੀਆਂ ਵੀ ਕੋਈ ਮੰਗਾਂ ਸੀ ਉਹਨਾਂ ਦੀ ਅਸੀਂ ਬੜੀ ਸੁਰਦੇ ਦੇ ਨਾਲ ਕੀਤੀਆਂ ਵੀ ਅਸੀਂ ਬੈਠ ਕੇ ਕਰਾਂਗੇ। ਸਾਡੀ ਅੰਤਰ ਕਮੇਟੀ ਦੀ ਜੇ ਕੋਈ ਮੰਗ ਹੈ ਅਸੀਂ ਉੱਥੇ ਬੈਠ ਕੇ ਵਿਚਾਰ ਕਰ ਲੈਂਦੇ ਹਾਂ, ਇਹ ਐਡੀ ਕੀ ਗੱਲ ਹੈਗੀ। ਲੇਕਿਨ ਕਿਸੇ ਗੱਲ ਤੇ ਆਈ ਨਹੀਂ ਹੈਗੇ ਜੀ। ਤੇ ਫੌਜਦਾਰੀ ਮੁਕੱਦਮੇ ਦੀ ਗੱਲ ਜੋ ਤੁਹਾਡੇ ਵੱਲੋਂ ਸਪਸ਼ਟ ਕੀਤਾ ਗਿਆ ਸੀ, ਜੋ ਪਹਿਲਾਂ ਕੁਝ ਹਮਲੇ ਵਾਲੀਆਂ ਸਥਿਤੀਆਂ ਪੈਦਾ ਹੋਈਆਂ ਸੀ ਦਫ਼ਤਰ ਦੇ ਬਾਹਰ ਹੀ, ਹੁਣ ਅਪਡੇਟ ਕੀ ਹੈਗਾ ਤੁਹਾਡੇ ਵੱਲੋਂ ਕਾਰਵਾਈਆਂ ਦੇ ਵਿੱਚ? ਕਿ ਤੁਸੀਂ ਅੱਗੇ ਕੁਝ ਵਧੇ ਹੋਵੋਗੇ ਤਾਂ ਜੋ ਕਿ ਸੰਗਤਾਂ ਵੀ ਸ਼ਾਂਤ ਰਹਿਣ, ਧਰਨਾ ਵੀ ਉੱਠ ਜੇ, ਕੋਈ ਕਾਰਵਾਈ ਫੌਜਦਾਰੀ ਮਾਮਲੇ ਦੀ ਤੁਸੀਂ ਵੀ ਕੀਤੀ ਹੋਏਗੀ? ਦੇਖੋ ਬਿਲਕੁਲ ਕਾਰਵਾਈ ਹੋਵੇਗੀ, ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਜਿਹੜੇ ਵੀ ਇਸ ਤਰ੍ਹਾਂ ਦੇ ਕੋਈ ਵੀ ਜਿਹਨੇ ਇਹ ਕਾਰਵਾਈ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਦੇ ਨਾਲ, ਬੇਈਮਾਨੀ ਦੇ ਨਾਲ ਜਿਹੜੀ ਹੈ, ਲਾਲਚ ਦੇ ਪਾਸੋਂ ਕਿ ਸਾਰੀ ਕੀਤਾ, ਤੇ ਉਹਨਾਂ ਸਖਤ ਤੋਂ ਸਖਤ ਜਿਹੜੀ ਹੈ ਔਰ ਉਹਨਾਂ ਨੂੰ ਸਜ਼ਾ ਵੀ ਦਿੱਤੀ ਹੈ, ਟਰਮੀਨੇਟ ਵੀ ਕੀਤੇ ਨੇ, ਮੁਅੱਤਲ ਵੀ ਕੀਤਾ। ਇਹ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਨੇ ਵੀ ਕਿਹਾ ਕਿ ਜਿੰਨੀ ਵੀ ਸਖਤ ਤੋਂ ਵੱਡੀ ਤਾਂ ਸਾਡੀ ਅਕਾਲ ਤਖ਼ਤ ਸਾਹਿਬ ਹੈ, ਸਭ ਤੋਂ ਵੱਡੀ ਜਿਹੜੀ ਅਦਾਲਤ ਹੈ, ਉਹਨਾਂ ਨੇ ਵੀ ਕਿਹਾ ਕਿ ਇਸ ਦੀਆਂ ਸਖਤ ਸਜ਼ਾਵਾਂ ਦਿਓ। ਸੋ ਇਸ ਕਰਕੇ ਇਹ ਮਸਲਾ ਸਾਰਾ ਬੈਠ ਕੇ ਹੱਲ ਹੋ ਸਕਦਾ ਸੀ, ਲੇਕਿਨ ਇਹਨੇ ਮਨਸ਼ਾ ਨਹੀਂ ਸੀ ਇਸ ਗੱਲ ਦੀ। ਲੌਂਗੋਵਾਲ ਜੀ, ਤੁਹਾਡੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਫੌਜਦਾਰੀ ਮਾਮਲਿਆਂ ਦੀ ਗੱਲ ਕਹੀ ਗਈ ਸੀ ਕਿ ਉਹ ਹਲੇ ਹੋਣਗੇ ਜਾਂ ਨਹੀਂ? ਬਿਲਕੁਲ ਹੋਈ ਸੀ, ਪਰ ਉਸ ਤੋਂ ਬਾਅਦ ਤੁਹਾਡੇ ਵਰਗੇ ਜਿਹੜੇ ਸਵਿਰਦ ਲੋਕ ਸੀ, ਚੰਗੇ ਬੰਦੇ ਸੀ, ਜਥੇਬੰਦੀਆਂ ਵੱਲੋਂ ਸਾਨੂੰ ਆਇਆ ਵੀ ਤੁਸੀਂ ਨਾ ਇਹ ਪੁਲਿਸ ਨੇ ਹੁਣ ਤੱਕ ਕੋਈ ਇੱਕ ਵੀ ਮਸਲਾ ਹੱਲ ਨਹੀਂ ਕੀਤਾ। ਬਰਗਾੜੀ ਦਾ ਦੇਖ ਲਓ, 5-6 ਸਾਲ ਹੋ ਗਏ, ਅਜੇ ਤੱਕ ਕੀ ਮਸਲਾ ਹੱਲ ਹੋਇਆ? ਅੱਜ ਤੁਸੀਂ ਅਮਰਿੰਦਰ ਸਿੰਘ ਦੇ ਨੱਕ ਦੇ ਹੇਠਾਂ ਸਰੂਪ ਚੋਰੀ ਹੋ ਗਏ ਇਤਿਹਾਸਕ, ਉਹ ਕਲਿਆਣ ਪਿੰਡ ਦੇ ਵਿੱਚ ਅਜੇ ਤੱਕ ਕੋਈ ਮਸਲਾ ਨਹੀਂ ਪੁਲਿਸ ਨੇ ਕੀਤਾ। ਪੁਲਿਸ ਕੋਈ ਮਸਲਾ ਨਹੀਂ ਹੱਲ ਕਰਦੀ, ਪੁਲਿਸ ਹਮੇਸ਼ਾ ਮਸਲੇ ਨੂੰ ਜਿਹੜੇ ਉਲਝਾਉਂਦੀ ਹੈ। ਅਸੀਂ ਫੌਜਦਾਰੀ ਮਾਮਲੇ ਸਾਰੇ ਇਹਨਾਂ ਦੇ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ। ਲੌਂਗੋਵਾਲ ਸਾਹਿਬ, ਫੌਜਦਾਰੀ ਮਾਮਲੇ ਦਰਜ ਹੋਣਗੇ ਜਾਂ ਨਹੀਂ? ਬਿਲਕੁਲ ਬੈਠ ਕੇ ਵਿਚਾਰ ਕਰਾਂਗੇ, ਜੋ ਵੀ ਸਾਡੀ ਕੋਈ ਫੈਸਲਾ ਲੈਂਦੇ ਆ, ਸਾਡੀ ਅੰਤਰ ਕਮੇਟੀ ਬੈਠ ਕੇ ਫੈਸਲਾ ਲੈਂਦੇ ਆ, ਕੋਈ ਇਕੱਲਾ ਮੈਂ ਨਹੀਂ ਫੈਸਲੇ ਲੈਂਦਾ। ਜੋ ਅੰਤਰ ਕਮੇਟੀ ਦੇ ਵਿੱਚ ਫੈਸਲੇ ਹੁੰਦੇ ਨੇ ਉਹੀ ਲਾਗੂ ਹੁੰਦੇ ਨੇ ਜੀ। ਤੇ ਹੁਣ ਇਸ ਵੇਲੇ ਤੁਹਾਨੂੰ ਅੱਗੇ ਕੀ ਨਜ਼ਰ ਆਉਂਦਾ ਹੈ ਭਵਿੱਖ, ਕੀ ਇਹ ਧਰਨਾ ਉੱਠੇਗਾ ਜਾਂ ਨਹੀਂ? ਸੰਗਤਾਂ ਦੇ ਕਈ ਗਿਲੇ ਸ਼ਿਕਵੇ ਤੁਹਾਡੇ ਤੱਕ ਪਹੁੰਚ ਰਹੇ ਹੋਣਗੇ। ਧਰਨਾ ਨਹੀਂ ਚਾਹੁੰਦੇ, ਲੇਕਿਨ ਸਰਕਾਰ ਨਹੀਂ ਚਾਹੁੰਦੀ, ਪੰਜਾਬ ਦੀ ਸਰਕਾਰ ਨਹੀਂ ਚਾਹੁੰਦੀ, ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਨਹੀਂ ਚਾਹੁੰਦੀ ਕਿ ਇਹ ਧਰਨਾ ਉੱਠੇ। ਤੁਸੀਂ ਸਿੱਧੇ ਤਰੀਕੇ ਦੇ ਨਾਲ ਪੰਜਾਬ ਦੀ ਸਰਕਾਰ ਦੇ ਉੱਤੇ ਉਂਗਲ ਚੱਕ ਰਹੇ ਹੋ। ਬਿਲਕੁਲ ਇੱਕ ਪੁਲਿਸ ਵਾਲੇ ਆਪ ਧਰਨਾ ਲਵਾਉਂਦੇ ਨੇ, ਆਪਣੀ ਪ੍ਰੋਟੈਕਸ਼ਨ ਦੇ ਕੇ ਧਰਨਾ ਲਵਾ ਰਹੇ ਨੇ ਜੀ। ਇਹ ਪਹਿਲਾਂ ਵੀ ਉਹਨਾਂ ਨੇ ਲਵਾਇਆ, ਹੁਣ ਵੀ ਉਹਨਾਂ ਦੀ ਪੂਰੀ ਮਨਸ਼ਾ ਹੈ ਕਿ ਇਹ ਧਰਨਾ ਇਸ ਤਰ੍ਹਾਂ ਲੱਗਿਆ ਰਹੇ ਜੀ। ਹਾਂਜੀ ਜੀ, ਤੁਹਾਨੂੰ ਨਹੀਂ ਲੱਗਦਾ ਬਾਹਰ ਹੁਣ ਵਿਦੇਸ਼ਾਂ ਦੇ ਵਿੱਚ ਐਸਜੀਪੀਸੀ ਦੀ ਸਾਖ ਦੇ ਉੱਤੇ ਹੁਣ ਸਵਾਲ ਖੜੇ ਹੋਣਗੇ? ਫੋਨ ਕੱਟ ਦਿੱਤਾ, ਭਾਵੇਂ ਉਹਨਾਂ ਦੇ ਪੀਏ ਨੇ, ਭਾਵੇਂ ਲੌਂਗੋਵਾਲ ਸਾਹਿਬ ਨੇ। ਦਰਸ਼ਕਾਂ ਨੂੰ ਅਸੀਂ ਦੱਸ ਦਈਏ, ਲੌਂਗੋਵਾਲ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਫੋਨ ਲਾਈਨ ਦੇ ਉੱਤੇ ਜੁੜੇ ਸੀ, ਕਹਿ ਲਈਏ ਮਸਾਂ ਹੀ ਜੁੜੇ ਸੀ। ਉਹਨਾਂ ਨੇ ਆਪਣੀ ਗੱਲ ਸਪਸ਼ਟ ਨਹੀਂ ਕੀਤੀ ਕਿ ਜੀ ਹਾਂ ਫੌਜਦਾਰੀ ਮੁਕੱਦਮੇ ਦਰਜ ਹੋਣਗੇ ਜਾਂ ਨਹੀਂ। ਸਿੱਧੇ ਸਵਾਲ ਦੇ ਉੱਤੇ ਉਹਨਾਂ ਨੇ ਗੋਲਮੋਲ ਜਵਾਬ ਦਿੱਤਾ ਕਿ ਜੀ ਬਹਿ ਕੇ ਗੱਲ ਕਰ ਲੈਣ ਤਾਂ ਹੱਲ ਹੋ ਜਾਣਗੇ ਮਸਲੇ। ਲੇਕਿਨ ਅਜਿਹੇ ਕਿਹੜੇ ਮਸਲੇ ਨੇ, ਕਿਹੜੀ ਜ਼ਮੀਨ ਦਾ, ਕਿਹੜੀ ਜਾਇਦਾਦ ਦਾ ਅਜਿਹਾ ਮਸਲਾ ਹੈਗਾ ਜਿਸ ਨੂੰ ਹਲੇ ਤਲਵਾਰਾਂ ਦੇ ਜ਼ੋਰ ਦੇ ਉੱਤੇ ਵੀ ਹੱਲ ਕਰਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ? ਹਲੇ ਤਾਂ ਇਹ ਰੱਬ ਦਾ ਅਸੀਂ ਸ਼ੁਕਰ ਮਨਾਈਏ, ਕਿਸੇ ਪ੍ਰਾਪਰਟੀ ਦਾ, ਕਿਸੇ ਕਹਿ ਲਈਏ ਵੱਡੀ ਜ਼ਮੀਨ ਦਾ ਐਸਜੀਪੀਸੀ ਦੇ ਕੋਈ ਅਜਿਹਾ ਮੁਕੱਦਮਾ ਨਹੀਂ ਸੀ, ਕੋਈ ਅਜਿਹਾ ਘਪਲਾ ਨਹੀਂ ਸੀ ਜਿਸ ਦੇ ਉੱਤੇ ਇਹ ਸਭ ਕੁਝ ਹੋ ਰਿਹਾ। ਮੁੱਦਾ ਸਿਰਫ ਇੰਨਾ
ਕਿ ਜੇਕਰ 328 ਸਰੂਪਾਂ ਦੇ ਉੱਤੇ ਕੋਈ ਸਪਸ਼ਟੀਕਰਨ ਐਸਜੀਪੀਸੀ ਦੇ ਰਹੀ ਸੀ, ਉਸ ਦੇ ਉੱਤੇ ਮੁੜ ਤੋਂ ਅਸੀਂ ਕਹਿ ਰਹੇ ਹਾਂ ਕਿ ਜੋ ਤੁਸੀਂ ਕਿਹਾ ਉਹ ਕਾਰਵਾਈ ਤਾਂ ਕਰੋ। ਉਹ ਹੁਣ ਕਾਰਵਾਈ ਕਿਉਂ ਨਹੀਂ ਹੋ ਰਹੀ, ਇਹ ਹੁਣ ਪ੍ਰਧਾਨ ਸਾਹਿਬ ਨਾ ਸਪਸ਼ਟ ਕਰ ਸਕੇ ਨੇ। ਹੁਣ ਇਹ ਪਤਾ ਲੱਗੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਕਰ ਪਾਉਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਕਹਿ ਲਈਏ ਚਾਰੇ ਪਾਸਿਓਂ ਘਿਰ ਰਹੀ ਹੈ। ਸੰਗਤਾਂ ਨੇ ਸਵਾਲ ਕੀਤੇ, ਧਰਨੇ ਲੱਗੇ, ਧਰਨਾਕਾਰੀਆਂ ਨੂੰ ਉੱਥੋਂ ਦੀ ਖਦੇੜਨ ਦੀ ਕੋਸ਼ਿਸ਼। ਅੱਜ 40 ਦਿਨਾਂ ਬਾਅਦ ਮੁੜ ਤੋਂ ਅਜਿਹਾ ਹੋਣਾ, ਇਹ ਸਭ ਕੁਝ ਇੱਕ ਟਾਈਮ ਲੈਪਸ ਦੇ ਵਿੱਚ ਹੋ ਰਿਹਾ। ਤੁਹਾਨੂੰ ਚੇਤੇ ਹੋਏਗਾ ਜਿਸ ਵੇਲੇ ਧਰਨਾ ਸ਼ੁਰੂ ਹੋਇਆ ਉਸ ਤੋਂ ਤੁਰੰਤ ਬਾਅਦ ਕਿਸਾਨੀ ਮੋਰਚਾ ਸ਼ੁਰੂ ਹੋ ਗਿਆ। ਪੂਰਾ ਅਟਰੈਕਸ਼ਨ ਮੀਡੀਆ ਦਾ ਇਸ ਧਰਨੇ ਤੋਂ ਹਟ ਕੇ ਕਿਸਾਨਾਂ ਵੱਲ ਆ ਗਿਆ। ਹੁਣ ਕਿਸਾਨਾਂ ਦੇ ਮੋਰਚੇ ਦੇ ਉੱਤੇ ਤਾਂ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਜੋ ਕਦਮ ਚੁੱਕਣੇ ਸੀ ਉਹ ਚੁੱਕਤੇ। ਹੁਣ ਉਹਨਾਂ ਮੁੱਦਿਆਂ ਦੇ ਉੱਤੇ ਸਾਰੀਆਂ ਪਾਰਟੀਆਂ, ਇਹ ਕਹਿ ਲਈਏ ਸ਼੍ਰੋਮਣੀ ਅਕਾਲੀ ਦਲ ਵੀ ਕਹਿੰਦੇ ਜੀ ਅਸੀਂ ਸਰਕਾਰ ਤੋਂ ਸੰਤੁਸ਼ਟ ਨਹੀਂ। ਹੁਣ ਜੇਕਰ ਸੰਤੁਸ਼ਟ ਨਹੀਂ ਤਾਂ ਸਾਡੇ ਹੱਥ ਦੇ ਵਿੱਚ ਇਸ ਵੇਲੇ ਕੋਈ ਚੀਜ਼ ਨਹੀਂ, ਤਾਂ ਹੁਣ ਮੁੜ ਤੋਂ ਸੁਰਖੀਆਂ ਦੇ ਵਿੱਚ ਲਿਆਉਣ ਨੂੰ ਇਸ ਧਰਨੇ ਨੂੰ ਇਹ ਕੋਸ਼ਿਸ਼ ਕੀਤੀ ਗਈ। ਭਾਵੇਂ ਲੌਂਗੋਵਾਲ ਸਾਹਿਬ ਇਹ ਕਹਿ ਕੇ ਗਏ ਨੇ ਕਿ ਜੀ ਕਾਂਗਰਸ ਕਰ ਰਹੀ ਹੈ ਕੋਸ਼ਿਸ਼। ਸਾਡੇ ਕੋਲ ਪ੍ਰਿਤਪਾਲ ਸਿੰਘ ਬੱਲੀਵਾਲੀ ਹੋਣਾ ਦਾ ਇੱਕ ਬਿਆਨ ਸਾਡੇ ਕੋਲ ਰੈਡੀ ਹੈ, ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਉਹ ਕੀ ਕੁਝ ਕਹਿ ਰਹੇ ਨੇ। ਲੌਂਗੋਵਾਲ ਸਾਹਿਬ ਨੇ ਕਾਂਗਰਸ ਤੇ ਬਿਆਨ ਲਾਏ ਨੇ, ਇਲਜ਼ਾਮ ਲਾਏ ਨੇ, ਤੇ ਹੁਣ ਕਾਂਗਰਸ ਇਸ ਦੇ ਉੱਤੇ ਕੀ ਕੁਝ ਕਹਿ ਰਹੀ ਹੈ। ਸਾਡੇ ਕੋਲ ਇੱਕ ਕਲਿੱਪ ਰੈਡੀ ਹੈ, ਆਓ ਉਹ ਸੁਣਦੇ ਹਾਂ ਤੇ ਉਸ ਤੋਂ ਬਾਅਦ ਅੱਗੇ ਵਧਾਂਗੇ। ਅੱਜ ਜੋ ਸਿੱਖ ਜਥੇਬੰਦੀਆਂ ਉੱਪਰ ਸ਼੍ਰੋਮਣੀ ਕਮੇਟੀ ਦੇ ਗੁੰਡਾ ਸਟਾਫ ਨੇ ਕਾਰਵਾਈ ਕੀਤੀ ਹੈ, ਉਹਦੀ ਜਿੰਨੀ ਵੱਧ ਤੋਂ ਵੱਧ ਨਿੰਦਾ ਕੀਤੀ ਜਾ ਸਕੇ ਉਨੀ ਘੱਟ ਹੈ। 40 ਦਿਨਾਂ ਤੋਂ ਧਰਨੇ ਤੇ ਬੈਠੇ ਨੇ, ਕਾਹਦੇ ਲਈ ਕਿ 328 ਸਰੂਪ ਜਿਹੜੇ ਇਹਨਾਂ ਨੇ ਵੇਚਤੇ, ਗੁਰੂ ਸਾਹਿਬ ਨੂੰ ਵੇਚਤਾ। ਉਹਦਾ ਹਿਸਾਬ ਪੁੱਛਦੇ ਆ, ਕਿਹੜੇ ਪਿੰਡ ਗਏ ਨੇ ਗੁਰੂ ਸਾਹਿਬ, ਉਹਦੇ ਬਾਰੇ ਪੁੱਛਦੇ ਆ, ਕਿਹੜੇ ਸਰਪੰਚ ਦੇ ਸਾਈਨ ਨਾਲ ਗਏ ਆ, ਕਿਹੜੇ ਤੁਹਾਡੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਸਾਈਨ ਨਾਲ ਗਏ ਆ, ਕਿਹੜਾ ਨੰਬਰਦਾਰ ਸਾਈਨ ਕਰਕੇ ਗਿਆ, ਜਿਹੜਾ ਪ੍ਰਚਾਰਕ ਕਰਕੇ ਗਿਆ। ਉਹਦਾ ਹਿਸਾਬ ਪੁੱਛਣ ਲਈ ਉੱਥੇ ਬੈਠੇ ਨੇ ਤੇ ਉਹਨਾਂ ਨਾਲ ਕੀ ਕੀਤਾ ਗਿਆ, ਡਾਂਗਾਂ ਮਾਰੀਆਂ ਗਈਆਂ, ਕੁੱਟਿਆ ਗਿਆ। ਮੈਨੂੰ ਲੱਗਦਾ ਹੈ ਕਿ ਜਿਵੇਂ 100 ਸਾਲ ਬਾਅਦ ਮਹਾਮਾਰੀ ਆਈ ਹੈ ਮੁੜ ਕੇ, ਉਵੇਂ 100 ਸਾਲ ਬਾਅਦ ਸ਼੍ਰੋਮਣੀ ਕਮੇਟੀ ਦੇ ਹੋਣ ਲੱਗੇ ਨੇ ਤੇ ਇਹਨਾਂ ਦੇ ਅੰਦਰ ਵੀ ਮਸੰਦਾਂ ਦੀਆਂ ਰੂਹਾਂ ਆ ਗਈਆਂ ਨੇ ਤੇ ਇਹ ਜਿਹਾ ਕੰਮ ਕਰਨ ਲੱਗਿਆ। ਜਿਹੜਾ ਸੌਦਾ ਸਾਧਾ ਚੇਲਾ ਬੈਠਾ ਪ੍ਰਧਾਨ ਬਣ ਕੇ, ਉਹਨੂੰ ਜਵਾਬ ਦੇਣਾ ਚਾਹੀਦਾ। ਆਰਐਸਐਸ ਦੇ ਚੇਲੇ ਬਾਦਲ ਦਲੀਏ, ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਹ ਕੁਝ ਹੋਊਗਾ। ਬੰਗਾਲ ਤਾਂ ਚਲੇ ਗਏ ਹੋ, ਇੱਥੇ ਕੀ ਕਰਦੇ ਪਏ ਹੋ, ਪੰਜਾਬ ਦੇ ਵਿੱਚ ਕੀ ਕਰਦੇ ਪਏ ਹੋ, ਇਹਦਾ ਹਿਸਾਬ ਮੰਗਦੀ ਹੈ ਸਿੱਖ ਸੰਗਤ। ਤੇ ਮੈਂ ਬੇਨਤੀ ਕਰਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ, ਖਾਲਿਸਤਾਨ ਤੇ ਬਿਆਨ ਦੇਣ ਤਾਂ ਮਿੰਟ ਤੋਂ ਪਹਿਲਾਂ ਆ ਜਾਂਦੇ ਹੋ, ਅੱਜ ਸਿੱਖ ਸੰਗਤ ਨਾਲ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜੋ ਹੋਈ ਹੈ ਘਟਨਾ, ਉਹਦੇ ਬਾਰੇ ਵੀ ਬੋਲ ਲਓ, ਟਾਲੋ ਇਹਨਾਂ ਨੂੰ, ਤੇ ਤਾਂ ਜੋ ਸਿੱਖ ਸੰਗਤ ਨੂੰ ਇਨਸਾਫ ਮਿਲ ਪਾਏ। ਧੰਨਵਾਦ। ਅੱਜ ਜੋ ਸਿੱਖ ਜਥੇਬੰਦੀਆਂ ਉੱਪਰ ਸ਼੍ਰੋਮਣੀ ਕਮੇਟੀ ਦੇ ਗੁੰਡਾ ਸਟਾਫ ਨੇ ਕਾਰਵਾਈ ਕੀਤੀ ਹੈ, ਉਹਦੀ ਜਿੰਨੀ ਵੱਧ ਤੋਂ ਵੱਧ ਨਿੰਦਾ ਕੀਤੀ ਜਾ ਸਕੇ ਉਨੀ ਘੱਟ ਹੈ। 40 ਦਿਨਾਂ ਤੋਂ ਧਰਨੇ ਤੇ ਬੈਠੇ ਨੇ, ਕਾਹਦੇ ਲਈ ਕਿ 328 ਸਰੂਪ ਜਿਹੜੇ ਇਹਨਾਂ ਨੇ ਵੇਚਤੇ, ਗੁਰੂ ਸਾਹਿਬ ਨੂੰ ਵੇਚਤਾ। ਉਹਦਾ ਹਿਸਾਬ ਪੁੱਛਦੇ ਆ, ਕਿਹੜੇ ਪਿੰਡ ਗਏ ਨੇ ਗੁਰੂ ਸਾਹਿਬ, ਉਹਦੇ ਬਾਰੇ ਪੁੱਛਦੇ ਆ, ਕਿਹੜੇ ਸਰਪੰਚ ਦੇ ਸਾਈਨ ਨਾਲ ਗਏ ਆ, ਕਿਹੜੇ ਤੁਹਾਡੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਸਾਈਨ ਨਾਲ ਗਏ ਆ, ਕਿਹੜਾ ਨੰਬਰਦਾਰ ਸਾਈਨ ਕਰਕੇ ਗਿਆ, ਜਿਹੜਾ ਪ੍ਰਚਾਰਕ ਕਰਕੇ ਗਿਆ। ਉਹਦਾ ਹਿਸਾਬ ਪੁੱਛਣ ਲਈ ਉੱਥੇ ਬੈਠੇ ਨੇ ਤੇ ਉਹਨਾਂ ਨਾਲ ਕੀ ਕੀਤਾ ਗਿਆ, ਡਾਂਗਾਂ ਮਾਰੀਆਂ ਗਈਆਂ, ਕੁੱਟਿਆ ਗਿਆ। ਮੈਨੂੰ ਲੱਗਦਾ ਹੈ ਕਿ ਜਿਵੇਂ 100 ਸਾਲ ਬਾਅਦ ਮਹਾਮਾਰੀ ਆਈ ਹੈ ਮੁੜ ਕੇ, ਉਵੇਂ 100 ਸਾਲ ਬਾਅਦ ਸ਼੍ਰੋਮਣੀ ਕਮੇਟੀ ਦੇ ਹੋਣ ਲੱਗੇ ਨੇ ਤੇ ਇਹਨਾਂ ਦੇ ਅੰਦਰ ਵੀ ਮਸੰਦਾਂ ਦੀਆਂ ਰੂਹਾਂ ਆ ਗਈਆਂ ਨੇ ਤੇ ਇਹ ਜਿਹਾ ਕੰਮ ਕਰਨ ਲੱਗਿਆ। ਜਿਹੜਾ ਸੌਦਾ ਸਾਧਾ ਚੇਲਾ ਬੈਠਾ ਪ੍ਰਧਾਨ ਬਣ ਕੇ, ਉਹਨੂੰ ਕਾਂਗਰਸੀ ਆਗੂ ਦਾ ਤੁਸੀਂ ਬਿਆਨ ਸੁਣਿਆ, ਲੇਕਿਨ ਅਸੀਂ ਅਪੀਲ ਕਰਦੇ ਹਾਂ ਜੋ ਦਰਸ਼ਕ, ਜੋ ਸਾਡੇ ਸੰਗਤਾਂ ਦਰਬਾਰ ਸਾਹਿਬ ਜਾਣਾ ਚਾਹੁੰਦੀਆਂ ਨੇ ਉਹ ਜ਼ਰੂਰ ਜਾਣ। ਅਜਿਹੇ ਹੱਲਿਆਂ ਤੋਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਇਹਨਾਂ ਪਲਾਨਸ ਨੂੰ ਕੈਂਸਲ ਨਹੀਂ ਕਰਨਾ। ਦਰਸ਼ਕਾਂ ਨੇ ਜੋ ਹੁਣ ਤੱਕ ਅਕਾਲ ਚੈਨਲ ਦੇ ਉੱਤੇ ਇਹਨਾਂ ਸਾਰੇ ਬਿਆਨਾਂ ਨੂੰ ਸੁਣਿਆ, ਲੌਂਗੋਵਾਲ ਸਾਹਿਬ ਜੋ ਕੁਝ ਕਹਿ ਕੇ ਗਏ ਨੇ, ਕਾਂਗਰਸ ਨੇ ਆਪਣਾ ਜੋ ਪੱਖ ਹੁਣ ਤੱਕ ਸਾਹਮਣੇ ਰੱਖਿਆ, ਇਸ ਤੋਂ ਇਲਾਵਾ ਜੋ ਸਿੱਖ ਸੰਗਤ ਉੱਥੇ ਪਹੁੰਚ ਰਹੀ ਹੋਏਗੀ ਉਹਨਾਂ ਦੇ ਜ਼ਿਹਨ ਦੇ ਵਿੱਚ ਕਿਹੋ ਜਿਹੀ ਤਸਵੀਰ ਬਣ ਰਹੀ ਹੋਏਗੀ, ਕਿਉਂਕਿ ਇਹ ਸਭ ਚੀਜ਼ਾਂ ਤੁਸੀਂ ਭਾਵੇਂ ਸੋਸ਼ਲ ਮੀਡੀਆ ਦੇ ਉੱਤੇ, ਆਪਣੇ ਘਰਾਂ ਦੇ ਵਿੱਚ, ਟੈਲੀਵਿਜ਼ਨ ਦੇ ਉੱਤੇ ਬੈਠ ਕੇ ਤਾਂ ਵੇਖ ਰਹੇ ਹੋ, ਲੇਕਿਨ ਤੁਸੀਂ ਆਪ ਸੋਚ ਕੇ ਵੇਖੋ, ਆਪ ਮਹਿਸੂਸ ਕਰਕੇ ਵੇਖੋ, ਜੋ ਸੰਗਤ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਗਈ ਹੋਏਗੀ, ਉਹਨਾਂ ਦੇ ਲਈ ਕਿਸ ਤਰੀਕੇ ਦਾ ਦਹਿਸ਼ਤ ਦਾ ਮਾਹੌਲ ਉੱਥੇ ਅਜਿਹੀਆਂ ਸਥਿਤੀਆਂ ਕਾਰਨ ਪੈਦਾ ਹੋਇਆ ਹੋਏਗਾ। ਅਸੀਂ ਮੰਨਦੇ ਹਾਂ ਕਿ ਜਿਸ ਵੇਲੇ ਅਸੀਂ ਦਰਬਾਰ ਸਾਹਿਬ ਜਾਈਏ, ਨਤਮਸਤਕ ਹੋਈਏ, ਸਾਡਾ ਮਨ ਆਸਥਾ ਦੇ ਨਾਲ ਭਰਿਆ ਹੁੰਦਾ ਹੈ, ਅਸੀਂ ਭਾਵੁਕ ਵੀ ਹੋ ਜਾਂਦੇ ਹਾਂ, ਲੇਕਿਨ ਅਜਿਹੇ ਤਸਵੀਰਾਂ ਸਾਡੇ ਮਨ ਦੇ ਵਿੱਚ ਇਹ ਸਵਾਲ ਖੜੀਆਂ ਕਰ ਦਿੰਦੀਆਂ ਨੇ ਕਿ ਬਾਹਰਲੀਆਂ ਤਾਂ ਤਾਕਤਾਂ ਸੀ ਇੱਕ ਸਮੇਂ ਦੇ ਉੱਤੇ, ਜਿਨ੍ਹਾਂ ਨੇ ਭਾਵੇਂ ਕੋਸ਼ਿਸ਼ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਕੀਤੀਆਂ ਹੋਣ ਕਿ ਤੋੜਿਆ ਜਾਏ ਇਹਨਾਂ ਨੂੰ,
ਲੇਕਿਨ ਕੀ ਅਸੀਂ ਆਪਸ ਦੇ ਵਿੱਚ ਵੀ ਕਈ ਮਸਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀ ਕਰ ਨਹੀਂ ਸਕਦੇ? ਕਿ ਇਹ ਸਾਡਾ ਹੱਕ ਨਹੀਂ ਕਿ ਅਸੀਂ ਸਵਾਲ ਕਰ ਸਕੀਏ? ਕਿ ਸਾਡਾ ਹੱਕ ਨਹੀਂ ਕਿ ਅਸੀਂ ਧਰਨਾ ਦੇ ਕੇ ਬੈਠ ਸਕੀਏ? ਇੱਥੇ ਗਲਤੀ ਭਾਵੇਂ ਐਸਜੀਪੀਸੀ ਦੀ ਟਾਸਕ ਫੋਰਸ ਦੀ ਹੋਵੇ, ਭਾਵੇਂ ਧਰਨੇ ਦੇ ਉੱਤੇ ਬੈਠੇ ਸਤਕਾਰ ਕਮੇਟੀ ਦੀ। ਜੇਕਰ ਕਾਰਵਾਈ ਦੀ ਅੱਗੇ ਗੱਲ ਹੁੰਦੀ ਹੈ ਤਾਂ ਕਾਰਵਾਈ ਸਖਤ ਦੋਹਾਂ ਧਿਰਾਂ ਦੇ ਉੱਤੇ ਹੋਣੀ ਚਾਹੀਦੀ ਹੈ, ਕਿਉਂਕਿ ਜ਼ਿੰਮੇਵਾਰੀ ਜਿਨ੍ਹਾਂ ਨੇ ਧਰਨਾ ਲਾਇਆ ਉਹਨਾਂ ਦੀ ਵੀ ਪੂਰੀ ਬਣਦੀ ਹੈ ਅਤੇ ਕਾਰਵਾਈ ਉਹਨਾਂ ਦੇ ਉੱਤੇ ਵੀ, ਜ਼ਿੰਮੇਵਾਰੀ ਉਹਨਾਂ ਦੀ ਵੀ ਬਣਦੀ ਹੈ ਜਿਨ੍ਹਾਂ ਦੇ ਬੂਹੇ ਦੇ ਉੱਤੇ ਧਰਨਾ ਲੱਗਾ ਹੈ। ਕਿੰਨੀ ਕੁ ਸੰਗਤ ਹੋਏਗੀ ਉੱਥੇ? 50, 100, 200? ਇਸ ਤੋਂ ਵੱਧ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਨਹੀਂ ਰਿਹਾ। ਬਾਅਦ ਦੇ ਵਿੱਚ ਤਮਾਸ਼ਾ ਦੇਖਣ ਦੇ ਲਈ ਭਾਵੇਂ ਹਜ਼ਾਰਾਂ ਲੋਕ ਇਕੱਠੇ ਹੋ ਗਏ ਹੋਣ, ਲੇਕਿਨ ਇਸ ਵੇਲੇ ਤਲਵਾਰ ਇੱਕ ਪਾਸਿਓਂ ਨਹੀਂ ਦੋਹਾਂ ਪਾਸਿਓਂ ਚੱਲਦੀ ਹੋਈ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ। ਲੇਕਿਨ ਜਿਸ ਨੇ ਪਹਿਲਾਂ ਵਾਰ ਕੀਤਾ, ਕਾਰਵਾਈ ਪਹਿਲਾਂ ਉਸ ਦੇ ਉੱਤੇ ਹੀ ਹੋਣੀ ਚਾਹੀਦੀ ਹੈ। ਬੜੇ ਹੀ ਭਾਵੁਕ ਮਨ ਦੇ ਨਾਲ ਲੌਂਗੋਵਾਲ ਸਾਹਿਬ ਕਹਿ ਗਏ ਕਿ ਹਾਏ ਉਹਨਾਂ ਨੇ ਸਾਡੇ ਬੂਹੇ ਦੇ ਉੱਤੇ ਤਾਲਾ ਲਾ ਦਿੱਤਾ, ਨਾ ਤੁਹਾਨੂੰ ਅੰਦਰ ਡੱਕ ਦਿੱਤਾ, ਨਾ ਤੁਹਾਨੂੰ ਕਿਡਨੈਪ ਕਰ ਲਿੱਤਾ। ਜਿਹੜਾ ਅੰਦਰ ਤੁਸੀਂ ਬੈਠ ਕੇ ਫੈਸਲੇ ਲੈ ਸਕਦੇ ਹੋ, ਅਜਿਹੇ ਕਿਹੜੀਆਂ ਕੰਧਾਂ ਨੇ ਕਿ ਤੁਸੀਂ ਉਹਨਾਂ ਤੋਂ ਬਾਹਰ ਆ ਕੇ ਸੰਗਤ ਦੇ ਵਿੱਚ ਬੈਠ ਕੇ ਫੈਸਲਾ ਨਹੀਂ ਲੈ ਸਕਦੇ? ਕੱਲ ਨੂੰ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਦੀਆਂ ਚੋਣਾਂ ਦੇ ਵਿੱਚ ਮੌਕਾ ਮਿਲ ਜੇ ਲੌਂਗੋਵਾਲ ਸਾਹਿਬ ਨੂੰ, ਲਾ ਦੇਣਗੇ ਪੂਰੀ ਵਾਹ, ਬਹਿਣਗੇ ਪਿੰਡਾਂ ਦੇ ਵਿੱਚ, ਘਰ ਘਰ ਦੇ ਵਿੱਚ ਮਸਲੇ ਹੱਲ ਕਰਨ ਦਾ ਵਾਅਦਾ ਦਿੱਤਾ ਜਾਏਗਾ। ਤੇ ਅਜਿਹੇ ਮਸਲੇ ਕਿਉਂ ਨਹੀਂ ਸੰਗਤ ਦੇ ਵਿੱਚ ਬੈਠ ਕੇ ਹੱਲ ਕੀਤੇ ਜਾਂਦੇ? ਕਿਉਂ? ਸਵਾਲ ਇਹੀ ਹੈ, ਕਿਉਂ? ਜਿਸ ਦਾ ਜਵਾਬ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਤੋਂ ਲਈਏ, ਲੇਕਿਨ ਉਹਨਾਂ ਦੇ ਕੋਲ ਜੋ ਜਵਾਬ ਸੀ ਉਹ ਬਾਖੂਬੀ ਦੇ ਕੇ ਗਏ ਨੇ। ਦਰਸ਼ਕਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ, ਜੋ ਦਰਸ਼ਕ ਜੁੜੇ ਨੇ ਅਕਾਲ ਚੈਨਲ ਦੇ ਨਾਲ, ਇਸ ਪ੍ਰੋਗਰਾਮ ਦਾ ਮਕਸਦ ਸਿਰਫ ਇੱਕੋ ਹੀ ਹੈ, ਜੋ ਘਟਨਾ ਵਾਪਰੀ ਉਸ ਦੀ ਜਾਣਕਾਰੀ ਦਈਏ ਅਤੇ ਜੇਕਰ ਗਲਤੀ ਜਿਸ ਦੀ ਪਹਿਲਾਂ ਹੋਏ ਉਸ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਅਜਿਹੇ ਧਰਨਿਆਂ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਜੋ ਕੁਝ ਧਿਰ, ਜੋ ਕੁਝ ਸੰਸਥਾ ਲੱਗੀ ਹੋਈ ਹੈ, ਉਸਨੇ ਸਾਡੇ ਲਈ ਕੁਝ ਕਰਨਾ ਨਹੀਂ, ਉਸਨੇ ਧਰਨੇ ਦੇ ਵਿੱਚ ਬੈਠੀ ਸੰਗਤਾਂ ਦੇ ਹੱਕ ਦੇ ਵਿੱਚ ਕਦੇ ਭੁਗਤਣਾ ਨਹੀਂ। ਸਵਾਲ ਕਰਨਾ ਇੱਥੇ ਗਲਤ ਕਦ ਤੋਂ ਹੋ ਗਿਆ, ਇਹ ਵੀ ਜਾਣਨ ਦੀ ਕੋਸ਼ਿਸ਼ ਸਮੇਂ-ਸਮੇਂ ਦੇ ਉੱਤੇ ਕੀਤੀ ਜਾਂਦੀ ਹੈ। ਕਲਿੱਪ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਹਾਂ, ਜਿਸ ਦੇ ਵਿੱਚ ਇੱਕ ਨਿਹੰਗ ਸਿੰਘ ਨੇ ਸਾਫ਼ ਤੌਰ ਦੇ ਉੱਤੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਾਡੇ ਉੱਤੇ ਹਮਲਾ ਕਰ ਦਿੱਤਾ ਗਿਆ। ਤਸਵੀਰਾਂ ਉਸ ਵੇਲੇ ਤਾਂ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ ਕਿ ਜੀ ਦੇਖੋ ਧਰਨੇ ਦੇ ਵਿੱਚ ਬੈਠੇ ਇਹਨਾਂ ਲੋਕਾਂ ਨੇ ਹਮਲਾ ਕੀਤਾ, ਲੇਕਿਨ ਜਿਨ੍ਹਾਂ ਨੇ ਤਲਵਾਰਾਂ ਟਾਸਕ ਫੋਰਸ ਵਾਲੇ ਪਾਸਿਓਂ ਵੀ ਚੱਕੀਆਂ ਉਹਨਾਂ ਨੇ ਤਾਂ ਪੂਰਨ ਤਰੀਕੇ ਦੇ ਨਾਲ ਫੇਸ ਢੱਕੇ ਹੋਏ ਸੀ। ਉਹ ਕੀ ਐਸਜੀਪੀਸੀ ਅੱਗੇ ਕਰੇਗੀ ਮੁਲਾਜ਼ਮ ਕਿ ਜੀ ਸਾਡੇ ਬੰਦਿਆਂ ਨੇ ਇਹਨਾਂ ਨੇ ਤਲਵਾਰਾਂ ਕੱਢੀਆਂ ਸੀ? ਆਪਣੇ ਬਚਾਅ ਦੇ ਲਈ ਅਸੀਂ ਆਪ ਸક્ષਮ ਹੋਈਏ। ਬਚਾਅ ਹਮੇਸ਼ਾ ਵਾਰ ਦੇ ਨਾਲ ਨਹੀਂ, ਇੱਕ ਰਣਨੀਤੀ ਦੇ ਨਾਲ ਵੀ ਕੀਤਾ ਜਾ ਸਕਦਾ ਹੈ। ਬਸ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਜੋ ਅਸੀਂ ਹੁਣ ਤੱਕ ਸਮਝੇ ਨਹੀਂ ਹਾਂ। ਇੱਕ ਕਲਿੱਪ ਤੁਹਾਨੂੰ ਦੁਬਾਰਾ ਵਿਖਾ ਦਿੰਦੇ ਹਾਂ, ਉਸ ਤੋਂ ਬਾਅਦ ਮੁੜ ਤੋਂ ਹਾਜ਼ਰ ਹੋਵਾਂਗੇ। ਸਾਰਾ ਮੋਰਚਾ ਖਰਾਬ ਕਰਤਾ, ਮਾਰ ਡਾਂਗਾ, ਕੱਲੇ ਸਿੰਘ ਦੀਆਂ ਲੱਤਾਂ ਤੋੜੀਆਂ ਸ਼੍ਰੋਮਣੀ ਕਮੇਟੀ ਨੇ। ਅੱਜ ਕਿੱਦਾਂ ਮਰ ਗਿਆ ਪੰਥ? ਬਾਬਾ ਜੀ ਹੋਇਆ ਕੀ ਸੀ? ਆਵਾਜ਼ ਕਿੱਥੋਂ ਹੋਈ ਸੀ? ਕੋਈ ਗੱਲ ਨਹੀਂ ਹੋਈ ਹੈਗੀ, ਕੋਈ ਗੱਲ ਨਹੀਂ ਹੋਈ। ਇੱਕ ਮਿੰਟ ਸਾਈਡ ਤੇ ਹੋ ਜਾ ਭਾਈ, ਇੱਕ ਮਿੰਟ ਵੀਰ ਤੂੰ ਹੁਣ ਸਾਈਡ ਤੇ ਹੋ ਜਾ। ਬਸ ਉਹਨਾਂ ਕੀ ਸੀਗਾ ਭਾਈ ਸਾਹਿਬ? ਹਾਂਜੀ ਬਾਬਾ ਅਸੀਂ ਜੀ, ਇਸ ਮੋਰਚੇ ਦੇ ਵਿੱਚ ਕਈ ਦਿਨਾਂ ਤੋਂ ਬੈਠੇ ਆ। ਇੱਧਰ ਨੂੰ ਘੁੰਮ ਜਾਈਏ, ਇੱਧਰ ਨੂੰ ਘੁੰਮ ਜਾਈਏ, ਲਾਈਟ ਆਉਂਦੀ। ਹਾਂਜੀ ਬਾਬਾ ਜੀ, ਕੀ ਗੱਲ ਕੀ ਹੋਈ ਸੀ? ਕਿਉਂ ਤਕਰਾਰ ਹੋਈ? ਕੀ ਗੱਲ ਕੋਈ ਹੋਈ ਸੀ? ਭਾਈ ਸੁਖਦੇਵ ਖੋਸੇ ਸਾਹਿਬ ਨੇ ਇੱਥੇ ਬਹਿ ਗਿਆ, ਉਹਨੂੰ ਚੱਕ ਕੇ ਇਹ ਅੰਦਰ ਲੈ ਗਏ। ਚਲੋ ਜੇ ਉਹਦਾ ਖੋਸਾ ਸਾਹਿਬ ਦਾ ਕੋਈ ਕਸੂਰ ਸੀ, ਉਹਨਾਂ ਬਹਿ ਕੇ ਨਾਲ ਗੱਲ ਕਰਦੇ। ਆ ਜਿਹੜੇ ਇੱਥੇ 328 ਸਰੂਪਾਂ ਦਾ ਇੱਥੇ ਤੁਸੀਂ ਦੇਖੋ ਕੀ ਹਾਲ ਕਰਤਾ। ਕੋਈ ਦਰੀ ਨਹੀਂ ਛੱਡੀ ਇਹਨਾਂ ਨੇ, ਕੁਛ ਨਹੀਂ ਛੱਡਿਆ ਹੈਗਾ। ਸਾਰਿਆਂ ਨੇ ਇਹਨਾਂ ਨੇ ਬਹੁਤ ਗਲਤ ਕਰਿਆ, ਕੱਲੇ ਨੇ ਟਾਂਗਾ ਫੇਰੀਆਂ, ਲੱਤਾਂ ਭੰਨੀਆਂ ਨੇ। ਸਾਰਿਆਂ ਨੂੰ ਅੰਦਰ ਜਾਣ ਦਾ ਕੀ ਮਕਸਦ? ਅੰਦਰ ਕੀ ਇਹ ਸ਼੍ਰੋਮਣੀ ਕਮੇਟੀ ਜਵਾਬ ਦੇਵੇ, ਇਹ ਟਾਸਕ ਫੋਰਸ ਜਵਾਬ ਦੇਵੇ। ਅੱਜ ਇਹ ਕੱਲੇ ਨੂੰ ਕੁੱਟ ਕੇ ਭਾਈ ਮੁੱਛਲ ਦੀਆਂ ਲੱਤਾਂ ਤੋੜੀਆਂ ਨੇ, ਕੁੱਟਿਆ ਡਾਂਗਾਂ ਨਾਲ। ਭਾਈ ਖੋਸੇ ਨੂੰ ਕੁੱਟਿਆ, ਭਾਈ ਦਿਲਬਾਗ ਸਿੰਘ ਨੂੰ ਕੁੱਟਿਆ, ਭਾਈ ਪਰਮਜੀਤ ਸਿੰਘ ਨੂੰ ਕੁੱਟਿਆ। ਜਿੰਨੇ ਬੀਬੀ ਮਨਜਿੰਦਰ ਕੌਰ, ਉਹ ਬੀਬੀ ਦਾ ਕੀ ਕਸੂਰ ਸੀਗਾ, ਉਹਨੂੰ ਵੀ ਕੁੱਟ ਕੇ ਅੰਦਰ ਲੈ ਗਏ। ਹੁਣ ਦੱਸਣ ਵੀ ਉਹਨਾਂ ਨੂੰ ਕਿੱਥੇ ਰੱਖਿਆ, ਮਾਰ ਖਪਾ ਕੇ ਕੀ ਕਰਦੇ ਨੇ। ਸਾਡੇ ਵੀ ਗੱਲ ਪੈਣ ਨੂੰ ਤਿਆਰ ਸੀ, ਪਰ ਕਿ ਨਹੀਂ, ਪਹਿਲਾਂ ਵੀ ਇਹਨਾਂ ਨੇ ਫਰਲੇ ਲਾਹੇ ਨੇ। ਹੁਣ ਨਿਹੰਗ ਸਿੰਘ ਜਾਗ ਚੁੱਕੇ ਨੇ। ਕੋਈ ਗੱਲ ਇਹ ਚਾਹੀਦਾ ਇਹਨਾਂ ਨੂੰ। ਕੋਈ ਇਹਨਾਂ ਵੱਲੋਂ ਗੱਲਬਾਤ ਕੀਤੀ ਗਈ ਕਿ ਬਹਿ ਕੇ ਸ਼ਾਂਤੀ, ਜੋ ਕੋਈ ਮਸਲਾ ਸੀ ਸ਼ਾਂਤੀ ਨਾਲ ਬਹਿ ਕੇ ਹੱਲ ਹੋਣੇ ਚਾਹੀਦਾ ਸੀਗਾ। ਜਿਹੜੇ ਜਥੇਬੰਦੀਆਂ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦਾ ਕਹਿਣਾ ਕਿ ਐਸਜੀਪੀਸੀ ਹੁਣ ਵੀ
ਸਾਰਾ ਕੁਝ ਚੱਕ ਕੇ ਲੈ ਗਏ। ਕੀ ਗੱਲ ਅਸੀਂ 328 ਸਰੂਪ ਨਹੀਂ ਮੰਗ ਸਕਦੇ? ਅਸੀਂ 328 ਸਰੂਪ ਨਹੀਂ ਪਾ ਸਕਦੇ। 40 ਦਿਨਾਂ ਤੋਂ ਬਿਜਲੀ ਦਾ ਕਨੈਕਸ਼ਨ ਵੀ ਮਿਲਿਆ ਸੀ, ਹੋਰ ਵੀ ਸੁਵਿਧਾਵਾਂ ਸੀ, ਅੱਜ ਸਭ ਕੁਝ ਕੱਟ ਦਿੱਤਾ ਗਿਆ। ਕਾਰਨ ਕੀ, ਕਿਉਂ ਇਹ? ਅੱਜ ਇਹਨਾਂ ਨੂੰ ਪੁੱਛੋ ਕਿਉਂ? ਜਾਣ ਕੇ ਇਹਨਾਂ ਨੇ ਕੁੱਟ-ਕੁੱਟ ਕੇ ਬਸ ਮੋਰਚਾ ਬੰਦ ਕਰਦਾ ਵੀ ਅਸੀਂ ਸਾਰਾ ਕੁਝ ਅਸੀਂ ਕਰਤਾ, ਲੋਕਾਂ ਸਜ਼ਾਵਾਂ ਦਿੱਤੀਆਂ। ਹੁਣ ਇਹ ਸ਼੍ਰੋਮਣੀ ਕਮੇਟੀ ਦੱਸੇ ਜਾਂ ਜਥੇਦਾਰ ਜਬ ਸੁਣਾ ਜਾਂ ਪੰਥ ਦੱਸੇ, ਇਹ ਹੁਣ ਪੰਥ ਦੇ ਲੜਾਈ ਆ, ਇਹ ਪੰਥ ਦੇ ਪੱਲਾ ਪੈ ਗਿਆ ਮੋਰਚਾ। ਹੁਣ ਇਹਦੇ ਨਾਲ ਕੀ ਸਮਝਿਆ ਜਾਵੇ ਕਿ ਮੋਰਚਾ ਹੁਣ ਖਤਮ ਹੋ ਗਿਆ ਜਾਂ ਅੱਗੇ ਚੱਲਦਾ ਰਹੂਗਾ? ਨਹੀਂ, ਮੋਰਚਾ ਨਹੀਂ ਖਤਮ। ਮੋਰਚਾ ਕਿਹੜੇ ਸਾਹਮਣੇ ਖਤਮ? ਖਾਲਸਾ ਪੰਥ ਜਿਉਂਦਾ ਬੈਠਾ ਹਜੇ ਖਾਲਸਾ ਜਿਹੜਾ ਬੈਠਾ ਗਏ ਹੋਏ ਨੇ ਦੁਸਹਿਰੇ ਦੇ ਫੌਜਾਂ, ਉਹ ਸਾਰੀਆਂ ਜਿਉਂਦੀਆਂ ਬੈਠੀਆਂ ਨੇ। ਮੋਰਚਾ ਕਿਵੇਂ ਖਤਮ ਹੋਊਗਾ? ਇੱਥੇ ਨਹੀਂ ਲੱਗੂਗਾ, ਹੋਰ ਕਿਤੇ ਲੱਗ ਜੂਗਾ। 328 ਸਰੂਪ ਤਾਂ ਇਹਨਾਂ ਤੋਂ ਪੁੱਛ ਕੇ ਰਹਾਂਗੇ ਨਾ ਅਸੀਂ ਕਿੱਥੇ ਨੇ। ਜੇ ਇੱਥੋਂ ਸਾਨੂੰ ਕੁੱਟ ਕੇ ਇਹਨਾਂ ਡੱਕਤਾ, ਪਰ ਉਹਦਾ ਪੁੱਛ ਕੇ ਰਹਾਂਗੇ ਨਾ ਕਿੱਥੇ ਨੇ ਉਹ। ਮੈਂ ਬੰਗਾਰ ਕਰਦਾ ਖਾਲਸਾ ਪੰਥ ਨੂੰ, ਕਿੱਥੇ ਮਰ ਗਏ, ਕਿੱਥੇ ਚਲੇ ਗਏ। 328 ਸਰੂਪ ਕੀ ਉਹਨਾਂ ਦਾ ਗੁਰੂ ਨਹੀਂ ਹੈਗਾ? ਪੰਥ ਦਾ ਜਥੇਬੰਦੀਆਂ ਦਾ ਗੁਰੂ ਨਹੀਂ ਹੈਗਾ? ਪਰ ਉਹ ਕਹਿੰਦੇ ਧਾਰਮਿਕ ਸਜ਼ਾ ਦੇ ਦਿੱਤੀ ਗਈ ਕੀ ਦਿੱਤੀ ਸਜ਼ਾ? ਭਾਂਡੇ ਮਾਂਜਣ ਦੀ ਸਜ਼ਾ, ਝਾੜੂ ਮਾਰਨ ਦੀ ਸਜ਼ਾ। ਗੁਰੂ ਗ੍ਰੰਥ ਸਾਹਿਬ ਉੱਥੇ ਤਰਖਾਣ ਮਾਜਰੇ ਉਹਨੇ ਸਰੂਪ ਦੀ ਬੇਅਦਬੀ ਕੀਤੀ ਆ, ਫਿਰ ਉਹਨੂੰ ਵੀ ਸਜ਼ਾ ਲਾ ਲੈਂਦਾ। ਪਾਪੀ ਨੂੰ ਭਾਂਡੇ ਮਾਂਜਣ ਦੀ ਸਜ਼ਾ ਲਾਉਂਦੇ, ਖੰਡ ਪਾਠ ਸਾਹਿਬ ਦੀ ਸਜ਼ਾ ਲਾਉਂਦੇ, ਉਹਨੂੰ ਕਿਉਂ ਯੂਪੀਆ ਟਾਂਡਾ ਧਾਰਾ ਲਾਇਆ ਗਿਆ? ਤਾਂ ਇਹ ਜਿਹੜੇ ਜਥੇਬੰਦੀਆਂ ਦੇ ਨਾਲ ਸੰਬੰਧਿਤ ਲੋਕ, ਜੈਸੇ ਰਾਜਾ ਰਾਜ ਸਿੰਘ ਹਲਪਾ ਖਰਬਤਨਾ ਦਾ, ਉਹਨਾਂ ਦੇ ਨਾਲ ਜ਼ਬਰਦਸਤੀ ਤੁਸੀਂ ਦੇਖ ਰਹੇ ਹੋ ਕਿ ਜੋ ਇੱਥੇ ਸਤਿਕਾਰ ਕਮੇਟੀ ਉੱਪਰ ਸ਼੍ਰੋਮਣੀ ਕਮੇਟੀ ਵੱਲੋਂ ਹਮਲਾ ਕੀਤਾ ਗਿਆ, ਉਸ 'ਚ ਜੋ ਨਿਹੰਗ ਸਿੰਘ ਨੇ ਡਿਟੇਲ ਦੱਸੀ ਕਿ ਜਿੱਦੇ ਵਿੱਚ ਖੋਸਾ ਤੇ ਬਲਬੀਰ ਸਿੰਘ ਮੁੱਛਲ ਤੇ ਹੋਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਤਿਕਾਰ ਕਮੇਟੀ ਦੇ ਜੋ ਪ੍ਰਬੰਧਕ ਸੀ, ਉਹਨਾਂ ਦੀਆਂ ਲੱਤਾਂ ਤੋੜੀਆਂ ਗਈਆਂ, ਉਹਨਾਂ ਦੇ ਕੁੱਟਮਾਰ ਕੀਤੀ ਗਈ, ਬਾਹਾਂ ਤੋੜੀਆਂ ਗਈਆਂ। ਹੁਣ ਜਿਹੜੀ ਐਂਬੂਲੈਂਸ ਹੈ, ਐਂਬੂਲੈਂਸ ਅੰਦਰ ਗਈ ਹੈ, ਆ ਗੱਡੀਆਂ ਵੀ ਅੰਦਰ ਜਾ ਰਹੀਆਂ ਨੇ ਕਿ ਹੁਣ ਵੇਖਣਾ ਐਂਬੂਲੈਂਸ ਬੁਲਾਈ ਗਈ। ਹੁਣ ਹੋ ਸਕਦਾ ਵੇਖਣਾ ਉਹ ਹੋਏਗਾ ਕਿ ਆ ਹਸਪਤਾਲ ਜਾਂ ਫਿਰ ਕਿਸੇ ਜਿੱਥੇ ਵੀ ਛੱਡਿਆ ਜਾਣਾ, ਹੋ ਸਕਦਾ। ਅੱਜ ਜੋ ਸ਼ਰੇਆਮ ਸ਼੍ਰੋਮਣੀ ਕਮੇਟੀ ਵੱਲੋਂ ਗੁੰਡਾਗਰਦੀ ਵੇਖਣ ਨੂੰ ਮਿਲੀ ਕਿ ਇਸ ਨੂੰ ਧਾਰਮਿਕ ਜਥੇਬੰਦੀ ਨਹੀਂ ਕਿਹਾ ਜਾ ਸਕਦਾ, ਗੁੰਡਿਆਂ ਦੀ ਜਥੇਬੰਦੀ ਕਹਿ ਕੇ ਸੰਬੋਧਿਤ ਕੀਤਾ ਜਾ ਸਕਦਾ ਹੈ ਕਿ ਜੋ ਪਿੰਡਾਂ ਦੇ ਬਦਮਾਸ਼ ਨੇ ਉਹਨੂੰ ਪੈਸੇ ਪੇ ਕਰਕੇ ਉਹਨਾਂ ਕੋਲ ਕਤਲ ਵੀ ਕਰਵਾ ਸਕਦੇ ਨੇ, ਕੁੱਟ ਮਰਵਾ ਵੀ ਸਕਦੇ ਨੇ, ਕੁਛ ਵੀ ਕਰਵਾ ਸਕਦੇ ਨੇ। ਕਿ ਉਹ ਸਤਿਕਾਰ ਕਮੇਟੀ ਕੋਲ 328 ਸਰੂਪਾਂ ਦਾ ਜੋ ਸਾਫ਼ ਮੰਗ ਰਹੇ ਸੀ, ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਔਰ ਕਈ ਪੱਤਰਕਾਰਾਂ ਉੱਪਰ ਵੀ ਹਮਲਾ ਕੀਤਾ ਗਿਆ। ਕਈਆਂ ਦੇ ਮੋਬਾਈਲ ਖੋਏ ਗਏ, ਕੈਮਰੇ ਖੋਏ ਗਏ। ਜੋ ਸ਼ਰੇਆਮ ਗੁੰਡਾਗਰਦੀ ਅੱਜ ਸਮੁੰਦਰੀ ਹਾਲ ਦੇ ਬਾਹਰ ਵੇਖਣ ਨੂੰ ਮਿਲੀ, ਬੜੀ ਨਿੰਦਕਯੋਗ ਘਟਨਾ ਹੈ ਕਿ ਸਿੱਖ ਹੀ ਸਿੱਖ ਨੂੰ ਮਾਰੇ ਤੇ ਬਾਕੀਆਂ ਨੇ ਕੀ ਕਰਨਾ ਹੈ। ਆ ਇੱਕ ਸਿੱਖ ਹੋਣ ਦੇ ਵੇਸ਼ਭੂਸ਼ਾ ਵਿੱਚ ਜੋ ਹੈ ਉਹ ਕਲੰਕ ਨੇ। ਸ਼੍ਰੋਮਣੀ ਕਮੇਟੀ ਮੁਲਾਜ਼ਮ ਗੁੰਡੇ ਨੇ ਜੋ ਪੈਸੇ ਲੈ ਕੇ ਗੁੰਡਾਗਰਦੀ ਕਰਦੇ ਨੇ ਗੁਰਦੁਆਰਿਆਂ ਤੇ ਪ੍ਰਬੰਧ ਚਲਾਉਣ ਵਾਸਤੇ। ਇਹਨਾਂ ਸਾਰੀਆਂ ਚੀਜ਼ਾਂ ਦਾ ਹੁਣ ਹੱਲ ਕੀ ਹੋ ਸਕਦਾ ਹੈ? ਧਰਨੇ ਕਰਨ ਵਾਲੇ ਲੋਕ ਵੀ ਜਾਣਦੇ ਨੇ ਕਿ ਹਾਂ, ਸਾਨੂੰ ਪੁੱਛਿਆ ਜਾ ਰਿਹਾ ਹੈ, ਸਾਡੀ ਮੰਗਾਂ ਨੂੰ ਸੁਣਿਆ ਜਾ ਰਿਹਾ ਹੈ, ਅਸੀਂ ਵਾਜਬ ਮੰਗਾਂ ਲੈ ਕੇ ਇਸ ਵੇਲੇ ਬੈਠੇ ਹਾਂ। ਜਿਨ੍ਹਾਂ ਦੇ ਬੂਹੇ ਦੇ ਮੂਹਰੇ ਧਰਨਾ ਲੱਗਾ ਉਹ ਵੀ ਜਾਣਦੇ ਨੇ ਕਿ ਜੀ ਇਹ ਬੈਠੇ ਨੇ ਤਾਂ ਹੀ ਸਾਡੀ ਪੁੱਛ ਹੋ ਰਹੀ ਹੈ। ਇਹ ਸਾਡੀ ਪੁੱਛ ਹੋਣੀ ਤਦ ਹੈ ਕਿ ਜਿਸ ਵੇਲੇ ਸਵਾਲ ਹੋਣਗੇ, ਸਾਡੀ ਪੁੱਛ ਉਸ ਵੇਲੇ ਹੋਰ ਵੱਧ ਹੋਏਗੀ ਜਿਸ ਵੇਲੇ ਅਸੀਂ ਸਵਾਲਾਂ ਦੇ ਜਵਾਬ ਨਹੀਂ ਦਾਂਗੇ। ਸਾਡੇ ਨਾਲ ਸਾਡੇ ਸਹਿਯੋਗੀ ਭਾਈ ਤੇਜਿੰਦਰ ਸਿੰਘ ਜੀ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ। ਉਹਨਾਂ ਦਾ ਸਭ ਤੋਂ ਪਹਿਲੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਵੇਰੇ ਹੀ ਜਿਸ ਵੇਲੇ ਘਟਨਾ ਵਾਪਰੀ ਉਸ ਵੇਲੇ ਲਾਈਵ ਫੁਟੇਜ ਅਕਾਲ ਚੈਨਲ ਦੇ ਫੇਸਬੁੱਕ ਪੇਜ ਦੇ ਉੱਤੇ ਦਰਸ਼ਕਾਂ ਨੂੰ ਵਿਖਾਈ। ਭਾਈ ਤੇਜਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਜਾਣਨਾ ਚਾਹਾਂਗੇ ਕੀ ਕੁਝ ਅਪਡੇਟ ਹੈ ਅੱਜ ਦੇ ਇਸ ਮਾਮਲੇ ਦੇ ਵਿੱਚ, ਕਿਉਂਕਿ ਲੌਂਗੋਵਾਲ ਸਾਹਿਬ ਤਾਂ ਕਹਿ ਗਏ ਨੇ ਸਾਡੇ ਬੰਦੇ ਫੱਟੜ ਹੋਏ, ਕਾਂਗਰਸ ਦੀ ਸਾਜ਼ਿਸ਼ ਹੈ, ਪੰਜਾਬ ਸਰਕਾਰ ਕੈਪਟਨ ਸਰਕਾਰ ਤੇ ਸਵਾਲ ਖੜੇ ਕਰ ਗਏ। ਤੁਹਾਡੇ ਕੋਲ ਕੀ ਕੁਝ ਤਾਜ਼ਾ ਅਪਡੇਟ ਹੈ? ਵੀਰ ਜੀ, ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਇਹ ਕਈ ਦਿਨ ਤੋਂ ਕਿਆਸਰੀਆਂ ਲੱਗ ਰਹੇ ਸੀ, ਕੋਈ ਵੀ ਸਮਾਂ ਇਹੋ ਜਿਹਾ ਆ ਸਕਦਾ ਜਿਹਦੇ 'ਚ ਕਾਨੂੰਨੀ ਕਾਰਵਾਈ ਹੋ ਸਕਦੀ ਆ, ਕਿਉਂਕਿ ਪਹਿਲਾਂ ਵੀ ਸਾਜ਼ਿਸ਼ ਰਚੀ ਸੀ, ਜਦੋਂ ਮੋਰਚਾ ਲੱਗਾ ਸੀ ਉਸ ਟਾਈਮ ਦੇ ਉੱਤੇ
ਬਸ ਚਾਰ ਫਿਰ ਰਸਤਾ ਬੰਦ ਕਰ ਦਿੱਤਾ ਜਾਂਦਾ ਸੀ, ਕੁਝ ਦਬਾਅ ਬਣ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ। ਪਰ ਅੱਜ ਦੀ ਜਿਹੜੀ ਘਟਨਾ ਵਾਪਰੀ ਆ, ਜੇ ਦੋਵੇਂ ਪੱਖ ਰੱਖ ਕੇ ਚੱਲੀਏ ਤੇ ਮੈਂ ਪਹਿਲੋਂ ਜਿਹੜਾ ਸੁਰਜੀਤ ਸਿੰਘ ਖੋਸੇ ਦੀ ਫੇਸਬੁੱਕ ਪੇਜ ਤੇ ਜਿਹੜੀ ਸਵੇਰ ਦੇ ਮਾਰਨਿੰਗ ਟਾਈਮ ਦੇਖੀ ਗਈ ਸੀ ਤਸਵੀਰ, ਉਹ ਦਰਬਾਰ ਸਾਹਿਬ ਤੇ ਜਾਂਦਾ ਤੇ ਉਸ ਤੋਂ ਬਾਅਦ ਵਿੱਚ ਆਣ ਕੇ ਫੇਸਬੁੱਕ ਤੇ ਪੋਸਟ ਪਾਈ ਸੀ ਉਹਨੇ ਕਿ ਮੇਰੀ ਪੱਗ ਨੂੰ ਹੱਥ ਪਾਇਆ ਗਿਆ ਤੇ ਐਸਜੀਪੀਸੀ ਦੇ ਨੁਮਾਇੰਦੇ ਸੀ ਜਿਹੜੇ ਜੋ ਵੀ ਉਹਨਾਂ ਦੇ ਆਪਣੇ ਮੁਲਾਜ਼ਮ ਸੀ ਉਹਨਾਂ ਨੇ ਧੱਕੇਸ਼ਾਹੀ ਕੀਤੀ ਆ। ਉਸ ਤੋਂ ਬਾਅਦ ਦੇ ਵਿੱਚ ਸੁਰਜੀਤ ਸਿੰਘ ਖੋਸਾ ਆਣ ਕੇ ਤੇ ਫਿਰ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਜਿਹੜਾ ਕਿ ਮੇਨ ਦਰਵਾਜ਼ਾ ਵਾ ਉਸ ਦਰਵਾਜ਼ੇ ਦੇ ਅੱਗੇ ਬੈਠ ਜਾਂਦਾ ਕਿ ਮੇਰੇ ਨਾਲ ਜਿਹੜੀ ਘਿਨਾਉਣੀ ਕਾਰਵਾਈ ਕੀਤੀ ਹੈ, ਮਾੜੀ ਘਟਨਾ ਕੀਤੀ ਆ, ਤੇ ਉਸ ਦਰਵਾਜ਼ੇ ਦੇ ਬੈਠ ਜਾਂਦਾ ਤੇ ਉਹਨੂੰ ਪਿਛਲੇ ਵਾਰ ਵੀ ਥੋੜੇ ਦਿਨ ਪਹਿਲਾਂ ਉਹਨੇ ਇੱਕ ਜਿੰਦਰਾ ਲਾਤਾ ਸੀ ਤੇ ਅੱਜ ਫਿਰ ਉਸ ਨੂੰ ਜਿੰਦਰਾ ਲਾਤਾ ਜਾਂਦਾ ਵਾ। ਉਹਦੇ ਵਿੱਚ ਜ਼ਰੂਰ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਉਹਨਾਂ ਦੇ ਆਪਣੇ ਮੈਂਬਰ ਸੀ ਜਿਹੜੇ ਉਹ ਕਹਿ ਰਹੇ ਸੀ ਕਿ ਚਲੋ ਖੋਸਾ ਤੁਸੀਂ ਇੱਧਰ ਆ ਜਾਓ, ਆਪਾਂ ਜ਼ਰੂਰ ਇਹ ਤੇ ਗੱਲਬਾਤ ਕਰਦੇ ਹਾਂ। ਪਰ ਖੋਸਾ ਉਸ ਟਾਈਮ ਤੇ ਉੱਥੇ ਸੀ, ਉਹ ਕਹਿੰਦਾ ਸੀ ਕਿ ਮੈਂ ਜਿੰਨਾ ਚਿਰ ਇਹਦੇ ਬਾਰੇ ਗੱਲਬਾਤ ਕਰਨ ਵਾਸਤੇ ਨਹੀਂ ਆਉਂਦੇ, ਇਹ ਮੈਨੂੰ ਜਵਾਬ ਨਹੀਂ ਦਿੰਦੇ, ਮੈਂ ਉਹਨਾਂ ਚਿਰ ਉੱਥੇ ਰਹੂੰਗਾ। ਸੁਰਜੀਤ ਸਿੰਘ ਖੋਸੇ ਦੀਆਂ ਉਹ ਕਾਰਵਾਈ ਜਿਹੜੀ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਘਟਨਾ ਇਹੋ ਜਿਹੀ ਵਾਪਰੀ ਕਿ ਉਸ ਟਾਈਮ ਤੋਂ ਬਾਅਦ ਟਾਸਕ ਫੋਰਸ ਇਕੱਠੀ ਹੋਣੀ ਚਾਲੂ ਹੋ ਗਈ। ਟਾਸਕ ਫੋਰਸ ਇਕੱਠੀ ਹੋਣੀ ਚਾਲੂ ਹੋ ਗਈ, ਬਾਅਦ ਦੇ ਵਿੱਚ ਉਹ ਦਰਵਾਜ਼ਾ ਵੀ ਤੋੜ ਕੇ ਜਿੰਦਰਾ ਖੋਲ ਦਿੱਤਾ ਜਾਂਦਾ ਵਾ ਤੇ ਟਾਸਕ ਫੋਰਸ ਦੇ ਅਧਿਕਾਰੀ ਜਿਹੜੇ ਕਿ ਬਹੁਤ ਜ਼ਿਆਦਾ ਉਸ ਟਾਈਮ ਸੰਖਿਆ ਜਾ ਚੁੱਕੇ ਸੀ ਤੇ ਜਿਹੜੇ ਉਸ ਟਾਈਮ ਉਹ ਧਾਵਾ ਬੋਲ ਦਿੰਦੇ ਆ ਸਾਰੇ ਸਤਿਕਾਰ ਕਮੇਟੀ ਦੇ ਜਥਾ ਸਿਰਤ ਖਾਲਸਾ ਦੇ ਤੇ ਹੋਰ ਜਿਹੜੇ ਵੀ ਉੱਥੇ ਇਹਨਾਂ ਦੀਆਂ ਬੀਬੀਆਂ ਵੀ ਬੈਠੀਆਂ ਸੀ, ਉਹਨਾਂ ਸਾਰਿਆਂ ਨੂੰ ਕੁੱਟਮਾਰ ਵੀ ਕੀਤੀ ਜਾਂਦੀ ਹੈ ਤੇ ਚੁੱਕ ਕੇ ਅੰਦਰ ਵੀ ਲੈ ਜਾਂਦੇ ਆ। ਉੱਥੋਂ ਬਾਅਦ ਚ ਸਾਹਮਣੇ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਤਸਵੀਰਾਂ ਸੀ ਜਿਹੜੀਆਂ ਜੋ ਵੀ ਵਾਇਰਲ ਹੋਈਆਂ, ਜੋ ਤੁਹਾਡੇ ਤੱਕ ਭੇਜੀਆਂ ਸੀ ਤੇ ਸੰਗਤ ਨੇ ਦੇਖੀਆਂ, ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕੁੱਟਮਾਰ ਕਰਕੇ ਸਾਰਿਆਂ ਨੂੰ ਜੇਪੀਸੀ ਦੇ ਟਾਸਕ ਫੋਰਸ ਅਧਿਕਾਰੀ ਆ ਤੇ ਮੇਨ ਉੱਥੇ ਨੁਮਾਇੰਦੇ ਸੀ ਉਹ ਅੰਦਰ ਲੈ ਜਾਂਦੇ। ਤਕਰੀਬਨ ਹੁਣ ਦੇ ਸਮਾਂ ਤੁਸੀਂ ਦੇਖ ਲਓ ਇਹ 1:30-2 ਵਜੇ ਦੀ ਘਟਨਾ ਵਾ ਤੇ ਇੰਡੀਆ ਦਾ ਟਾਈਮ 6:45 ਹੋ ਚੁੱਕਾ ਵਾ ਤੇ ਉਹ ਸਾਰੇ ਹੀ ਜਿਹੜੇ ਸਤਿਕਾਰ ਕਮੇਟੀ ਦੇ ਜਾਂ ਜਥਾ ਸਿਰਤ ਖਾਲਸਾ ਦੇ ਜਾਂ ਬੀਬੀਆਂ ਭੈਣਾਂ ਸੀ ਇੱਕ ਦੋ, ਉਹ ਸਾਰੀਆਂ ਅੰਦਰ ਸੀ। 6:45 ਤੇ ਹੁਣ ਬਾਹਰ ਨਿਕਲੇ ਆ ਸਾਰੇ ਤੇ ਸਾਰੇ ਬਾਰ-ਬਾਰ ਇਹੋ ਦੱਸ ਰਹੇ ਆ ਕਿ ਸਾਨੂੰ ਅੰਦਰ ਜਾ ਕੇ ਵੀ ਬਹੁਤ ਜ਼ਿਆਦਾ ਕੁੱਟਿਆ ਗਿਆ ਵਾ। ਇੱਥੋਂ ਤੱਕ ਕਿ ਭੱਦੀ ਸ਼ਬਦਾਵਲੀ ਬੋਲੀ ਗਈ ਆ। ਬੀਬੀ ਮਨਜੀਤ ਕੌਰ ਸੀ ਜਿਹੜੇ ਲਗਾਤਾਰ ਮੋਰਚੇ ਦੀ ਅਗਵਾਈ ਵੀ ਕਰ ਰਹੇ ਸੀ, ਨਾਲ ਵੀ ਸੀ ਇੱਥੇ, ਉਹਨਾਂ ਨੇ ਆਣ ਕੇ ਬਾਹਰ ਇਹੋ ਦੱਸਿਆ ਕਿ ਮੇਰਾ ਇੱਥੋਂ ਤੱਕ ਬਦਸਲੂਕੀ ਕੀਤੀ ਗਈ ਕਿ ਡਾਂਗਾਂ ਵੀ ਮਾਰੀਆਂ ਗਈਆਂ ਤੇ ਨਾਲ ਇੱਕ ਦੂਜੇ ਨੂੰ ਕਿਹਾ ਜਾ ਰਿਹਾ ਸੀ ਕਿ ਇਹ ਬੀਬੀ ਨੂੰ ਜਿੰਨਾ ਵੀ ਕੁੱਟਿਆ ਜਾਂਦਾ ਕੁੱਟੋ। ਤੇ ਇਸੇ ਤਰ੍ਹਾਂ ਹਰ ਇੱਕ ਦੇ, ਜੇ ਆਪਾਂ ਸਤਿਕਾਰ ਕਮੇਟੀ ਦੇ ਸੁਰਜੀਤ ਖੋਸੇ ਦੀ ਗੱਲ ਕਰਦੇ ਹਾਂ, ਉਹਨੇ ਇਹ ਗੱਲ ਕਹੀ ਕਿ ਮੈਨੂੰ ਅੱਜ ਦਿਨ ਦੇ ਵਿੱਚ 2 ਵਾਰੀ ਪੱਗ ਲਾ ਦਿੱਤੀ ਗਈ ਹੈ, ਇੱਕ ਨੇ ਦਰਬਾਰ ਸਾਹਿਬ ਦੇ ਵਿੱਚ ਤੇ ਅੱਜ ਹੁਣ ਉਹ ਤੋਂ ਬਾਅਦ ਜਦੋਂ ਅੰਦਰ ਲੈ ਕੇ ਜਾਂਦੇ ਆ। ਜੇ ਆਪਾਂ ਦਿਲਬਾਗ ਸਿੰਘ ਦੀ ਗੱਲ ਕਰਦੇ ਹਾਂ, ਦਿਲਬਾਗ ਸਿੰਘ ਜਿਹੜਾ ਉਹਦੇ ਵੀ ਸੱਟ ਲੱਗ ਚੁੱਕੀ ਆ, ਜਿਹੜਾ ਕਿ ਜਥਾ ਸਿਰਤ ਖਾਲਸਾ ਦਾ ਸੀ ਨੁਮਾਇੰਦਾ। ਸੁਰਜੀਤ ਸਿੰਘ ਮੁਰਸ਼ਲ ਦੇ ਸੱਟਾਂ ਲੱਗੀਆਂ ਵਾ, ਹੋਰ ਵੀ ਅਧਿਕਾਰੀ ਦੇ ਸੱਟਾਂ ਲੱਗੀਆਂ ਸੀ ਜਿਹਨਾਂ ਦੇ ਉਹਨਾਂ ਦੇ ਅਧਿਕਾਰੀ ਸੀ ਆਪਸ ਦੇ ਵਿੱਚ ਜਦੋਂ ਕਿਰਪਾਨਾਂ ਚੱਲਦੀਆਂ ਵਾ ਤੇ ਐਸਜੀਪੀਸੀ ਦੀਆਂ ਵੀ 2-3 ਵੀਡੀਓ ਵਾਇਰਲ ਹੋਈਆਂ ਜਿਹੜੀਆਂ ਕਿ ਉਹਨਾਂ ਪ੍ਰੈਸ ਨੂੰ ਭੇਜੀਆਂ, ਜਿਹਦੇ ਚ ਉਹਨਾਂ ਕਿਹਾ ਕਿ ਸਾਡੇ 20 ਅਧਿਕਾਰੀਆਂ ਨੂੰ ਸੱਟਾਂ ਲੱਗੀਆਂ ਵਾ, ਜਿਹੜੇ ਮੁਲਾਜ਼ਮ ਸੀ ਸੱਟਾਂ ਲੱਗੀਆਂ ਕਿਉਂਕਿ ਆਪਸੀ ਤਕਰਾਰਬਾਜ਼ੀ ਸੀ। ਪਰ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ 6:30 ਦਾ ਸਮਾਂ ਸੀ, ਹੁਣ ਤੋਂ 15 ਮਿੰਟ ਪਹਿਲੋਂ ਜਿਹੜੇ ਬਾਹਰ ਹੋਰ 10-15 ਜਣੇ ਵੈਸੇ ਖਲੋਤੇ ਸੀ ਜਿਹੜੇ ਕਿ ਉਹਨਾਂ ਦਾ ਸਮਰਥਨ ਕਰਨ ਵਾਸਤੇ ਜਿਹੜੇ ਸਤਿਕਾਰ ਕਮੇਟੀਆਂ ਦੇ ਜਥਾ ਸਿਰਤ ਖਾਲਸਾ ਜਿਨ੍ਹਾਂ ਵੱਲੋਂ ਇਹ ਪੂਰਾ ਮੋਰਚਾ ਲਾਇਆ ਗਿਆ ਸੀ, ਉਹਨਾਂ ਦੇ 8 ਤੋਂ 10 ਮੈਂਬਰ ਸੀ ਬਾਹਰ ਹੀ ਖਲੋਤੇ ਸੀ ਜਿਹੜੇ ਵੇਖ ਰਹੇ ਸੀ ਕਦੋਂ ਸਾਰੇ ਨੇ ਬਾਹਰ ਆਉਂਦੇ ਲੈ ਕੇ ਜਾਣਦੇ ਤੇ ਉਹਨਾਂ ਨੂੰ ਫਿਰ ਫੜ ਲਿਆ ਜਾਂਦਾ ਤੇ ਕੇਵਲ 15-20 ਮਿੰਟ ਪਹਿਲੋਂ ਉਹਨਾਂ ਨੂੰ ਵੀ ਉਸੇ ਤਰ੍ਹਾਂ ਫੱਟੜ ਕਰ ਦਿੱਤਾ ਜਾਂਦਾ ਵਾ ਤੇ ਸੱਟਾਂ ਲਾ ਦਿੱਤੀਆਂ ਜਾਂਦੀਆਂ ਵਾ। ਇਹ ਨਮੋਸ਼ੀਜਨਕ ਗੱਲ ਸੀ, ਸ਼ਰਮਨਾਕ ਗੱਲ ਕਵਾਂਗੇ ਇਸ ਚੀਜ਼ ਨੂੰ, ਕਿਉਂਕਿ ਇੱਕ ਵੱਡੀ ਘਟਨਾ ਵਾਪਰੀ ਆ। 2 ਵਾਰੀ 1:30 ਵਜੇ ਤੋਂ ਲੈ ਕੇ ਤੇ ਹੁਣ 6:45 ਦੇ ਦਰਮਿਆਨ ਐਸਜੀਪੀਸੀ ਦਾ ਤਕਰਾਰ, ਬਹੁਤ ਜ਼ਿਆਦਾ ਤਕਰਾਰ ਹੋਇਆ ਜਿਹਦੇ ਚ ਖੂਨੀ ਝੜਪਾਂ ਸੀ। ਇਹ ਖੂਨੀ ਝੜਪਾਂ ਮੰਦੀ ਸ਼ਬਦਾਵਲੀ ਬੋਲੀ ਗਈ, ਉਹ ਵੀ ਦਰਬਾਰ ਸਾਹਿਬ ਦੇ ਬਿਲਕੁਲ ਗਲਿਆਰੇ ਦੇ ਵਿੱਚ। ਬਿਲਕੁਲ ਭਾਈ ਤੇਜਿੰਦਰ ਸਿੰਘ ਜੀ, ਤਕਰੀਬਨ 38 ਦਿਨ ਪਹਿਲਾਂ ਵੀ ਕੁਝ ਅਜਿਹੀ ਘਟਨਾ ਵਾਪਰੀ ਸੀ। ਅਸੀਂ ਇਹ ਸਵਾਲ ਹੈਗਾ ਸੰਗਤਾਂ ਦਾ, ਦਰਸ਼ਕਾਂ ਦਾ, ਕਿ ਪੁਲਿਸ ਕੋਈ ਕਾਰਵਾਈ ਕਿਉਂ ਨਹੀਂ ਕਰਦੀ? ਕਿ ਕਿੱਥੇ ਕੋਈ ਝੜਪ ਹੋ ਜੇ, ਤਲਵਾਰਾਂ ਨਿਕਲ ਆਉਣ, ਖੂਨੋ ਖੂਨ ਹੋ ਜਾਣ ਲੋਕ, ਲੇਕਿਨ ਕਾਰਵਾਈ ਕਿਸ ਆਧਾਰ ਦੇ ਉੱਤੇ ਕੀਤੀ ਜਾਂਦੀ ਹੈ? ਪੰਜਾਬੀ ਦੀ ਕਹਾਵਤ ਆ ਕਿ ਤਗੜੇ ਦਾ 70 ਵੀ 100 ਹੁੰਦਾ ਜੀ। ਆਪਾਂ ਅੰਦਾਜ਼ਾ ਲਾ ਸਕਦੇ ਕਿ ਤਗੜੇ ਦਾ 70 ਵੀ 100 ਆ। ਪਰ ਪਹਿਲੀ ਘਟਨਾ ਨੂੰ ਅਸੀਂ ਮੰਨ ਸਕਦੇ ਹਾਂ ਕਿ ਉਸ ਟਾਈਮ ਤੇ ਪ੍ਰਸ਼ਾਸਨ ਨਹੀਂ ਸੀ ਇੱਥੇ। ਆਪਸੀ ਤਕਰਾਰਬਾਜ਼ੀ ਜਦੋਂ ਹੋਈ ਆ, ਜਿਹੜੀ ਵੀਡੀਓ ਪਹੁੰਚੀਆਂ ਸੰਗਤ ਨੂੰ ਦੇਖੀਆਂ, ਉਹਦੇ ਵਿੱਚ ਕੋਈ ਨਹੀਂ ਸੀ ਉੱਥੇ। ਇਹ ਹਨ ਪਤਾ ਕਿ ਉਸ ਟਾਈਮ ਤੇ ਹੋ ਸਕਦਾ ਮੁਲਾਜ਼ਮ ਨਹੀਂ ਇੱਥੇ ਪਹੁੰਚਣਗੇ, ਪਰ ਹੁਣ ਤੋਂ ਜਿਹੜੀ ਕੇਵਲ ਅੱਧਾ ਘੰਟਾ ਦੇ ਵਿੱਚ ਜਾਂ ਘਟਨਾ ਹੁਣ ਵੀ ਵਾਪਰੀ ਆ, ਇਸ ਟਾਈਮ ਦੇ ਉੱਤੇ ਭਾਰੀ ਸੁਰੱਖਿਆ ਬਲ ਭਾਰੀ ਸੁਰੱਖਿਆ ਬਲ ਦੇ ਵਿੱਚ ਉਹਨਾਂ ਨੂੰ ਫਿਰ ਫੜ ਲਿਆ ਜਾਵੇ, ਕੁੱਟਮਾਰ ਕੀਤੀ। ਪ੍ਰਸ਼ਾਸਨ ਅਧਿਕਾਰੀ ਇੱਕ ਜਣੇ ਨੇ ਅੱਗੇ ਹੋ ਕੇ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਅੰਮ੍ਰਿਤਸਰ ਦੇ ਸੀਨੀਅਰ ਜਿਹੜੇ ਇੱਥੇ ਐਸਐਸਪੀ ਸਾਹਿਬਾਨ, ਡਿਪਟੀ ਸਾਹਿਬਾਨ ਸਾਰੇ ਹੀ ਇੱਥੇ ਸੀ, ਪਰ ਮੌਜੂਦਾ ਇਸ ਟਾਈਮ ਦੇ ਉੱਤੇ ਕਿਸੇ ਨੇ ਵੀ ਉਹ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਬਾਅਦ ਲਹੂ ਲੁਹਾਨ ਹੋ ਕੇ ਜਦੋਂ ਵਾਪਸ ਆਉਂਦੇ ਤੇ ਫਿਰ ਹੀ ਪਤਾ ਲੱਗਦਾ ਕਿ ਏਡੀ ਵੱਡੀ ਕਾਰਵਾਈ ਦੁਬਾਰਾ ਕਰ ਦਿੱਤੀ ਗਈ। ਬਿਲਕੁਲ। ਤੇ ਹੁਣ ਇਸ ਵੇਲੇ ਸਤਿਕਾਰ ਕਮੇਟੀ ਦਾ ਧਰਨਾ ਹਲੇ ਉਸੇ ਤਰੀਕੇ ਦੇ ਨਾਲ ਜਾਰੀ ਹੈ, ਸੰਗਤਾਂ ਨਾਲ ਜੁੜ ਰਹੀਆਂ ਨੇ, ਜਾਂ
ਧਰਨੇ ਨੂੰ ਨਹੀਂ ਤੋੜਨ ਦੀ ਜੀ, ਕੋਸ਼ਿਸ਼ ਕੀਤੀ ਸਤਕਾਰ ਗਈ ਹੈ। ਕਮੇਟੀ ਦਾ ਧਰਨਾ ਸੀ ਜਿਹੜਾ, ਉਹ ਧਰਨਾ ਆਪਣੇ ਕਬਜ਼ੇ 'ਚ ਲੈ ਲਿਆ ਵਾ। ਉਸ ਲੋਕੇਸ਼ਨ ਨੂੰ ਐਸਜੀਪੀਸੀ ਦੇ 400 ਤੋਂ 500 ਬੰਦਾ ਉਹ ਜਗ੍ਹਾ ਤੇ ਬੈਠ ਗਿਆ, ਕਿਉਂਕਿ ਜਿੱਥੇ ਧਰਨੇ ਤੇ ਉਹ ਬੈਠੇ ਸੀ ਉਹ ਤੇ ਜਦੋਂ ਉਹਨਾਂ ਨੇ ਚੁੱਕ ਕੇ ਅੰਦਰ ਲੈ ਗਏ ਸੀ, ਉਸ ਤੋਂ ਬਾਅਦ ਸਾਰਾ ਬੋਰੀਆ ਬਿਸਤਰਿਆਂ ਦਾ ਜਿੱਦਾਂ ਵੀ ਜੋ ਕੁਝ ਵੀ ਸਮਾਨ ਸੀ ਚੁੱਕ ਲਿਆ ਸੀ, ਇਹਦੇ ਬੈਨਰ ਲਾ ਦਿੱਤੇ ਗਏ ਸੀ ਉੱਥੇ। ਹੋਰ ਬੈਨਰ ਜਿਹੜਾ ਐਸਜੀਪੀਸੀ ਵੱਲੋਂ ਆਪਣੇ ਲਾ ਦਿੱਤੇ ਗਏ ਸੀ, ਤੇ ਇਸ ਟਾਈਮ ਜਿਹੜੀਆਂ ਤਸਵੀਰਾਂ ਸੀ ਉਹ ਏਦਾਂ ਲੱਗਦਾ ਕਿ ਇੱਥੇ ਧਰਨਾ ਕਿਤੇ ਲੱਗਾ ਹੀ ਨਹੀਂ ਸੀ। ਸਾਰੇ ਬੈਨਰ ਜੋ ਵੀ ਉੱਥੇ ਲੱਗਾ ਸੀ ਸਾਰਾ ਕੁਝ ਕੱਢ ਕੇ ਬਾਹਰ ਰੱਖ ਦਿੱਤਾ ਜਾਂਦਾ ਵਾ, ਉੱਥੇ ਕੁਝ ਨਹੀਂ ਲੱਭ ਰਿਹਾ। ਤੇ ਉਸ ਟਾਈਮ ਦੇ ਉੱਤੇ ਹੁਣ ਜਿਹੜੀਆਂ ਤਾਜ਼ਾ ਤਸਵੀਰਾਂ ਉੱਥੋਂ ਦੀਆਂ, ਬਿਲਕੁਲ ਵੀ ਉੱਥੇ ਕੋਈ ਵੀ ਮੈਂਬਰ ਨਹੀਂ ਹੈਗਾ ਉਹਨਾਂ ਵੱਲੋਂ, ਸਾਰੇ ਫੜ ਲਏ ਜਾਂਦੇ। ਹੁਣ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਲੈ ਕੇ ਬਾਹਰ ਜਾ ਰਹੇ ਆ, ਪਤਾ ਨਹੀਂ ਹਸਪੀਟਲ ਲੈ ਕੇ ਪਹੁੰਚਦੇ ਆ ਜਾਂ ਹੋਰ ਕਾਰਵਾਈ ਹੁੰਦੀ ਆ, ਪਰ ਮੋਰਚੇ ਦੇ ਵਿੱਚ ਇਸ ਟਾਈਮ ਉੱਥੇ ਕੋਈ ਨਹੀਂਗਾ। ਮੋਰਚਾ ਸੁਰਜੀਤ ਸਿੰਘ ਖੋਸਲਾ ਹੁਣੇ ਗੱਲ ਹੋਈ ਸੀ, ਬਾਕੀ ਉਹਨਾਂ ਦੇ ਮੈਂਬਰਾਂ ਗੱਲ ਹੋਈ ਸੀ, ਉਹ ਕਹਿੰਦੇ ਕਿ ਲਗਾਤਾਰ ਮੋਰਚਾ ਜਾਰੀ ਰਹੂਗਾ, ਅਸੀਂ ਇਸੇ ਤਰ੍ਹਾਂ ਮੋਰਚਾ ਜਾਰੀ ਰੱਖਾਂਗੇ। ਪਰ ਹੁਣ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਵੇਖ ਰਹੇ ਹਾਂ, ਮੈਂ ਬਿਲਕੁਲ ਉਸ ਲੋਕੇਸ਼ਨ ਤੇ ਹਾਂ, ਬਿਲਕੁਲ ਦਰਬਾਰ ਸਾਹਿਬ ਦੇ ਬਾਹਰ ਹੀ ਖੜਾ। ਇਸ ਟਾਈਮ ਦੇ ਉੱਤੇ ਐਸਜੀਪੀਸੀ ਦੀ ਟਾਸਕ ਫੋਰਸ ਦਾ ਕਬਜ਼ਾ ਹੋ ਜਾਏਗਾ। ਤੇ ਜੀ ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ 40 ਦਿਨ ਪੂਰਨ ਤਰੀਕੇ ਦੇ ਨਾਲ ਸਮਾਂ ਦੇ ਦਿੱਤਾ ਗਿਆ ਧਰਨੇ ਨੂੰ ਕਿ ਤੁਸੀਂ ਆਪਣੀ ਰੀਝ ਪੂਰੀ ਕਰ ਲਓ, ਤੁਸੀਂ ਸੰਗਤਾਂ ਨੂੰ ਆਪਣੀ ਆਵਾਜ਼ ਪਹੁੰਚਾ ਦਿਓ। ਲੇਕਿਨ ਅੰਤ ਦੇ ਵਿੱਚ ਹਰ ਇੱਕ ਧਰਨੇ ਦਾ ਜੋ ਅੰਤ ਹੁੰਦਾ ਹੈ ਉਹ ਕੁਝ ਇਸੇ ਤਰੀਕੇ ਦੇ ਨਾਲ ਨਜ਼ਰ ਆਉਂਦਾ ਹੈ, ਭਾਵੇਂ ਕੀਤਾ ਕਿਸੇ ਨੇ ਹੋਵੇ। ਇਲਜ਼ਾਮ ਹੁਣ ਪੰਜਾਬ ਸਰਕਾਰ ਤੇ ਲਾਏ ਜਾ ਰਹੇ ਨੇ। ਬਿਲਕੁਲ ਜੀ, ਕਿਸੇ ਨੂੰ ਕਿਸੇ ਨਾਲ ਜੋੜ ਦੇਣਾ ਇਹ ਤੇ ਤੁਹਾਨੂੰ ਪਤਾ ਹੀ ਆ। ਜਦੋਂ ਸਰਕਾਰਾਂ ਬਦਲਦੀਆਂ, ਉਹ ਸਰਕਾਰ ਹੋਵੇ ਤਾਂ ਇਲਜ਼ਾਮ ਉਹ ਸਰਕਾਰ ਤੇ ਲਾਉਂਦੀ ਆ, ਉਹ ਸਰਕਾਰ ਹੋਵੇ ਤਾਂ ਇਲਜ਼ਾਮ ਉਹ ਸਰਕਾਰ ਤੇ ਲਾਉਂਦੀ ਹੈ। ਇਹ ਤੇ ਆਪਾਂ ਨੂੰ ਪਤਾ ਹੀ ਆ। ਇਹਨਾਂ ਨੂੰ ਇਹੋ ਕਿਹਾ ਜਾ ਰਿਹਾ ਸੀ ਕਿ ਇਹ ਜਿਹੜਾ ਜੋ ਕੁਝ ਕਰਾਇਆ ਜਾ ਰਿਹਾ ਇਹ ਕੇਵਲ ਕਾਂਗਰਸ ਦੀ ਸ਼ਹਿ ਦੇ ਨਾਲ ਹੀ ਧਰਨਾ ਲੱਗਾ ਵਾ ਜੀ। ਇਹ ਸਾਰਿਆਂ ਨੂੰ ਜਿੱਦਾਂ ਦਾ ਧਰਨਾ ਲੱਗਾ ਸੀ, ਬਾਰ-ਬਾਰ ਇਹੋ ਕਿਹਾ ਜਾ ਰਿਹਾ ਸੀ। ਜੋ ਵੀ ਇਹਨਾਂ ਵੱਲੋਂ ਵਾਇਰਲ ਹੋ ਰਹੀਆਂ ਸੀ ਵੀਡੀਓ ਜਾਂ ਜੋ ਵੀ ਕੁਝ ਹੋ ਰਿਹਾ ਸੀ, ਕਿਹਾ ਜਾ ਰਿਹਾ ਸੀ ਐਸਜੀਪੀਸੀ ਵੱਲੋਂ ਕਿ ਇਹ ਜਿਹੜਾ ਧਰਨਾ ਕਾਂਗਰਸ ਦੀ ਸ਼ਹਿ ਤੇ ਲੱਗਾ। ਅਕਾਲੀ ਦਲ ਵੀ ਇਹੋ ਗੱਲ ਕਰ ਰਿਹਾ ਸੀ ਕਿ ਇਹ ਧਰਨਾ ਕਾਂਗਰਸ ਦੀ ਸ਼ਹਿ ਤੇ ਲੱਗਾ ਵਾ, ਪਰ ਇਹ ਤੇ ਹੁਣ ਅੰਦਰ ਦੀ ਗੱਲ ਨਹੀਂ ਆਪਾਂ ਪੂਰੀ ਜਾਣਕਾਰੀ ਦੇ ਸਕਦੇ। ਪਰ ਜੋ ਧਰਨਾ ਸੀ ਇਹ 328 ਰੁਪਏ ਦਾ ਮਸਲਾ ਸੀ ਜੀ। 328 ਰੁਪਏ ਦਾ ਮਸਲਾ ਜਦੋਂ ਐਸਜੀਪੀਸੀ ਹੱਲ ਨਹੀਂ ਕਰਦੀ, ਉਹ ਤੋਂ ਬਾਅਦ ਧਰਨਾ ਲੱਗ ਜਾਂਦਾ ਵਾ। ਤੇ ਹੁਣ ਇੱਕ ਧਰਨਾ ਜਿਹੜਾ ਵਾ ਕਿ ਉੱਥੇ ਜੇ ਲੱਗਾ ਵਾ, ਲਗਾਤਾਰ ਚੱਲ ਰਿਹਾ। ਗੋਬਿੰਦ ਸਿੰਘ ਲੌਂਗੋਵਾਲ ਦੇ ਪਿੰਡ ਵਿੱਚ ਵੀ ਹੁਣ ਕਿੰਨਿਆਂ ਨੂੰ ਆਪਾਂ ਧਰਨੇ ਦੇ ਨਾਲ ਜੋੜਾਂਗੇ ਕਿ ਇਹ ਵੀ ਧਰਨਾ ਕਾਂਗਰਸ ਦਾ ਸੀ, ਉਹ ਵੀ ਧਰਨਾ ਕਾਂਗਰਸ ਦਾ। 328 ਰੁਪਏ ਵਾਸਤੇ ਜਿਹੜੇ ਲੋਕ ਪੁੱਛਦੇ ਸੀ, ਸੰਗਤ ਪੁੱਛਦੀ ਸੀ, ਕੌਣ ਸੀ? ਜੀ ਬਿਲਕੁਲ ਜੀ, ਧੰਨਵਾਦ ਕਰਦੇ ਹਾਂ ਤੁਹਾਡਾ ਭਾਈ ਤੇਜਿੰਦਰ ਸਿੰਘ ਜੀ, ਤੁਸੀਂ ਸਮਾਂ ਦਿੱਤਾ। ਹਲੇ ਵੀ ਇਸ ਵੇਲੇ ਸਾਡੇ ਸਹਿਯੋਗੀ ਤੇਜਿੰਦਰ ਸਿੰਘ ਜੀ ਦਰਬਾਰ ਸਾਹਿਬ ਦੇ ਬਾਹਰ ਹੀ ਨੇ, ਉਹਨਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰ ਦਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਜੋ ਤਸਵੀਰਾਂ ਅਸੀਂ ਪਹਿਲਾਂ ਤੁਹਾਨੂੰ ਵਿਖਾਈਆਂ ਸੀ, ਇੱਕ ਹੋਰ ਕਲਿੱਪ ਸਾਡੇ ਕੋਲ ਰੈਡੀ ਹੈ ਜੋ ਅੰਦਰਲੇ ਹਾਲਾਤਾਂ ਨੂੰ ਦਰਸਾਉਂਦੀ ਹੈ ਕਿ ਜਿਸ ਵੇਲੇ ਸਤਿਕਾਰ ਕਮੇਟੀ ਜਾਂ ਧਰਨੇ ਦੇ ਵਿੱਚ ਬੈਠੀਆਂ ਸੰਗਤਾਂ ਦੇ ਉੱਤੇ ਇਹ ਸਭ ਕੁਝ ਹਮਲਾ ਸ਼ੁਰੂ ਹੋਇਆ ਜਾਂ ਆਪਸ ਦੇ ਵਿੱਚ ਖੈਬਾਜ਼ੀ ਸ਼ੁਰੂ ਹੋਈ, ਉਸ ਵੇਲੇ ਕੀ ਕੁਝ ਉੱਥੇ ਹਾਲਾਤ ਸੀ, ਕਿਸ ਤਰੀਕੇ ਦੇ ਨਾਲ ਕਿਸ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਸ ਨੇ ਵਾਰ ਕਰਕੇ ਆਪਣਾ ਗੁੱਸਾ ਲਾਉਣ ਦੀ ਕੋਸ਼ਿਸ਼ ਕੀਤੀ। ਇਹ ਤਸਵੀਰਾਂ ਵੇਖਦੇ ਹਾਂ। ਨਾ ਭਾਈ ਇੱਥੇ ਰਹੋ, ਇੱਥੇ ਰਹੋ, ਇੱਥੇ ਰਹੋ, ਬਸ ਇੱਥੇ ਹੀ। ਤੂੰ ਫੋਨ ਇੱਧਰ ਇੱਧਰ ਕਿੱਥੇ ਓਏ ਉਹ ਕੈਮਰਾ ਫੇਰ ਉਹੀ ਸਿਆਪਾ ਨੂੰ ਨਾ ਭਾਈ ਇੱਥੇ ਰਹੋ, ਇੱਥੇ ਰਹੋ, ਇੱਥੇ ਰਹੋ, ਬਸ ਇੱਥੇ ਹੀ। ਤੂੰ ਫੋਨ ਇੱਧਰ ਇੱਧਰ ਰਹੋ। ਕਿੱਥੇ ਓਏ ਉਹ ਕੈਮਰਾ ਫੇਰ ਉਹੀ ਸਿਆਪਾ ਨੂੰ ਨਾ ਭਾਈ ਇੱਥੇ ਰਹੋ, ਇੱਥੇ ਰਹੋ, ਇੱਥੇ ਰਹੋ, ਬਸ ਇੱਥੇ ਹੀ। ਤੂੰ ਫੋਨ ਇੱਧਰ ਇੱਧਰ ਰਹੋ।
ਕੈਮਰਾ ਫੇਰ ਉਹੀ ਸਿਆਪਾ ਨੂੰ ਨਾ ਭਾਈ ਇੱਥੇ ਰਹੋ ਬਸ ਇੱਥੇ ਹੀ। ਇਹਨਾਂ ਤਸਵੀਰਾਂ ਤੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਜੇਕਰ ਤੁਸੀਂ ਆਪਣੀ ਮੰਗ ਨੂੰ ਲੈ ਕੇ ਆਪਣੇ ਰੋਸ ਨੂੰ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰੋਗੇ, ਆਪਣੇ ਗੁੱਸੇ ਨੂੰ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਤੁਹਾਡੀ ਵੀ ਇੱਕ ਸੀਮਾ ਹੋਣੀ ਚਾਹੀਦੀ ਹੈ ਕਿ ਕਿਸ ਹੱਦ ਤੱਕ ਤੁਸੀਂ ਜਾਣਾ ਹੈ। ਹੱਦ ਅਸੀਂ ਉਨੀ ਕੁ ਨਾ ਪਾਰ ਕਰ ਜਾਈਏ ਜੋ ਸਾਡੇ ਲਈ ਤੇ ਸਾਡੇ ਮੁੱਦਿਆਂ ਦੇ ਲਈ ਘਾਤਕ ਸਾਬਤ ਹੋਵੇ। ਚੰਗੇ ਤਰੀਕੇ ਦੇ ਨਾਲ ਇਹ ਸੰਘਰਸ਼ ਚੱਲ ਰਿਹਾ ਸੀ। SGPC ਨੇ ਇਲਜ਼ਾਮ ਲਗਾਏ ਕਿ ਜੀ ਸਾਹਮਣੇ ਬੈਠੇ ਧਰਨੇਕਾਰੀਆਂ ਦੇ ਵਿੱਚੋਂ ਕੁਝ ਬੰਦਿਆਂ ਨੇ ਆ ਕੇ SGPC ਦੇ ਬੂਹੇ ਨੂੰ ਤਾਲਾ ਲਾ ਦਿੱਤਾ। ਕਿੰਨੀ ਕੁ ਵੱਡੀ ਗੱਲ ਹੋ ਗਈ ਹੋਏਗੀ। ਇਹ ਲਾਈਵ ਤਸਵੀਰਾਂ ਹੁਣ ਸਾਡੇ ਦਰਸ਼ਕ ਵੇਖ ਪਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ, ਜਿੱਥੇ ਇਸ ਵੇਲੇ ਸਖਤ ਪਹਿਰਾ ਪੁਲਿਸ ਦਾ ਵੇਖਿਆ ਜਾ ਸਕਦਾ ਹੈ। ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਤਾਂ ਰੋਜ਼ਾਨਾ ਪਹੁੰਚਦੀਆਂ ਹੀ ਨੇ। ਭਾਈ ਤਸਿੰਦਰ ਸਿੰਘ ਜੀ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਕੋਸ਼ਿਸ਼ ਕਰਾਂਗੇ ਜੋ ਪਿੱਛੇ ਆਡੀਓ ਆ ਰਿਹਾ ਹੈ ਉਸ ਆਡੀਓ ਨੂੰ ਵੀ ਅਸੀਂ ਸੁਣ ਸਕੀਏ, ਤੁਹਾਨੂੰ ਸੁਣਾ ਸਕੀਏ। ਇਹਨਾਂ ਤਸਵੀਰਾਂ ਦੇ ਵਿੱਚ ਹਮੇਸ਼ਾ ਭਾਈ ਤਜਿੰਦਰ ਸਿੰਘ ਜੀ, ਮੇਰੀ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਵੀਰ ਜੀ, ਹਾਂਜੀ ਬਿਲਕੁਲ। ਭਾਈ ਤਜਿੰਦਰ ਸਿੰਘ ਜੀ, ਕਿਹੜੇ ਸਥਾਨ ਤੇ ਇਸ ਵੇਲੇ, ਕਿਹੜੀ ਸੜਕ ਤੇ ਤੁਸੀਂ ਮੌਜੂਦ ਹੋ ਤੇ ਹੁਣ ਇਸ ਵੇਲੇ ਕੀ ਕੁਝ ਉੱਥੇ ਤਸਵੀਰਾਂ ਸੰਗਤਾਂ ਦੇ ਲਈ ਤੁਸੀਂ ਪੇਸ਼ ਕਰ ਸਕਦੇ ਹੋ? ਜੀ ਦਰਬਾਰ ਸਾਹਿਬ ਤੋਂ ਇਸ ਟਾਈਮ ਦੇ ਉੱਤੇ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ। ਸਾਰੇ ਸਿੰਘਾਂ ਨੂੰ ਇਹ ਤਸਵੀਰਾਂ ਵਿਖਾਉਂਦੇ ਆ ਕਿ ਜਿਹੜੇ ਵੀ ਮੋਰਚੇ ਤੇ ਬੈਠੇ ਸੀ ਉਹ ਸਿੰਘਾਂ ਨੂੰ ਲੈ ਕੇ ਜਾਇਆ ਜਾ ਰਿਹਾ ਵਾ ਇਸ ਟਾਈਮ ਦਰਬਾਰ ਸਾਹਿਬ ਤੋਂ। ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਹਸਪੀਟਲ ਐਡਮਿਟ ਕਰਾਉਣ ਵਾਸਤੇ ਲੈ ਕੇ ਜਾਇਆ ਜਾ ਰਿਹਾ ਜਾਂ ਗਿਰਫਤ ਦੇ ਵਿੱਚ, ਕਿਉਂਕਿ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ। ਸੁਖਜੀਤ ਸਿੰਘ ਖੁੱਸਾ ਵੀ ਨਾਲ ਚੱਲ ਰਿਹਾ ਦੇਖਾਂਗੇ। ਬਿਲਕੁਲ ਕੋਸ਼ਿਸ਼ ਕਰਾਂਗੇ ਇਹਨਾਂ ਤਸਵੀਰਾਂ ਨੂੰ ਅਸੀਂ ਫੁੱਲ ਫਰੇਮ ਵਿੱਚ ਦਰਸ਼ਕਾਂ ਨੂੰ ਦਿਖਾ ਸਕੀਏ। ਸੰਗਤਾਂ ਹਲੇ ਵੀ ਰੋਸ ਜ਼ਾਹਿਰ ਆਪਣਾ ਕਰ ਰਹੀਆਂ ਨੇ। ਸਾਡੇ ਦਰਸ਼ਕ ਇਹ ਲਾਈਵ ਤਸਵੀਰਾਂ ਵੇਖ ਪਾ ਰਹੇ ਨੇ ਅੰਮ੍ਰਿਤਸਰ ਤੋਂ, ਜਿੱਥੇ ਧਰਨੇ ਦੇ ਵਿੱਚ ਬੈਠੇ ਸਤਕਾਰ ਕਮੇਟੀਆਂ ਦੇ ਆਗੂਆਂ ਨੂੰ ਉੱਥੋਂ ਖਦੇੜਨ ਦੀ ਕੋਸ਼ਿਸ਼ ਕੀਤੀ ਗਈ। ਇਲਜ਼ਾਮ ਇਸ ਵੇਲੇ ਇਹ ਲੱਗ ਰਹੇ ਨੇ ਜੋ ਧਰਨਾ ਚੱਲ ਰਿਹਾ ਸੀ ਉੱਥੋਂ ਦੀ ਸਾਰੇ ਬਿਸਤਰੇ ਗੋਲ ਕਰ ਦਿੱਤੇ ਗਏ, ਜੋ ਉੱਥੇ ਬੈਨਰ ਪੋਸਟਰ ਲਾਏ ਸੀ ਉਹ ਉਤਾਰ ਦਿੱਤੇ ਗਏ। ਜੇਕਰ ਅਜਿਹੀ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਸੀ ਤਾਂ ਹੁਣ ਤੱਕ ਦੇ ਇਸ ਧਰਨੇ ਨੂੰ ਸਫਲ ਬਣਾਏ ਰੱਖੀਆਂ ਗਈਆਂ ਜੋ ਸੰਗਤਾਂ ਨੇ ਸਫਲ ਬਣਾਉਣ ਦੇ ਧਰਨੇ ਨੂੰ ਕੋਸ਼ਿਸ਼ ਕੀਤੀ। ਜੀ ਕੋਸ਼ਿਸ਼ ਕਰਦੇ ਆ ਮੈਂ ਤੁਹਾਡੀ ਫਤਿਹ ਦੀ ਸਾਂਝ ਪਾਉਣ ਵਾਸਤੇ ਮੇਰੇ ਨਾਲ ਮੈਂ ਕੋਸ਼ਿਸ਼ ਕਰਦਾ ਹੋ ਸਾਹਿਬ ਕਿੱਥੇ ਲੈ ਕੇ ਜਾ ਰਹੇ ਆ? ਚੈਨਲ ਤੇ ਲਾਈਵ ਤੁਹਾਨੂੰ ਦੇਖਿਆ ਜਾ ਰਿਹਾ ਯੂਰਪ ਦੇ ਵਿੱਚ। ਪੰਚ ਦਾ ਫੈਸਲਾ ਵੀ ਹਸਪਤਾਲ ਸਿੰਘਾਂ ਤੇ ਸੱਟਾਂ ਵੱਧ ਆ, ਇਲਾਜ ਕਰਾਉਣਾ, ਮੈਡੀਕਲ ਕਰਾਉਣ ਵਾਸਤੇ ਜਾਣਾ ਪਊਗਾ। ਉਹਨਾਂ ਨੇ ਮੋਰਚੇ ਵਾਲੀ ਥਾਂ ਗੱਡੀਆਂ ਗੁੱਡੀਆਂ ਭਰਤੀਆਂ ਤੇ ਅੰਤ ਹੁਣ ਦੇਖੋ ਅਸੀਂ ਭੱਜੇ ਨਹੀਂ, ਅਸੀਂ ਜ਼ਾਲਮ ਦਾ ਡੰਡਾ ਸਰੀਰ ਤੇ ਛਿਆ। ਅਸੀਂ ਕੋਸ਼ਿਸ਼ ਕੀਤੀ ਲਛਮਣ ਸਿੰਘ ਢਾਲੋਵਾਲ ਦੀ ਭਾਂਤੀ ਸ਼ਹੀਦੀ ਪਾਉਣ ਦੀ, ਸਾਡੇ ਕਰਮਾਂ 'ਚ ਨਹੀਂ ਹੈਗੀ, ਪਰੰਤੂ ਅਸੀਂ ਹਾਜ਼ਰ ਹਾਂ। ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਪੁੱਛਿਆ ਸੀ, ਤੁਹਾਡਾ ਸਵਾਲ ਉਦਾਂ ਦਾ ਹੀ ਆ ਵੀ ਛੱਡ ਦਿੱਤਾ ਜਾਵੇ ਕੀ ਕਰੋਗੇ? ਕਹਿੰਦੇ ਹਥਿਆਰ ਖਰੀਦਾਂਗੇ, ਲੜਾਈ ਲੜਾਂਗੇ। ਤੇ ਸਾਨੂੰ ਵੀ ਜਦੋਂ ਹਸਪਤਾਲੋਂ ਛੁੱਟੀ ਮਿਲਦੀ ਆ ਮੋਰਚਾ ਲਾਵਾਂਗੇ। ਮੋਰਚਾ ਹੁਣ ਕਿੱਥੇ ਲੱਗੂਗਾ? ਉਹ ਤੇ ਕਬਜ਼ਾ ਕਰ ਲਿਆ ਗਿਆ ਵਾ ਟਾਸਕ ਕੋਲ ਭਾਰੀ। ਇੱਥੇ ਗੁਰੂ ਰਾਮਦਾਸ ਨੂੰ ਪਾਇਆ ਉੱਥੇ ਲੱਗ ਜੂ। ਹਾਂਜੀ ਬਾਬਾ ਜੀ, ਅਗਲੀ ਧਰਤੀ ਸਾਧ ਕੀ ਤਸਕਰ ਬੈਠਾ ਗਾਏ। ਸੰਗਤ ਦੇ ਨਾਲ ਵਧੀਕੀਆਂ ਕੀਤੀਆਂ, ਡਾਂਗਾ ਮਾਰੀਆਂ ਗਈਆਂ।
ਕੀਤਾ। ਨਰੈਣੀ ਮਹੰਤ ਤੋਂ ਜ਼ਿਆਦਾ ਵੱਡਾ ਇਹਨਾਂ ਨੇ ਜਿਹੜਾ ਨਰੈਣੀ ਮਹੰਤ ਨੇ ਤਾਂ ਗੁਰਦੁਆਰਿਆਂ ਦੇ ਵਿੱਚ ਕਬਜ਼ਾ ਕੀਤਾ ਸੀ। ਕੱਲਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ 328 ਸਰੂਪ ਗੁੰਮ ਕਰਤੇ ਅਤੇ ਕੀ ਉੱਥੇ ਪੰਥ ਨੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਨੇ ਆਪਦੇ ਨਿੱਜੀ ਮੁਜਵਾਫ ਵਾਸਤੇ ਮੋਰਚਾ ਲਾਇਆ ਸੀਗਾ। ਕੀ ਉਹਨਾਂ ਨੇ ਆਪਦੇ ਨਿੱਜੀ ਕੰਮ ਵਾਸਤੇ ਮੋਰਚਾ ਲਾਇਆ ਸੀ? ਉਹਦਾ ਮੋਰਚਾ ਲੱਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ 328 ਸਰੂਪਾਂ ਨੂੰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ। ਅੱਜ ਇਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਅਧੀਨ ਕੱਲੇ ਕੱਲੇ ਸਿੰਘ ਉੱਤੇ ਡਾਂਗਾ ਭਰਾਈਆਂ, ਮੀਂਹ ਭਰਾਇਆ ਗਿਆ ਅਤੇ ਸਾਰੇ ਨੂੰ ਕੁੱਟ ਕੇ ਅੰਦਰ ਬੰਦ ਕਰ ਦਿੱਤਾ। ਹੁਣ ਸੰਗਤ ਆਈ ਆ, ਮੀਡੀਆ ਆਇਆ, ਹੁਣ ਇਹਨਾਂ ਨੇ ਬਾਹਰ ਕੱਢਿਆ ਸੰਗਤ ਨੂੰ। ਹੁਣ ਮੈਂ ਸੰਗਤ ਨੂੰ ਬੇਨਤੀ ਕਰਦਾ, ਅਪੀਲ ਕਰਦਾ। 7 ਵੱਜ ਚੁੱਕੇ ਆ, 1:30 ਵਜੇ ਤੋਂ ਲੈ ਕੇ ਅੰਦਰ ਬੰਦਕ ਬਣਾਇਆ ਸੀ। ਕੀ ਗੱਲਬਾਤ ਹੋਈ ਅੰਦਰ? ਗੱਲਬਾਤ ਕਰਦੇ ਸੀ ਜਾਂ ਕੋਈ ਡਾਂਗਾ ਹੀ ਮਾਰਦੇ ਸੀਗੇ, ਹੋਰ ਕੁਝ ਨਹੀਂ ਕਰਦੇ ਸੀਗੇ। ਆਹ ਦੇਖੋ, ਆਹ ਦੇ ਉੱਤੇ ਡਾਂਗਾ ਹੀ ਮਾਰੀਆਂ ਨੇ ਇਹਨਾਂ ਨੇ। ਆਹ ਦੇ ਉੱਤੇ ਡਾਂਗਾ ਹਰਪਾਲ ਸਿੰਘ ਨੇ ਮਾਰੀਆਂ ਡਾਂਗਾ। ਹਰਪਾਲ ਸਿੰਘ ਨੇ ਕਾਹਦੇ ਵਾਸਤੇ ਖਾਧੀਆਂ? ਅਸੀਂ ਗੁਰੂ ਵਾਸਤੇ ਡਾਂਗਾ ਖਾਧੀਆਂ, ਸਾਨੂੰ ਜੇ ਮਾਰ ਵੀ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਸੀਗੀ। ਭਾਈ ਤੇਜਿੰਦਰ ਸਿੰਘ ਜੀ ਲੌਂਗੋਵਾਲ ਸਾਹਿਬ ਕਹਿ ਕੇ ਗਏ ਨੇ ਕਿ ਇਹ ਕਾਂਗਰਸ ਤੋਂ ਪ੍ਰੇਰਿਤ ਹੋ ਕੇ ਧਰਨਾ ਸੀਗਾ ਤੇ ਹੁਣ ਉਹੀ ਉਹਨਾਂ ਦੇ ਵੱਲੋਂ ਹੀ ਕੀਤਾ ਗਿਆ ਸਭ ਕੁਝ। ਸਵਾਲ ਹੈਗਾ ਕਿ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਵੱਲੋਂ ਧਰਨਾ ਲਾਇਆ ਗਿਆ ਸੀ। ਲੌਂਗੋਵਾਲ ਸਾਹਿਬ ਨੇ ਆਪ ਕਿਹਾ ਕਿ ਕਾਂਗਰਸੀਆਂ ਦਾ ਧਰਨਾ ਸੀ। ਕਾਂਗਰਸੀਆਂ ਦਾ ਕੋਈ ਧਰਨਾ ਨਹੀਂ। ਕਾਂਗਰਸ ਨੂੰ ਕੀ ਲੋੜ ਆ ਧਰਨਾ ਲਾਉਣ ਦੀ? ਧਰਨਾ ਤਾਂ ਸ਼੍ਰੋਮਣੀ ਕਮੇਟੀ ਨੇ ਆਪ ਲਵਾਇਆ। ਇਹ ਸ਼੍ਰੋਮਣੀ ਕਮੇਟੀ ਨੇ ਕਿਉਂ ਲਵਾਇਆ? ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ 328 ਸਰੂਪਾਂ ਦਾ ਇਹ ਪਾਸਟਰ ਦਰਜ ਕਰਾ ਦਿੰਦੀ, ਦੋਸ਼ੀਆਂ ਦੇ ਉੱਤੇ ਮੋਰਚਾ ਲੱਗਦਾ ਨਹੀਂ ਸੀਗਾ। ਇਹਨਾਂ ਦੀ ਨਲਾਇਕੀ ਕਾਰਨ ਮੋਰਚਾ ਲੱਗਿਆ। ਜੇ ਇਹਨਾਂ ਨੇ ਫੌਜਦਾਰੀ ਪਰਚਾ ਨਹੀਂ ਕਟਾਇਆ, ਕਾਨੂੰਨੀ ਤੌਰ ਤੇ ਪਰਚਾ ਨਹੀਂ ਕਰਾਇਆ, ਤਾਂ ਇਹਨਾਂ ਮੋਰਚਾ ਲੱਗਿਆ। ਸ਼੍ਰੋਮਣੀ ਕਮੇਟੀ ਨੇ ਲਵਾਇਆ, ਕਿਸੇ ਕਾਂਗਰਸ ਨੇ, ਕਿਸੇ ਆਪ ਪਾਰਟੀ ਨੇ, ਕਿਸੇ ਹੋਰ ਨੇ ਨਹੀਂ ਲਵਾਇਆ। ਸ਼੍ਰੋਮਣੀ ਕਮੇਟੀ ਨੇ ਮੋਰਚਾ ਲਵਾਇਆ ਵਾ। ਮੈਂ ਆਪਣੇ ਸਾਥੀਆਂ ਨੂੰ ਬੇਨਤੀ ਕਰਦਾ, ਕਿੱਥੇ ਆ? ਆਓ ਇੱਥੇ ਵਹੀਰਾ ਕੱਟ ਕੇ। ਅਸੀਂ ਭੱਜੇ ਨਹੀਂ, ਅਸੀਂ ਮਰਨ ਨੂੰ ਤਿਆਰ ਆ। ਡਾਂਗਾ ਵੀ ਖਾ ਲਈਆਂ, ਸਾਰਾ ਕੁਝ ਕਰ ਲਾ। ਹੁਣ 500 ਜਾਣੇ ਕੀ ਬਣੂ ਇਹਦਾ? ਇਸ ਟਾਈਮ ਜੋ ਬਜ਼ੁਰਗ ਵੀ ਸੀ ਸਾਰੇ ਉੱਥੇ ਜਿਹੜਾ ਫੜ ਕੇ ਲੈ ਗਏ ਸੀ। ਸਾਹਿਬ ਰਵੇਲ ਸਿੰਘ ਸਾਡਾ ਜੁੜ ਚੁੱਕੇ ਆ। ਸਿੰਘ ਸਾਹਿਬ, ਤੁਹਾਨੂੰ ਇਸ ਟਾਈਮ ਲਾਈਵ ਦੇਖਿਆ ਜਾ ਰਿਹਾ ਅਕਾਲ ਚੈਨਲ ਦੇ ਉੱਤੇ, ਕੀ ਸੁਨੇਹਾ ਦੇਣਾ ਚਾਹੁੰਦੇ ਆ ਜੋ ਘਟਨਾ ਵਾਪਰੀ ਆ ਉਹਦੇ ਸੰਬੰਧ ਦੇ ਵਿੱਚ? ਘਟਨਾ ਹੋਈ ਆ ਜੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਧਰਨੇ ਤੇ ਬੈਠੇ ਸਿੰਘਾਂ ਨੂੰ ਸਾਥ ਦੇ ਪਾਣੀ ਫੜਦੇ ਲਾਗਾ ਚਲਾਈਆਂ ਔਰ ਉਹਨਾਂ ਤੇ ਮਤਲਬ ਅੰਦਰ ਖਿੱਚ ਕੇ ਦਫ਼ਤਰ ਖੜਿਆ ਇਹਨਾਂ ਨੇ। ਉਹਦੇ ਸੰਗਤਾਂ ਆਈਆਂ ਤੇ ਸੰਗਤਾਂ ਹੋਣ ਤੇ ਸਿੰਘਾਂ ਆਪਣੀ ਜਾਣ ਵਾਸਤੇ ਜਾ ਰਹੇ ਸਾਰਿਆਂ ਨੂੰ। ਲੇਕਿਨ ਇਹ ਸਾਰੇ ਸਿੰਘ ਜਿਹੜੇ ਆ, ਸਿੰਘ ਸਾਹਿਬ ਕਿਹਾ ਜਾਂਦਾ ਕਿ ਅਲਫਾਜ਼ ਵੀ ਬੜੇ ਗਲਤ ਵਰਤੇ ਸੀ। ਅੰਦਰ ਜਾ ਕੇ ਕੁੱਟਮਾਰ ਵੀ ਕੀਤੀ ਜਾਂਦੀ ਆ, ਅਲਫਾਜ਼ ਵੀ ਬੜੇ ਗਲਤ ਵਰਤੇ। ਦੇਖੋ ਜੀ, ਉਹਨਾਂ ਦਾ ਜਿਹੜਾ ਰਵੱਈਆ ਹੈ ਬਿਲਕੁਲ ਗੁੰਡਾਗਰਦੀ ਵਾਲਾ ਹੈ। ਮੈਂ ਵੀ ਅੰਦਰ ਗਿਆ ਉਹਨਾਂ ਦਾ ਪਤਾ ਲੈਣ ਵਾਸਤੇ। ਇੱਥੇ ਦੇ ਜਿਹੜੇ ਮੈਂਬਰ ਸਾਹਿਬਾਨ ਆ ਨਾ, ਉਹ ਵੀ ਮੇਰੇ ਨਾਲ ਬਹੁਤ ਚੰਗਾ ਬੋਲੇ ਆ। ਜਿਹੜੇ ਅਜੈਬ ਸਿੰਘ ਅਭਿਆਸੀ ਹੈ, ਉਹਨੇ ਮੇਰੀ ਪੂਰੀ ਬੇਇੱਜ਼ਤੀ ਕੀਤੀ ਅੰਦਰ ਬੈਠਿਆ ਉਹਦੀ। ਮੈਨੂੰ ਕਹਿੰਦਾ ਤੁਹਾਨੂੰ ਸਿੰਘ ਸਾਹਿਬ ਨੇ ਲਾਇਆ ਸੀਗਾ, ਸ਼ਰਮ ਆਉਂਦੀ ਹੈ ਸਾਨੂੰ, ਤੁਸੀਂ ਧਰਨੇ ਤੇ ਬੈਠੇ ਹੋ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੰਬੰਧ ਮੈਂ ਕਿਸੇ ਪਾਰਟੀ ਵੱਲੋਂ, ਕਿਸੇ ਜਥੇਬੰਦੀ ਵੱਲੋਂ ਨਹੀਂ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਮਾਣਾ ਸੇਵਾਦਾਰ ਹੋਣ ਕਰਕੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ। ਜੀ ਸਿੰਘ ਸਾਹਿਬ ਰਵੇਲ ਸਿੰਘ ਦੀ ਗੱਲ ਕਰੀਏ ਤੇ ਲਗਾਤਾਰ ਜਿੰਨਾ ਧਰਨਾ ਲੱਗਾ ਸੀ, ਇਸ ਧਰਨੇ ਦੇ ਉੱਤੇ ਇਹਨਾਂ ਦੀ ਸ਼ਮੂਲੀਅਤ ਕੀਤੀ ਗਈ ਸੀ ਤੇ ਅੱਜ ਐਜੀਪੀਸੀ ਨੂੰ ਜਿੱਥੇ ਵੱਡੀ ਕਾਰਵਾਈ ਕੀਤੀ ਗਈ ਆ, ਉੱਥੇ ਸਿੰਘ ਸਾਹਿਬ ਨੇ ਵੀ ਬੇਇੱਜ਼ਤੀ ਅੰਦਰ ਖੜ ਕੇ ਕੀਤੀ ਗਈ ਆ। ਵੀਰ ਦਵਿੰਦਰ ਸਿੰਘ ਉਸ ਮੌਕੇ ਨਾਲ ਸੀ, ਸੰਤ ਸਭਾ ਗਰੁੱਪ ਤੋਂ ਸਾਡੇ ਨਾਲ ਵੀ ਜੁੜ ਚੁੱਕੇ ਆ। ਦਵਿੰਦਰ ਸਿੰਘ ਜੀ, ਤੁਸੀਂ ਉੱਥੇ ਸੀ, ਕੀ ਕਰਨਾ ਵਾਪਰੀ ਸੀ? ਜਦੋਂ ਸਾਨੂੰ ਪਤਾ ਲੱਗਾ ਵਾ ਸਿੰਘ ਸਾਹਿਬ ਵੀ ਪਹੁੰਚੇ, ਮੈਂ ਪਹੁੰਚਿਆ, ਮੈਂ ਐਸਪੀ ਫਾਜ਼ਿਲ ਨੂੰ ਕਿਹਾ ਕਮ ਸੇ ਕਮ ਬੰਦੇ ਅੰਦਰ ਬੰਦੀ ਦੋਸ਼ੀ ਬਣਾ ਕੇ ਰੱਖੇ ਹੋਏ, ਸਾਨੂੰ ਬੰਦੇ ਤਾਂ ਮਿਲਾ ਦਿਓ ਯਾਰ ਸਾਨੂੰ। ਅਸੀਂ ਅੰਦਰ ਬੰਦਿਆਂ ਨੂੰ ਮਿਲ ਗਏ ਔਰ ਮੇਰੇ ਸਾਹਮਣੇ ਮੈਂ ਆਪਣੇ ਕੰਨਾਂ ਨਾਲ ਅੱਖਾਂ ਨਾਲ ਸਿੰਘ ਸਾਹਿਬ ਨੇ ਮਤਲਬ ਬੇਇੱਜ਼ਤੀ ਕੀਤੀ ਆ। ਇੱਕ ਸਿੰਘ ਸਾਹਿਬ ਇਹਨਾਂ ਨੂੰ ਕੌਮ ਨੂੰ ਏਦਾਂ ਕਰਦੇ ਨੇ। ਬਿਲਕੁਲ ਭਾਈ ਤੇਜਿੰਦਰ ਸਿੰਘ ਜੀ, ਜੋ ਸਵੇਰ ਦੀਆਂ ਘਟਨਾ, ਦੁਪਹਿਰ ਦੀ ਘਟਨਾ ਵਾਪਰੀ, ਤਦ ਤੋਂ ਲੈ ਕੇ ਹੁਣ ਤੱਕ ਐਸਜੀਪੀਸੀ ਦਾ ਕਹਿ ਲਈਏ ਸਪਸ਼ਟੀਕਰਨ ਸਾਫ਼ ਰੂਪ ਦੇ ਵਿੱਚ ਸਾਹਮਣੇ ਆਇਆ ਹੋਏ, ਜਿਸ ਦੇ ਵਿੱਚ ਆਪਣੀ ਗੱਲ ਜਾਂ ਸਾਹਮਣੇ ਵਾਲਿਆਂ ਦੀ ਗੱਲ ਸਹੀ ਤਰੀਕੇ ਦੇ ਨਾਲ ਰੱਖੀ ਨਹੀਂ ਗਈ। ਮੀਡੀਆ ਕਰਮੀਆਂ ਨੂੰ ਵੀ ਉੱਥੇ ਖਦੇੜਨ ਦੀ ਕੋਸ਼ਿਸ਼ ਜਾਂ ਧੱਕਾ ਮੁੱਕੀ ਹੋਈ ਹੈ। ਉਸ ਬਾਬਤ ਵੀ ਸਵੇਰੇ ਤੁਸੀਂ ਲਾਈਵ ਦੇ ਵਿੱਚ ਗੱਲਬਾਤ ਕਰ ਰਹੇ ਸੀ, ਉਸ ਦੇ ਉੱਤੇ ਵੀ ਥੋੜਾ ਅਪਡੇਟ ਦਿਓ, ਕਿਉਂਕਿ ਮੀਡੀਆ ਦੇ ਨਾਲ ਧੱਕਾ ਪਿਛਲੀ ਵਾਰ ਵੀ ਹੋਇਆ ਸੀ, ਕੁੱਟਮਾਰ ਵੀ ਕੀਤੀ ਗਈ। ਮੀਡੀਆ ਕਰਮੀਆਂ ਦਾ ਵੀ ਗੁੱਸਾ ਹੈਵੀ ਸੀ ਉਸ ਟਾਈਮ ਤੇ ਮੀਡੀਆ ਕਰਮੀ ਸਾਰੇ ਹੀ, ਜਿੱਥੇ ਸੁਖਜੀਤ ਸਿੰਘ ਸਾਹਿਬ ਬੈਠਾ ਸੀ, ਉਹ ਲੋਕੇਸ਼ਨ ਗਏ ਸਾਰੇ। ਉਸ ਤੋਂ ਬਾਅਦ ਚ ਐਸਜੀਪੀਸੀ ਦੇ ਕੁਝ ਨੁਮਾਇੰਦੇ ਦੇ ਗੱਲਬਾਤ ਕਰਨ ਵਾਸਤੇ ਤਾਂ ਰੋਜ਼ ਸੀ। ਮੀਡੀਆ ਕਰਮੀਆਂ ਦੇ ਵੀਰ ਜਤਿੰਦਰ ਸਿੰਘ, ਜਿਹੜਾ ਕਿ ਇੱਥੋਂ ਦਾ ਚੈਨਲ ਚੱਲਦਾ ਯੂਕੇ ਤੋਂ, ਉਹਦਾ ਨੁਮਾਇੰਦਾ ਸੀ। ਦੂਜਾ ਵੀਰ ਇੱਕ ਸੀ ਇੰਦਰ ਮੋਹਨ ਸਿੰਘ ਅਣਜਾਣ। ਇੰਦਰ ਮੋਹਨ ਸਿੰਘ ਅਣਜਾਣ ਬਾਰੇ ਮੈਂ ਤੁਹਾਨੂੰ ਦੱਸਾਂ, 33 ਸਾਲ ਇੰਦਰ ਮੋਹਨ ਸਿੰਘ ਅਣਜਾਣ ਨੇ
ਸਰਵਿਸ ਕੀਤੀ ਐਸਜੀਪੀਸੀ ਦੇ ਵਿੱਚ ਤੇ ਚਲੋ ਮੰਨ ਲਿਆ ਕਿ ਜਤਿੰਦਰ ਸਿੰਘ ਨੂੰ ਨਹੀਂ ਜਾਣਦੇ ਹੋਣਗੇ, ਪਰ ਇੰਦਰ ਮੋਹਨ ਸਿੰਘ ਜਾਣ ਜਿਹੜਾ 33 ਸਾਲ ਸਰਵਿਸ ਕਰਦਾ ਬੰਦਾ, ਕੀ ਉਹਨਾਂ ਨੂੰ ਪਛਾਣ ਨਹੀਂ ਸੀ? ਬਜ਼ੁਰਗ ਸੀ, ਦਾੜੀ ਸੀ ਉਹਨਾਂ ਦੀ, ਤਾਰੇ ਜਾਂਦੇ ਆ, ਕੁੱਟਮਾਰ ਕੀਤੀ ਜਾਂਦੀ ਆ, ਤੇ ਜਤਿੰਦਰ ਸਿੰਘ ਨੂੰ ਚੁੱਕ ਕੇ ਅੰਦਰ ਲੈ ਜਾਂਦੇ ਆ। ਚੁੱਕ ਕੇ ਅੰਦਰ ਖੜ ਕੇ ਉੱਥੇ ਬਾਰ-ਬਾਰ ਨੂੰ ਕਿਹਾ ਜਾਂਦਾ ਕਿ ਹੁਣ ਬਣਾ ਫਿਲਮ ਤੂੰ, ਹੁਣ ਬਣਾ ਵੀਡੀਓ। ਇਹ ਧੱਕੇਸ਼ਾਹੀ ਆ, ਮੀਡੀਆ ਤੇ ਹਮਲਾ ਨਹੀਂ ਚਾਹੀਦਾ। ਹਾਂ, ਜਦੋਂ ਤੁਹਾਨੂੰ ਲੋੜ ਹੁੰਦੀ ਆ ਮੀਡੀਆ ਨੂੰ ਕਹਿੰਦੇ ਆ ਤੁਹਾਡੀ ਆਹ ਫਾਈਟਸ ਕਰੋ, ਤੁਹਾਨੂੰ ਜੋ ਲੋੜ ਪੈਂਦੀ ਆ ਮੀਡੀਆ ਤੇ ਪਹੁੰਚਦਾ, ਪਰ ਅੱਜ ਮੀਡੀਆ ਜੇ ਤੁਹਾਡੀ ਕਵਰੇਜ ਕਰਨ ਵਾਸਤੇ ਪਹੁੰਚਿਆ ਸੀ, ਬੇਸ਼ੱਕ ਆਪ ਦੀ ਤਕਰਾਰ ਸੀ, ਉਹ ਤਕਰਾਰ ਵੀ ਮੀਡੀਆ ਨੇ ਕਵਰ ਕੀਤੀ, ਪਰ ਉਹਦੇ ਵਿੱਚ ਉਹਨਾਂ ਨੂੰ ਖਮਿਆਜਾ ਭੁਗਤਣਾ ਗਿਆ। ਹਾਂ, ਮੀਡੀਆ ਕਰਮੀਆਂ ਵੱਲੋਂ ਇਸ ਟਾਈਮ ਦੇ ਉੱਤੇ FIR ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਸ ਟਾਈਮ ਉਹ ਵੀਰ ਉੱਥੇ ਪਹੁੰਚੇ ਹੋ ਗਿਆ, ਕੁਝ ਮੁਲਾਜ਼ਾ ਕਰਾਉਣ ਵਾਸਤੇ ਗਏ ਆ, ਕਿਉਂਕਿ ਇੱਕ ਨੌਜਵਾਨ ਵੀਰ ਸੀ ਜਿਹੜਾ ਜਤਿੰਦਰ ਸਿੰਘ, ਉਹਦੇ ਕਾਫੀ ਸੱਟਾਂ ਲੱਗ ਚੁੱਕੀਆਂ। ਉਹਦਾ ਮੁਲਾਜ਼ਾ ਹੋਣ ਤੋਂ ਬਾਅਦ ਹੀ ਪਤਾ ਲੱਗੂ ਕਾਨੂੰਨੀ ਕਾਰਵਾਈ ਕਿਹੋ ਜਿਹੀ ਹੁੰਦੀ ਆ, ਪਰ ਜੋ ਧੱਕਾ ਮੁੱਕੀ ਉੱਥੇ ਹੋਈ ਸੀ, ਜੋ ਉਸ ਟਾਈਮ ਕਾਨੂੰਨੀ ਕਾਰਵਾਈ ਉਹਦੀ ਤੇ ਬਣਦੀ ਆ, ਜਿਹੜਾ ਬੰਦਕ ਬਣਾਇਆ ਸੀ ਜਿਹੜੀ ਕਾਨੂੰਨੀ ਕਾਰਵਾਈ ਆ, ਉਹ ਸ਼ਾਇਦ ਕਾਨੂੰਨੀ ਕਾਰਵਾਈ ਹੋਊਗੀ ਉੱਥੇ। ਬਿਲਕੁਲ, ਅਸੀਂ ਇਹੀ ਸਮਝ ਸਕਦੇ ਹਾਂ ਕਿ ਮੀਡੀਆ ਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਹੋਣਗੇ, ਕਿਸ ਤਰੀਕੇ ਦੇ ਨਾਲ ਤੋਲਦੇ ਹੋਣਗੇ ਕਿ ਪੀਏ ਤੱਕ ਨੂੰ ਛੂਟ ਦਿੱਤੀ ਗਈ ਹੈ ਕਿ ਜਿਸ ਵੇਲੇ ਫੋਨ ਆਏ ਗੱਲਬਾਤ ਕਰਨ ਦੇ ਲਈ ਪਹਿਲਾਂ ਸਾਡੀ ਕਲਿੱਪ ਚਲਾਈ ਜਾਏ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ। ਤਾਂ ਪੀਏ ਵੀ ਰਾਏ ਦੇ ਕਰ ਜਾਂਦਾ ਹੈ ਕਿ ਜੀ ਤੁਸੀਂ ਐਵੇਂ ਗੱਲ ਕਰੇ, ਤੁਸੀਂ ਪੱਖ ਸਾਡਾ ਵੀ ਰੱਖਿਓ, ਸਾਨੂੰ ਤੁਹਾਡੀ ਕਿਸੇ ਵੀ ਤਰੀਕੇ ਦੀ ਗਾਈਡੈਂਸ ਦੀ ਲੋੜ ਨਹੀਂ ਹੈ। ਇਹ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਅਸੀਂ ਦੱਸ ਰਹੇ ਹਾਂ। ਚੈਨਲ ਚੰਗੇ ਤਰੀਕੇ ਨਾਲ ਅਕਾਲ ਚੈਨਲ, ਪੰਥਕ ਚੈਨਲ ਹੋਣ ਦੇ ਨਾਤੇ ਅਸੀਂ ਜਾਣਦੇ ਹਾਂ, ਸੰਗਤ ਦੇ ਲਈ, ਦਰਸ਼ਕਾਂ ਦੇ ਲਈ ਦੋਹੇ ਧਿਰਾਂ ਦੀਆਂ ਗੱਲਾਂ ਸਾਹਮਣੇ ਰੱਖਣੀਆਂ ਸਾਡਾ ਫਰਜ਼ ਹੈ, ਅਤੇ ਉਸ ਫਰਜ਼ ਨੂੰ ਅਕਾਲ ਚੈਨਲ ਬਖੂਬੀ ਨਿਭਾਉਂਦਾ ਹੈ। ਜੀ, ਐਸਜੀਪੀਸੀ ਨੁਮਾਇੰਦੇ ਨੂੰ ਬਾਰ-ਬਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਅਜੇ ਤੱਕ ਐਸਜੀਪੀਸੀ ਆਪਣਾ ਪੱਖ ਰੱਖਣ ਵਾਸਤੇ ਨਹੀਂ ਬਾਹਰ ਆਈ। ਹਾਂ, ਕੁਝ ਇੱਕ ਦੋ ਚੈਨਲਾਂ ਤੋਂ ਛੁੱਟ ਕਿਸੇ ਵੀ ਚੈਨਲ ਤੋਂ ਨਹੀਂ ਬੋਲੇ। ਹਾਂ, ਸਾਡੀ ਫਿਰ ਵੀ ਮੀਡੀਆ ਦੇ ਵਿੱਚ ਮੈਂ ਬਾਰ-ਬਾਰ ਅਸੀਂ ਕਹਿ ਰਹੇ ਹਾਂ ਕਿ ਜੇ ਤੁਸੀਂ ਵੀ ਆਪਣਾ ਪੱਖ ਰੱਖਣਾ ਚਾਹੋ, ਅਸੀਂ ਐਸਜੀਪੀਸੀ ਨੂੰ ਕਿਹਾ ਸੀ ਕਿ ਤੁਸੀਂ ਦੱਸੋ ਅੱਜ ਕੀ ਘਟਨਾ ਵਾਪਰੀ ਹੈ, ਤੇ ਉਹਨੇ ਇੱਕ ਵੱਡਾ ਦੋਸ਼ ਲਾਇਆ ਸੀ। ਪਤਾ ਲੱਗਾ ਸੀ ਕਿ ਕਿਹਾ ਜਾ ਰਿਹਾ ਕਿ ਇਹ ਮੋਰਚੇ ਉੱਤੇ ਸ਼ਰਾਬ ਪੀਤੀ ਜਾ ਰਹੀ ਆ, ਪਰ ਜਦੋਂ ਮੋਰਚੇ ਵਾਲਿਆਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਕਿ ਇਹੋ ਜਿਹੀ ਕਾਨੂੰਨੀ ਕਾਰਵਾਈ ਅਸੀਂ ਨਹੀਂ ਕਰ ਸਕਦੇ। ਇਹੋ ਜਿਹੀਆਂ ਗੱਲਾਂ ਬਾਤਾਂ ਅੰਦਰ ਹੋਈਆਂ ਵਾ, ਪਰ ਐਸਜੀਪੀਸੀ ਦਾ ਕੋਈ ਵੀ ਨੁਮਾਇੰਦਾ ਬਾਹਰ ਆਣ ਕੇ ਨਹੀਂ ਅਜੇ ਤੱਕ ਦੱਸ ਸਕਿਆ, ਨਾ ਮੀਡੀਆ ਦੇ ਵਿੱਚ ਆਇਆ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਹਿੰਦੇ ਗੱਲਬਾਤ। ਬਿਲਕੁਲ ਭਾਈ ਤੇਜਿੰਦਰ ਸਿੰਘ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਦਰਸ਼ਕਾਂ ਤੱਕ ਪਹੁੰਚਾਈਆਂ, ਅਤੇ ਤੁਹਾਨੂੰ ਵੀ ਅਸੀਂ ਦੱਸ ਦਈਏ ਤੁਸੀਂ ਵੀ ਇੱਕ ਵਾਰ ਕੋਸ਼ਿਸ਼ ਜ਼ਰੂਰ ਕਰਿਓ ਜੇਕਰ ਗੱਲਬਾਤ ਹੋ ਸਕੇ ਲੌਂਗੋਵਾਲ ਸਾਹਿਬ ਦੇ ਨਾਲ, ਕਿਉਂਕਿ ਫੋਨ ਦੇ ਉੱਤੇ ਤਾਂ ਹਫੜਾ ਦਫੜੀ ਦੇ ਵਿੱਚ ਕਹਿ ਗਏ ਨੇ ਕਿ ਜੀ ਫੌਜਦਾਰੀ ਦੇ ਪਰਚਿਆਂ ਦੀ ਗੱਲ ਹਾਂ ਬਹਿ ਕੇ ਕੀਤੀ ਜਾ ਸਕਦੀ ਹੈ, ਹਾਂ ਪੱਖੀ ਹੁੰਗਾਰਾ ਵੀ ਨਾ ਭਰਿਆ ਹੋਏ, ਲੇਕਿਨ ਹਾਂ ਜਿਸ ਵੇਲੇ ਕਦੇ ਵੀ ਤੁਹਾਡੀ ਗੱਲਬਾਤ ਹੋਏ ਜਾਂ ਕੋਸ਼ਿਸ਼ ਕੀਤੀ ਜਾਏ ਤਾਂ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਉਹਨਾਂ ਤੋਂ ਜਵਾਬ ਵੀ ਲਿੱਤੇ ਜਾਣ। ਇਹ ਸਾਡੀ ਕੋਸ਼ਿਸ਼ ਲਗਾਤਾਰ ਰਹੇਗੀ। ਧੰਨਵਾਦ ਕਰ ਦਿੰਦੇ ਹਾਂ ਸੰਗਤਾਂ ਦਾ, ਧੰਨਵਾਦ ਕਰਦੇ ਹਾਂ ਸਾਡੇ ਸਹਿਯੋਗੀ ਭਾਈ ਤੇਜਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਸਮੇਂ-ਸਮੇਂ ਸਿਰ ਲਾਈਵ ਤਸਵੀਰਾਂ ਦੇ ਨਾਲ ਦਰਸ਼ਕਾਂ ਨੂੰ ਅਪਡੇਟ ਕੀਤਾ ਜੀ। ਮੈਨੂੰ ਅਮਨਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਇਸ ਪੂਰੀ ਖਬਰ ਦੇ ਨਾਲ ਜੁੜੀ ਹੋਈ ਹਰ ਇੱਕ ਅਪਡੇਟ ਤੁਹਾਡੇ ਤੱਕ ਅਕਾਲ ਚੈਨਲ ਪਹਿਲ ਦੇ ਆਧਾਰ ਦੇ ਨਾਲ ਪਹੁੰਚਾਉਂਦਾ ਰਹੇਗਾ ਜੀ। ਤੇ ਨਾਲ ਹੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਅਫਵਾਹ ਤੋਂ ਅਸੀਂ ਬਚੀਏ। ਅਜਿਹੇ ਸਮੇਂ ਦੇ ਵਿੱਚ ਸਿਰਫ ਤੇ ਸਿਰਫ ਅਸੀਂ ਜ਼ੋਰ ਲਾਈਏ ਕਿ ਇਹਨਾਂ ਧਰਨਿਆਂ ਦੇ ਵਿੱਚ ਹੋ ਰਹੀ ਅਜਿਹੀ ਘਟਨਾਵਾਂ ਕਿਤੇ ਨਾ ਕਿਤੇ ਸਾਨੂੰ ਸਾਡੇ ਮੁੱਦਿਆਂ ਤੋਂ ਖਦੇੜਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਲੇਕਿਨ ਸਾਡੀਆਂ ਮੰਗਾਂ, ਸਾਡੇ ਸਵਾਲ, ਸਾਡੇ ਜੋ ਐਤਰਾਜ਼ ਨੇ ਐਸਜੀਪੀਸੀ ਦੇ ਨਾਲ, ਉਹ ਕਦੇ ਮਿਟਣ ਨਾ, ਇਹ ਅਸੀਂ ਜ਼ਹਿਨ ਦੇ ਵਿੱਚ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।